ਹਾਂਜੀ, ਇਸ ਫੇਸਬੁੱਕ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਪ੍ਰਵਾਸੀਆਂ ਦਾ ਸਵਾਗਤ ਹੈ ਔਰ ਇਹਦੇ ਵਿੱਚ ਸਾਡੇ ਮਾਨਯੋਗ ਐਡਮਿੰਟਨ ਤੋਂ ਜਿਹੜੇ ਤਕਰੀਬਨ 7 ਸਾਲ ਤੋਂ ਜਿਨ੍ਹਾਂ ਨੇ ਇਹ ਜਦੋਜਹਿਦ ਦੇ ਵਿੱਚ ਇੱਥੇ ਆਪ ਦਾ ਚੈਪਟਰ ਲਈ ਬਹੁਤ ਕੰਮ ਕੀਤਾ ਔਰ ਇੱਕ ਮਾਡਲ ਦੀ ਤਰ੍ਹਾਂ ਉਹ ਸਥਾਪਿਤ ਕੀਤਾ ਐਡਮਿੰਟਨ ਚੈਪਟਰ ਆਪ ਲਈ ਔਰ ਇਹ ਪੂਰਾ ਸਰਗਰਮ ਰਹੇ ਔਰ ਸਾਰਿਆਂ ਦਾ ਦਿਲੋਂ ਸਵਾਗਤ ਹੈ ਕਿ ਸਾਰੇ ਹੀ ਆਪਾਂ ਉਸ ਧਰਤੀ ਲਈ ਉਸ ਧਰਤੀ ਦੀ ਖੁਸ਼ਬੂ ਸਾਂਭ ਕੇ ਬੈਠੇ ਆ ਇੱਥੇ ਵਿਦੇਸ਼ 'ਚ। ਸਾਡੇ ਸਰੀਰ ਇੱਥੇ ਨੇ ਲੇਕਿਨ ਸਾਡੀ ਰੂਹ ਉੱਥੇ ਹੈ। ਤਾਂ ਸਾਡੇ ਨਾਲ ਨੇ ਗਰੇਵਾਲ ਸਾਹਿਬ ਯੂਟਾ ਸਟੇਟ ਤੋਂ ਔਰ ਸਾਡੇ ਕੋਲ ਗੁਰਪ੍ਰੀਤ ਜੀ ਹੈਗੇ ਨੇ ਉਹ ਸੈਕਰਾਮੈਂਟੋ ਤੋਂ। ਸੋ ਸਾਰੇ ਅੱਜ ਮਿਲ ਕੇ ਅਸੀਂ ਉਸਾਰੂ ਵਿਚਾਰਾਂ ਕਰਾਂਗੇ ਕਿ ਜੋ ਇਹ ਅੰਦੋਲਨ ਇੰਨੀ ਵੱਡਾ ਬਣ ਗਿਆ ਔਰ ਇਹ ਕੇਵਲ ਕਿਸਾਨੀ ਦਾ ਨਾਂ ਰਹਿ ਕੇ ਪੰਜਾਬੀ ਤੇ ਪੰਜਾਬੀਅਤ ਦਾ ਬਣਦਾ ਜਾ ਰਿਹਾ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਜਿੱਦਾਂ ਹੋਂਦ ਦੀ ਲੜਾਈ ਲੜੀ ਜਾ ਰਹੀ ਆ। ਤੋ ਇਹ ਇੱਕ ਏਡਾ ਵੱਡਾ ਨਹੀਂ ਸੀ ਦੇਖਿਆ ਅਸੀਂ ਪੂਰੇ ਆਪਣੇ ਜੀਵਨ ਕਾਲ 'ਚ। ਤੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਮਾਨਯੋਗ ਮਠਾਰੂ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਇਹ ਅੰਦੋਲਨ ਹੈ ਇਹਦੀ ਲੋੜ ਕਿਉਂ ਪਈ। ਮਠਾਰੂ ਸਾਹਿਬ। ਥੈਂਕ ਯੂ ਤੁਗੜ ਸਾਹਿਬ ਤੇ ਥੈਂਕ ਯੂ ਸਾਰੇ ਭਰਾਵਾਂ ਦਾ, ਸਾਰੇ ਸੁਣਨੇ ਵਾਲਿਆਂ ਦਾ, ਦੇਖਣੇ ਵਾਲਿਆਂ ਦਾ। ਤਾਂ ਦੇਖੋ ਆਪਣਾ ਜਿਹੜਾ ਫਾਰਮਿੰਗ ਦਾ ਕਿੱਤਾ ਹੈਗਾ ਇਹਦੇ ਵਿੱਚ ਤਕਰੀਬਨ ਪਿਛਲੇ ਅਸੀਂ 20-30 ਸਾਲ ਤੋਂ ਦੇਖਦੇ ਆ ਰਹੇ ਹੈਗੇ। ਦਿੱਕਤਾਂ ਤਾਂ ਬਹੁਤ ਆ ਰਹੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਜਿਹੜੇ ਆਪਣਾ ਕਿਸਾਨ ਭਾਈਚਾਰਾ ਹੈਗਾ, ਕਿਸਾਨੀ ਦੇ ਨਾਲ ਜੁੜੇ ਹੋਏ ਹੋਰ ਭਾਈਚਾਰੇ ਹੈਗੇ, ਉਹ ਕੋਈ ਵੀ ਐਡੀ ਚੰਗੀ ਜ਼ਿੰਦਗੀ ਨਹੀਂ ਸੀ ਬਤੀਤ ਕਰ ਰਹੇ। ਇਸ ਕਰਕੇ ਪਿਛਲੇ 20 ਸਾਲ ਤੋਂ 22 ਸਾਲ ਤੋਂ ਤਕਰੀਬਨ ਬਹੁਤ ਸਾਰੀਆਂ ਗੌਰਮੈਂਟਾਂ ਨੇ, ਬਹੁਤ ਸਾਰੀਆਂ ਸੂਬਿਆਂ ਦੀਆਂ ਗੌਰਮੈਂਟਾਂ ਨੇ, ਸੈਂਟਰ ਦੀਆਂ ਗੌਰਮੈਂਟਾਂ ਨੇ ਬਾਰ-ਬਾਰ ਇਸ ਮੁੱਦੇ ਨੂੰ ਉੱਤੇ ਚੁੱਕਿਆ, ਬਾਰ-ਬਾਰ ਇਸ ਮੁੱਦੇ ਨੂੰ ਇਹਦੇ ਬਾਰੇ ਕਮੇਟੀਆਂ ਦਾ ਸੰਗਠਨ ਕੀਤਾ, ਮੀਟਿੰਗਾਂ ਕੀਤੀਆਂ, ਕਾਨੂੰਨ ਵੀ ਬਣਾਏ ਥੋੜੇ ਬਹੁਤੇ। ਤਾਂ ਮਤਲਬ ਇਹ ਮੁੱਦਾ ਕਿਸੇ ਤਰ੍ਹਾਂ ਹੱਲ ਨਹੀਂ ਸੀ ਪੂਰੇ ਤਰੀਕੇ ਨਾਲ ਹੋ ਰਿਹਾ, ਕਿਉਂਕਿ ਉਹ ਜਿਹੜੇ ਘਟਨਾਕ੍ਰਮ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਕਿਸਾਨ ਭਰਾਵਾਂ ਦੇ, ਤਾਂ ਉਹ ਹਾਲਾਤ ਐਡੇ ਕੋਈ ਚੰਗੇ ਨਹੀਂ ਸੀ ਬਦਲ ਰਹੇ। ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਵੀ ਇਹ ਜਿਹੜੇ ਕਾਨੂੰਨ ਤਿੰਨੋਂ ਹੀ ਲੈ ਕੇ ਆਏ ਹੈਗੇ ਆਪਣਾ ਮੋਦੀ ਸਾਹਿਬ ਤੇ ਉਹਨਾਂ ਦਾ ਗ੍ਰਹਿ ਮੰਤਰੀ ਤੇ ਹੋਰ ਸਾਰੀ ਟੀਮ, ਤਾਂ ਉਹਨਾਂ ਨੇ ਇਹਨਾਂ ਕਾਨੂੰਨਾਂ ਨੂੰ, ਬੇਸ਼ੱਕ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਸ਼ਾਇਦ ਉਹ ਸਹੀ ਹੋਏ, ਸ਼ਾਇਦ ਉਹਨਾਂ ਦੀ ਨੀਤ ਸਾਫ਼ ਹੋਏ, ਸ਼ਾਇਦ ਉਹ ਭਲਾਈ ਚਾਹੁੰਦੇ ਹੋਣ, ਆਖਰ ਨੂੰ ਉਹ ਦੇਸ਼ ਦੇ ਇਲੈਕਟਡ ਲੀਡਰ ਹੈਗੇ ਤਾਂ ਦੇਸ਼ ਦਾ, ਸਾਰੇ ਦੇਸ਼ ਦੀ ਭਲਾਈ ਦੀ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਪਰ ਫਿਰ ਵੀ ਮੈਨੂੰ ਇੱਦਾਂ ਲੱਗਦਾ ਹੈਗਾ ਵੀ ਇਹਨਾਂ ਕਾਨੂੰਨਾਂ ਨੂੰ ਜਿਸ ਤਰੀਕੇ ਨਾਲ ਪਾਸ ਕਰਿਆ ਗਿਆ, ਜਿਸ ਤਰੀਕੇ ਨਾਲ ਕਾਹਲੀ ਦੇ ਵਿੱਚ ਪਾਸ ਕਰਿਆ ਗਿਆ, ਉਧਰ ਕੋਵਿਡ ਕਰਕੇ ਸਾਰਾ ਕੁਝ ਬੰਦ ਪਿਆ ਹੈਗਾ, ਤਾਂ ਉਧਰ ਇਹ ਆਪਣਾ ਮੋਦੀ ਸਾਹਿਬ ਨੇ ਇਸ ਤਰੀਕੇ ਨਾਲ ਕਾਨੂੰਨਾਂ ਨੂੰ ਜੂਨ ਦੇ ਵਿੱਚ ਪਾਸ ਕਰਕੇ ਤੇ ਅੱਗੇ ਸਤੰਬਰ ਦੇ ਵਿੱਚ ਅੱਗੇ ਫਿਰ ਆਪਣਾ ਵੀ ਪ੍ਰੈਜ਼ੀਡੈਂਟ ਤੋਂ ਉਹਨਾਂ ਦੀ ਮਨਜ਼ੂਰੀ ਵੀ ਲੈ ਲਈ, ਸਾਈਨ ਵੀ ਕਰਵਾ ਲਏ, ਮਤਲਬ ਕਾਨੂੰਨ ਲਾਗੂ ਕਰਨ ਦੀ ਸਾਰੀ ਸਿਚੁਏਸ਼ਨ ਬਣਾ ਦਿੱਤੀ। ਇਸ ਕਰਕੇ ਮੈਨੂੰ ਜਿਹੜੇ ਇਹਦੇ ਕਾਨੂੰਨਾਂ ਦੇ ਵਿੱਚ 3-4 ਚੀਜ਼ਾਂ ਹੈਗੀਆਂ ਵੱਡੀਆਂ। ਇੱਕ ਤਾਂ ਇਹਨਾਂ ਨੇ ਰੂਲ ਬਦਲ ਦਿੱਤੇ ਸਾਰੇ, ਜਿਹੜੀ ਆਪਣੀ ਐਗਰੀਕਲਚਰ ਦੀ ਪ੍ਰੋਡਿਊਸ ਹੈ ਉਹਦੀ ਸੇਲ ਬਾਰੇ, ਉਹਦੀ ਪ੍ਰਾਈਸਿੰਗ ਬਾਰੇ ਤੇ ਉਹਦੇ ਸਟੋਰੇਜ ਬਾਰੇ, ਇਹ ਸਾਰਾ ਕੁਝ ਹੀ ਉਹਨਾਂ ਨੇ ਰੂਲ ਬਦਲ ਦਿੱਤੇ ਇਹਨਾਂ ਦੇ ਵਿੱਚ। ਤੇ ਇਹ ਰੂਲਾਂ ਦੇ ਅਨੁਸਾਰ ਇਹ ਜਿੰਨਾ ਵੀ ਆਪਣਾ ਫਾਰਮਿੰਗ ਦਾ ਕੰਮ ਹੈ, ਐਗਰੀਕਲਚਰ ਦਾ ਕੰਮ ਹੈਗਾ, ਇਹ ਜਿੱਦਾਂ ਸਰਮਾਏਦਾਰੀ ਸਿਸਟਮ ਦੇ ਵਿੱਚ ਬਾਕੀ ਸਾਰੇ ਅਦਾਰਿਆਂ ਨਾਲ ਹੁੰਦਾ ਹੈਗਾ, ਬਾਕੀ ਸਾਰੇ ਵਰਗਾਂ ਦੇ ਨਾਲ ਹੁੰਦਾ, ਉਸੇ ਤਰ੍ਹਾਂ ਇਹ ਫਾਰਮਿੰਗ ਦੇ ਨਾਲ ਹੋਏਗਾ। ਤਾਂ ਇਸ ਕਰਕੇ ਇਹ ਚਿੰਤਾ ਵੱਡੀ ਲੱਗੀ ਹੋਈ ਹੈਗੀ। ਦੇਖੋ ਫਾਰਮਿੰਗ ਇੱਕ ਇਹੋ ਜਿਹਾ ਬਿਜ਼ਨਸ ਹੈਗਾ ਜਿਹੜਾ ਬਿਨਾਂ ਗੌਰਮੈਂਟ ਦੀ ਸਪੋਰਟ ਤੋਂ ਸਰਵਾਈਵ ਨਹੀਂ ਕਰ ਸਕਦਾ। ਇਸ ਕਰਕੇ ਗੌਰਮੈਂਟ ਚਾਹੇ ਉਹ ਕਿਤੇ ਵੀ ਹੈ, ਜਿੱਥੇ ਵੀ ਇਹ ਕਾਨੂੰਨ ਨੂੰ ਪਹਿਲਾਂ ਪਾਸ ਕਰੇਗੀ, ਇਦਾਂ ਦੇ ਕਾਨੂੰਨ, ਚਾਹੇ ਉਹ ਕੈਨੇਡਾ ਦੇ ਵਿੱਚ ਹੋਏ, ਚਾਹੇ ਅਮਰੀਕਾ ਦੇ ਵਿੱਚ, ਚਾਹੇ ਉਹ ਕਿਸੇ ਹੋਰ ਦੇਸ਼ਾਂ ਵਿੱਚ ਹੋਏ, ਕਿਤੇ ਨਾ ਕਿਤੇ ਗੌਰਮੈਂਟ ਨੂੰ ਉਹਦੇ ਵਿੱਚ ਆਪਣਾ ਰੋਲ ਅਦਾ ਕਰਨਾ ਪੈਂਦਾ ਹੈਗਾ। ਉਸ ਰੋਲ ਅਦਾ ਕਰੇ ਬਿਨਾਂ ਤੋਂ ਇਹ ਜਿਹੜੀ ਫਾਰਮਿੰਗ ਦਾ ਧੰਦਾ ਹੈਗਾ ਇਹ ਸਰਵਾਈਵ ਨਹੀਂ ਕਰ ਸਕੇਗਾ। ਇਹ ਕੈਪੀਟਲਿਸਟ ਸਿਸਟਮ ਦੇ ਹੱਥ ਵਿੱਚ ਜਦੋਂ ਇੱਕ ਵਾਰੀ ਆ ਗਿਆ ਤਾਂ ਉਹਨਾਂ ਨੇ ਆਪਣਾ ਪ੍ਰੋਫਿਟ ਦਾ ਮੋਟਿਵ ਸਭ ਤੋਂ ਪਹਿਲਾਂ ਲੈ ਕੇ ਆਉਣਾ ਹੈਗਾ। ਦੇਖੋ ਇਹ ਜਿਹੜਾ ਸਰਮਾਏਦਾਰੀ ਦਾ ਯੁੱਗ ਹੈਗਾ, ਇਹਦੇ ਵਿੱਚ ਮੈਂ ਤਾਂ ਇਹਨੂੰ ਕਹਿੰਦਾ ਹੁੰਦਾ ਵੀ ਇਹ ਸਰਵਾਈਵਲ ਆਫ ਦਾ ਫਿਟੈਸਟ ਹੈ। ਤਾਂ ਮਤਲਬ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਢਾਲ ਲੇਗਾ, ਬਣਾ ਲੇਗਾ, ਉਹਦੇ ਵਿੱਚ ਸਰਵਾਈਵ ਕਰਨ ਦੇ ਤਰੀਕੇ ਲੱਭ ਲੇਗਾ, ਉਹ ਸਰਵਾਈਵ ਕਰੇਗਾ। ਨਹੀਂ ਤਾਂ ਇਹ ਸਿਸਟਮ ਜਿਹੜਾ ਹੈਗਾ ਕਿਸੇ ਨੂੰ ਬਖਸ਼ਦਾ ਨਹੀਂ ਹੈ।
ਤੇ ਇਹੀ ਲੱਗਿਆ ਹੋਇਆ ਆਪਣਾ ਹੁਣ ਇੰਡੀਆ ਦੇ ਵਿੱਚ ਲੱਗਦਾ ਹੋਏਗਾ। ਤਾਂ ਇਹ ਜਿਹੜੇ ਕਾਨੂੰਨਾਂ ਦੇ ਨਾਲ ਇਹ ਖਦਸ਼ੇ ਹੈਗੇ ਵੀ ਇਹ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ, ਅੰਬਾਨੀ ਹੋਏ, ਅਡਾਨੀ ਹੋਏ, ਟਾਟਾ ਹੋਏ, ਡਾਲਮੀਆ ਹੋਏ, ਬਿਰਲੇ ਹੋਏ, ਇਹਨਾਂ ਦੇ ਹੱਥ ਵਿੱਚ ਇਹ ਸੈਕਟਰ ਦੀ ਜਦੋਂ ਕੰਟਰੋਲ ਆ ਗਿਆ ਤਾਂ ਉਸ ਕੰਟਰੋਲ ਦਾ ਇਹ ਫਿਰ ਕੀ ਕਰਨਗੇ, ਤਾਂ ਕਿਸ ਤਰ੍ਹਾਂ ਉਹ ਜਿਹੜੇ ਫਾਰਮ ਹੈਗੇ ਸਰਵਾਈਵ ਕਰਨਗੇ, ਤਾਂ ਉਹ ਸਮਝ ਤੋਂ ਬਾਹਰ ਹੈਗਾ। ਜਿਸ ਗੱਲਾਂ ਦੇ ਡਰ ਨੂੰ ਲੈ ਕੇ ਇਹ ਗੱਲ ਇੱਥੋਂ ਤੱਕ ਪਹੁੰਚੀ ਹੈਗੀ ਵੀ ਅੱਜ ਸਾਰੀ ਦਿੱਲੀ ਨੂੰ ਪੰਜਾਬ ਦੇ ਸਿੱਖ, ਪੰਜਾਬ ਦੇ ਲੋਕ, ਰਾਜਸਥਾਨ ਤੋਂ, ਮੱਧ ਪ੍ਰਦੇਸ਼ ਤੋਂ, ਗੁਜਰਾਤ ਤੋਂ ਸਾਰੇ ਲੋਕ ਆਏ ਹੋਏ ਹੈਗੇ। ਇਸ ਕਰਕੇ ਬਹੁਤ ਚੰਗੀ ਗੱਲ ਹੈਗੀ, ਕਿਉਂਕਿ ਇਸ ਚੀਜ਼ ਦਾ ਹੱਲ ਉਦੋਂ ਤੱਕ ਕੋਈ ਨਹੀਂ ਹੋ ਸਕਦਾ ਜਦੋਂ ਤੱਕ ਸਾਡੇ ਲੋਕ ਜਾਗਰੂਕ ਨਹੀਂ ਹੋ ਜਾਂਦੇ ਆਪਣੇ ਆਪਣੇ ਹੱਕਾਂ ਪ੍ਰਤੀ, ਜਦੋਂ ਤੱਕ ਆਪਣੇ ਸਿਸਟਮ ਦੇ ਵਿੱਚ ਹਰ ਬੰਦੇ ਨੂੰ ਆਪਣਾ ਕੰਮ ਕਰੇ ਦਾ ਪ੍ਰੋਪਰ ਤੇ ਪੂਰਾ ਹੱਕ ਨਹੀਂ ਮਿਲ ਜਾਂਦਾ। ਇਸ ਕਰਕੇ ਇਹ ਲੜਾਈ ਕਰਨੀ ਬਹੁਤ ਜ਼ਰੂਰੀ ਹੈ। ਇਸ ਲੜਾਈ ਦੇ ਵਿੱਚ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਕੱਲੇ ਹੀ ਕਿਸਾਨ ਭਰਾ ਨਹੀਂ, ਉਹ ਲੇਬਰ ਕਲਾਸ ਦੇ ਭਰਾ ਵੀ ਜਿਹੜੇ ਆਪਣੇ ਕਿਸਾਨੀ ਦੇ ਨਾਲ ਜੁੜੇ ਹੋਏ ਹੈ, ਚਾਹੇ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹੈ, ਚਾਹੇ ਉਹ ਕਿਤੇ ਕੰਮ ਕਰਦੇ ਹੈਗੇ। ਇੰਡੀਆ ਦਾ ਹਾਲ ਇਹ ਤੂਰ ਸਾਹਿਬ ਤਕਰੀਬਨ 92% ਜਿਹੜੀ ਆਪਣੀ ਵਰਕਰ ਕਲਾਸ ਹੈਗੀ, ਉਹਦੇ ਵਿੱਚ ਹੀ ਆਪਣੇ ਫਾਰਮਰ ਭਰਾ ਵੀ ਆ ਜਾਂਦੇ ਬਹੁਤ ਸਾਰੇ। ਉਹਨਾਂ ਦੀ ਪਰ ਮੰਥ ਆਮਦਨ ਜਿਹੜੀ ਹੈਗੀ 95 ਰੁਪਏ ਤੋਂ ਘੱਟ ਹੈ। 9500 ਰੁਪਏ ਮਤਲਬ 9500 ਰੁਪਏ ਵਿੱਚ ਤੁਸੀਂ ਕੀ ਆਪਣਾ ਘਰ ਚਲਾ ਲਓਗੇ, ਕੀ ਆਪਣੇ ਬੱਚਿਆਂ ਨੂੰ ਪੜ੍ਹਾ ਲਓਗੇ, ਕੀ ਆਪਣੇ ਮਾਂ-ਬਾਪ ਦਾ ਬੱਚਿਆਂ ਦਾ ਇਲਾਜ ਕਰਵਾ ਲਓਗੇ। ਇਹ ਸਿਸਟਮ ਇਸ ਤਰ੍ਹਾਂ ਦਾ ਬਣਾ ਚੁੱਕੇ ਹੈਗੇ ਵੀ ਸਾਰਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਜਾ ਰਿਹਾ। ਉਹ ਸਿਸਟਮ ਦੇ ਰਾਹੀਂ ਬਹੁਤ ਸਾਰਾ ਮੁਨਾਫਾ ਜਿਹੜਾ ਹੈਗਾ, ਪੈਸਾ ਜਿਹੜਾ ਆਮ ਜਨਤਾ ਦੀ ਭਲਾਈ ਦੇ ਲਈ ਲੱਗਣਾ ਚਾਹੀਦਾ ਹੈਗਾ, ਉਹ ਸਾਰਾ ਕੁਛ ਘਰਾਣਿਆਂ ਵਿੱਚ, ਕੁਛ ਅਦਾਰਿਆਂ ਵਿੱਚ ਜਾ ਰਿਹਾ। ਇਸ ਕਰਕੇ ਬਹੁਤ ਚੰਗੀ ਗੱਲ ਹੈਗੀ ਵੀ ਆਪਣੇ ਜਿੰਨੇ ਵੀ ਲੋਕ ਹੈਗੇ ਦਿੱਲੀ ਵੱਲ ਇਕੱਠੇ ਹੋ ਰਹੇ ਹੈਗੇ, ਦੂਜੇ ਸੂਬਿਆਂ ਤੋਂ ਆ ਰਹੇ ਹੈਗੇ। ਵਾਕਿਆ ਹੀ ਇਹ ਸਿਰਫ ਕਿਸਾਨੀ ਤੱਕ ਹੀ ਨਹੀਂ, ਇਹਨੂੰ ਸਾਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਣਾ ਪੈਣਾ, ਕਿਉਂਕਿ ਇਹ ਜਿਹੜੇ ਹੈਗੇ ਮੁੱਦੇ ਉਦੋਂ ਤੱਕ ਹੱਲ ਨਹੀਂ ਹੋਣੇ ਹੈਗੇ ਜਦੋਂ ਤੱਕ ਅਸੀਂ ਸਾਰੇ ਲੜ ਕੇ ਲੜਾਈ ਨਹੀਂ ਕਰਦੇ ਇਸ ਬਾਰੇ। ਇਹ ਬਹੁਤ ਗਹਿਰਾਈ 'ਚ ਸਾਰੀ ਗੱਲ ਸਮੁੱਚੀ ਦੱਸੀ ਹੈ ਕਿ ਅੰਦੋਲਨ ਕਿਉਂ ਹੋਇਆ। ਇਹ ਮਠਾਰੂ ਸਾਹਿਬ ਦੀ ਗੱਲ 'ਚੋਂ ਮੈਨੂੰ ਗੱਲ ਇੱਕ ਯਾਦ ਆਈ ਕਿ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਹੋਇਆ ਜਿਹਦਾ ਜਨਮ ਤਾਂ ਜਰਮਨੀ 'ਚ ਹੋਇਆ, ਲੇਕਿਨ ਉਹਨੇ ਇੰਨਾ ਵਿਦਵਾਨ ਸੀ ਉਹ, ਜਿਹਦਾ ਨਾਮ ਸੀ ਕਾਰਲ ਮਾਰਕਸ। ਉਹਨੇ ਜਦ ਇੱਕ ਕਿਤਾਬ ਲਿਖੀ ਦਾਸ ਕੈਪੀਟਲ, ਜਿਹੜੀ ਕਿ ਜਿਹਨੂੰ ਕਿ ਮੇਰੇ ਹਿਸਾਬ ਨਾਲ ਹੁਣ ਪੜ੍ਹਨ ਦੀ ਲੋੜ ਆ। ਉਹਨੇ ਲਿਖਿਆ ਕਿ ਇਸ ਧਰਤੀ ਤੇ ਜਿੰਨੇ ਵੀ ਮਨੁੱਖ ਹਨ ਸਾਰੇ ਬਰਾਬਰ ਹਨ, ਉਹਨਾਂ ਦੇ ਸਾਰੇ ਹੱਕ ਹਕੂਕ ਬਰਾਬਰ ਹਨ, ਔਰ ਉਹਨਾਂ ਤੇ ਜੋ ਕੁਛ ਵੀ ਹੈ ਉਹ ਇਕਸਾਰਤਾ ਦੇ ਨਾਲ ਵੰਡ ਹੋਣਾ ਚਾਹੀਦਾ। ਔਰ ਜਿਹੜੀਆਂ ਵੀ ਸਰਕਾਰਾਂ ਇਹ ਧਿਆਨ ਰੱਖਣ ਕਿ ਗਰੀਬ ਔਰ ਅਮੀਰ ਦਾ ਪਾੜਾ ਨਾ ਵਧੇ। ਇਹ ਉਹਨੇ ਲਿਖਿਆ। ਫਿਰ ਉਹਨੂੰ ਉਸਨੂੰ ਜਰਮਨੀ ਚੋਂ ਕੱਢ ਦਿੱਤਾ ਗਿਆ। ਫਿਰ ਉਹ ਇੰਗਲੈਂਡ ਗਿਆ ਔਰ ਉਹ ਆਪਣੀ ਇਹ ਜਿਹੜੀ ਉਹਨਾਂ ਦੀ ਇਹ ਸੋਚ ਸੀਗੀ ਪੂਰੀ ਦੁਨੀਆ 'ਚ ਫੈਲੀ। ਕਾਰਲ ਮਾਰਕਸ ਦਾ ਬੜਾ ਨਾਂ ਆ। ਲੇਕਿਨ ਇਹ ਸਰਕਾਰਾਂ ਕੀ ਕਰ ਰਹੀਆਂ, ਇਹ ਸਰਕਾਰਾਂ ਪਾੜਾ ਦੇਖ ਲਓ ਕਿੱਥੇ ਤੱਕ ਚਲਾ ਗਿਆ ਕਿ ਅੱਜ ਹੀ ਹੁਣ ਪਤਾ ਲੱਗਾ ਕਿ ਜਿਹੜੀ ਇੱਕ ਚਾਹ ਦਾ ਕੱਪ ਹੈ ਇਹਨਾਂ ਅਮੀਰ ਲੋਕਾਂ ਦਾ, ਉਹ ਕਈ ਲੱਖਾਂ ਤੱਕ ਪਹੁੰਚ ਜਾਂਦਾ ਔਰ ਗਰੀਬ ਨੂੰ ਇੱਕ ਪੂਰਾ ਪੇਟ ਭਰ ਰੋਟੀ ਨਹੀਂ ਮਿਲਦੀ। ਇਹਦਾ ਮਤਲਬ ਕੀ ਆ ਕਿ ਇਹ ਪਾੜਾ ਕਿਸ ਹੱਦ ਤੱਕ ਵੱਧ ਗਿਆ, ਕਿੰਨੇ ਗੁਣਾ ਫਰਕ ਪੈ ਗਿਆ। ਇਹ ਸਰਕਾਰਾਂ ਦੀ ਸਭ ਤੋਂ ਵੱਡੀ ਨਲਾਇਕੀ ਆ ਕਿ ਪਾੜਾ ਘਟਾਉਣਾ ਸੀ, ਲੇਕਿਨ ਪਾੜਾ ਵੱਧ ਗਿਆ ਔਰ ਇਸ ਹੱਦ ਤੱਕ ਵੱਧ ਗਿਆ ਕਿ ਜਿਹੜਾ ਕਿਸਾਨ ਖੁਦ ਅੰਨ ਪੈਦਾ ਕਰਦਾ ਉਹੀ ਲਾਚਾਰ ਹੋ ਗਿਆ, ਉਹੀ ਬੇਬਸ ਹੋ ਗਿਆ। ਔਰ ਜਿੰਨੀਆਂ ਵੀ ਕ੍ਰਾਂਤੀਆਂ ਆਈਆਂ, ਜਿਹੜੀਆਂ ਯੂਰਪ ਦੀਆਂ ਕ੍ਰਾਂਤੀਆਂ ਸੀ, ਇੱਕ ਮਜ਼ਦੂਰ ਜਿਸ ਵੇਲੇ ਉਹ ਫੈਕਟਰੀ 'ਚ ਕੱਪੜਾ ਬਣਾ ਕੇ ਘਰ ਨੂੰ ਜਾਂਦਾ ਸੀ ਔਰ ਉਹ ਘਰ ਜਾ ਕੇ ਦੇਖਦਾ ਸੀ ਕਿ ਉਹਦੇ ਬੱਚਿਆਂ ਦੇ ਤਨ ਤੇ ਕੱਪੜਾ ਹੈ ਨਹੀਂ, ਉਹਦੇ ਮਨ 'ਚ ਇੱਕ ਚਿਣਗ ਆਉਂਦੀ ਸੀ ਔਰ ਫਿਰ ਕ੍ਰਾਂਤੀਆਂ ਨੇ ਜਨਮ ਲਿਆ। ਸੋ ਉਸ ਤਰ੍ਹਾਂ ਦੀ ਕ੍ਰਾਂਤੀ ਅੱਜ ਦਿੱਲੀ 'ਚ ਇੱਕ ਜਨਮ ਲੈ ਰਹੀ ਆ, ਜਿਹਦੇ ਲਈ ਆਪਾਂ ਸਾਰੇ ਹੀ ਜ਼ੋਰ ਲਾ ਰਹੇ ਹਾਂ। ਸੋ ਅਗਲੇ ਜਿਹੜੇ ਸਾਡੇ ਸਾਥੀ ਨੇ ਗਰੇਵਾਲ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਨੇ ਸਮੁੱਚੀ ਗੱਲ ਕੀਤੀ ਆ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਖਤਮ ਕਰਨ ਦੇ, ਉਹਨੂੰ ਹਨੇਰੇ 'ਚ ਧੱਕਣ ਲਈਆਂ ਜਿਹੜੀਆਂ ਕੋਸ਼ਿਸ਼ਾਂ ਆ, ਮੇਰੀ ਬੇਨਤੀ ਉਹਨਾਂ ਨੂੰ ਕਿ ਉਹ ਆਪਣੇ ਕੀਮਤੀ ਵਿਚਾਰ ਰੱਖਣ ਜੀ। ਜੀ ਧੰਨਵਾਦ, ਤੁਸੀਂ ਕਾਫੀ ਡੈਪਥ ਨਾਲ ਕਿਹਾ ਤੇ ਇਸ ਮੇਰੇ ਤੋਂ ਪਹਿਲਾਂ ਵੀਰ ਜੀ ਉਹਨਾਂ ਨੇ ਬਹੁਤ ਜਾਣਕਾਰੀ ਭਰਪੂਰ ਫੈਕਟਸ ਤੇ ਫਿਗਰਸ ਦੇ ਨਾਲ ਗੱਲ ਕੀਤੀ ਹੈ। ਜੇ ਧਿਆਨ ਨਾਲ ਦੇਖੀਏ ਨਾ ਵੀ ਅੱਜ ਆਪਾਂ ਪਹੁੰਚੇ ਕਿੱਥੇ ਆ, ਕਿਹੜੇ ਮੁਕਾਮ ਤੇ, ਜਿਹੜੇ ਮੋਦੀ ਦੀ ਇਹ ਸੈਕੰਡ ਟਰਮ
ਜਦੋਂ ਦਾ ਇਹ ਆਇਆ ਤਕਰੀਬਨ, ਆਓ ਇਸ ਗੱਲ ਨੂੰ ਬੜੇ ਧਿਆਨ ਨਾਲ ਦੇਖੀਏ ਕਿ ਇਹ ਕਲੀਅਰਲੀ ਅਡਾਨੀ ਅੰਬਾਨੀ ਦੀ ਜੇਬ 'ਚ ਹੈ। ਜਦੋਂ ਦੇਸ਼ 'ਚ ਇੰਨੇ ਇੰਪੋਰਟੈਂਟ ਇਸ਼ੂ ਚੱਲ ਰਹੇ ਨੇ, ਸਾਰੇ ਵਰਲਡ 'ਚ ਹਾਹਾਕਾਰ ਮੱਚੀ ਹੋਈ ਹੈ ਕਿ ਸਾਡੇ ਫਾਰਮਰਸ ਨਾਲ, ਜਿਵੇਂ ਆਪਾਂ ਆਪਣਾ ਮੈਸੇਜ ਤਕਰੀਬਨ ਸਾਰੇ ਸੰਸਾਰ ਨੂੰ ਉੱਪਰ ਦਾ ਕੀਤਾ, ਇਹਦੇ ਵਾਲੀਆਂ ਜਿਹੜੀਆਂ ਚੈਨਲਸ ਨੇ ਉਹਨਾਂ ਨੇ ਤਾਂ ਤਕਰੀਬਨ ਬਲੈਕਆਊਟ ਹੀ ਕੀਤਾ ਜਾਂ ਇਨਫੋਰਮੇਸ਼ਨ ਮੂਹਰੇ ਨਹੀਂ ਦੇਣ ਆ ਰਹੇ। ਸੋ ਇਹਨਾਂ ਵੱਲੋਂ ਕੋਈ ਬਲਕਿ ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਤਕਰੀਬਨ ਵਰਲਡ ਇਜ਼ ਵੈਰੀ ਮਚ ਅਵੇਅਰ। ਅੱਜ ਤੁਸੀਂ ਕਿਤੋਂ ਦੀਆਂ ਹੈਡਲਾਈਨਸ ਦੇਖ ਲਓ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਿਕਰ ਆ ਰਿਹਾ ਕਿ ਫਾਰਮਰਸ ਦਾ ਜਿਹੜਾ ਐਜੀਟੇਸ਼ਨ ਉਹ ਮੋਮੈਂਟਮ ਹੋਰ ਫੜਦਾ ਜਾ ਰਿਹਾ ਤੇ ਬੜੇ ਸੀਰੀਅਸ ਇਸ਼ੂਜ਼ ਨੇ ਐਂਡ ਬੜੇ ਜੈਨੂਇਨ ਇਸ਼ੂਜ਼ ਨੇ, ਸਪੋਰਟ ਵੀ ਵੱਧ ਰਹੀ ਹੈ। ਅਸਲ 'ਚ ਤਾਂ ਇਹ ਹੈ ਕਿ ਇਹ ਜਿਹੜਾ ਜੁਮਾ ਆਪਣੀ ਸਿੱਖ ਕੌਮ ਦੇ ਨਾਲ ਸਮਝ ਲਓ ਲੱਗ ਗਿਆ, ਹੋ ਸਕਦਾ ਆਪਾਂ ਸ਼ੁਰੂ 'ਚ ਜਦੋਂ ਇਹਨੂੰ ਇਸ਼ੂ ਨੂੰ ਫੜਿਆ ਆਪਾਂ ਨੂੰ ਵੀ ਇਹਦਾ ਮੈਗਨੀਚਿਊਡ ਇੰਨਾ ਨਹੀਂ ਸੀ ਪਤਾ, ਪਰ ਆਪਾਂ ਤਾਂ ਇੱਕ ਟਿਪ ਆਫ ਆਈਸਬਰਗ ਤਕਰੀਬਨ ਲੈ ਕੇ ਸਮਝ ਲਓ ਅੱਗੇ ਇਹਨੂੰ ਕੱਢ ਲਿਆ। ਇਹ ਤਾਂ ਦਿਨ ਬ ਦਿਨ ਜਿਉਂ-ਜਿਉਂ ਇਹਨੂੰ ਡਿੱਗ ਕਰ ਰਹੇ ਆ, ਅਡਾਨੀ ਅੰਬਾਨੀਜ਼ ਦੇ ਜਿਹੜੇ ਕਾਰਨਾਮੇ ਨੇ। ਅੱਜ ਤੁਸੀਂ ਜਿਹੜੀ ਵੀਡੀਓ ਦੀ ਗੱਲ ਕੀਤੀ ਉਹ 'ਚ ਠੀਕ ਆ, ਉਹ ਲੱਖ ਰੁਪਏ ਦਾ ਜਾਂ ਕਿੰਨੇ ਦਾ ਉਹਦੇ ਕੋਲੇ ਕਿੰਨੇ ਕਰੋੜ ਦਾ ਫੋਨ ਆ ਤੇ ਕਿੰਨੇ ਦੀ ਚਾਹ ਪੀਂਦੀ ਹੈ ਵਗੈਰਾ ਵਗੈਰਾ। ਇਹਨਾਂ ਨੇ ਜਿੱਥੇ ਆਪਦਾ 2 ਬਿਲੀਅਨ ਦੇ ਕਰੀਬ ਦਾ ਘਰ ਬਣਾਇਆ, ਆਲੇ ਦੁਆਲੇ ਸ਼ੈਕਸ ਸੀਗੇ ਉਹਦੇ। ਇਹ ਇੱਕ ਰਈਸ ਅੰਬਾਨੀ ਦੀ ਐਗਜ਼ਾਮਪਲ ਪਹਿਲਾਂ ਲੈ ਰਿਹਾ। ਉਸ ਫੈਮਿਲੀ ਚੋਂ ਹੁਣ ਉੱਠ ਕੇ ਉਹ ਤਕਰੀਬਨ ਜਦੋਂ ਕੰਟਰੀ ਦੀ GDP -27 ਚੱਲ ਰਹੀ ਸੀ ਤਾਂ ਇਹਦੀ ਰੈਂਕਿੰਗ ਫਟਾਫਟ ਉਹਦੀ ਕਰਵ ਉੱਪਰ ਨੂੰ ਜਾ ਰਹੀ ਸੀਗੀ। ਅੱਜ ਤੁਸੀਂ ਇਹ ਦੇਖੋ ਵੀ ਦੇਸ਼ ਦੇ ਜਦੋਂ ਕੋਈ, ਆਪਾਂ ਜਿਹੜਾ ਮੁਲਕਾਂ 'ਚ ਰਹਿੰਦੇ ਆਪਾਂ ਨੂੰ ਵਾਰਨ ਬਫਟ ਦਾ ਪਤਾ, ਆਪਾਂ ਨੂੰ ਬਿਲ ਗੇਟਸ ਦਾ ਪਤਾ, ਮਾਰਕ ਜ਼ੁਕਰਬਰਗ ਦਾ ਪਤਾ ਕਿ ਚੈਰਿਟੀ ਦੇ ਕੰਮਾਂ ਵੇਲੇ ਜਦੋਂ ਆਉਂਦੇ ਨੇ ਤਾਂ ਉਹ ਕਾਫੀ ਸਟੈਂਡ ਆਊਟ ਕਰਦੇ ਨੇ, ਕਿਵੇਂ ਨਾ ਕਿਵੇਂ ਪਾਰਟਿਸਿਪੇਟ ਵੀ ਕਰਦੇ ਨੇ। ਬਿਜ਼ਨਸ ਮਾਡਲ ਨੂੰ ਨਹੀਂ ਲੈ ਰਿਹਾ ਆਪਾਂ, ਮੈਨੂੰ ਪਤਾ ਕਿ ਕੱਲ ਆਪਾਂ ਉਹਨਾਂ ਦੇ ਫੇਸਬੁੱਕ ਦੇ ਕਰ ਰਹੇ ਹਾਂ, ਘਰਾਓ ਵੀ ਕਰ ਰਹੇ ਹਾਂ ਫॉर ਡਿਫਰੈਂਟ ਰੀਜ਼ਨਸ। ਮੈਂ ਐਜ਼ ਏ ਹਿਊਮਨ ਬੀਇੰਗ ਇਨਸਾਨੀਅਤ ਦੀ ਗੱਲ ਕਰਦਾ। ਇਹਨਾਂ ਦੇ ਕੋਲੇ ਕੋਈ ਇਹੋ ਜਿਹੀ ਪ੍ਰੋਡਕਟ ਨਹੀਂ ਹੈ ਜਿਹੜੀ ਇਹਨਾਂ ਨੇ ਇੰਡੀਆ ਨੂੰ ਦਿੱਤੀ ਹੋਵੇ, ਬਜਾਏ ਸਿਰਫ ਕੇਵਲ ਖੂਨ ਚੂਸਣ ਤੋਂ। ਚਾਹੇ ਉਹ ਗੈਸ ਸਟੇਸ਼ਨ ਪੈਟਰੋ 'ਚ ਨੇ, ਚਾਹੇ 에ਅਰਲਾਈਨਸ ਦੇ ਨੇ, ਚਾਹੇ ਉਹ ਕਮਿਊਨੀਕੇਸ਼ਨ ਦੇ ਨੇ, ਚਾਹੇ ਚੈਨਲਸ ਦੇ ਨੇ, ਹਰ ਇੱਕ ਚੀਜ਼ 'ਚ। ਹੁਣ ਇਹਨਾਂ ਨੂੰ ਮੈਂ ਜਿਸ ਤਰ੍ਹਾਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀਗੀ ਕਿ ਤੁਸੀਂ ਵੀ ਗੱਲ ਕੀਤੀ ਹੈ ਕਿ 7 ਰੁਪਏ ਦਾ ਆਟਾ 150 ਦੇ ਕਰੀਬ ਵਿਕਦਾ। ਮੈਂ ਉਦਾਹਰਨ ਦਿੱਤੀ ਸੀਗੀ 2 ਜਾਂ 3 ਰੁਪਏ ਇਕੁਆਡੋਰ ਦੀ ਐਗਜ਼ਾਮਪਲ ਦਿੱਤੀ ਸੀਗੀ ਕੇਲਿਆਂ ਦੀ। ਸੋ ਇਹ ਜਿਹੜੀ ਡਿਸਪੈਰਿਟੀ ਹੈ ਉਹਦੇ ਤੇ ਕਬਜ਼ਾ ਕਰਨ ਲਈ ਇਹਨਾਂ ਨੇ ਤਕਰੀਬਨ ਸ਼ੁਰੂ ਤੋਂ ਹੀ ਅਡਾਨੀ ਅੰਬਾਨੀ ਦੀ ਜੇਬ 'ਚ ਮਿਸਟਰ ਮੋਦੀ, ਤੇ ਜਦੋਂ ਦੇ ਆਏ ਨੇ ਇਹਨਾਂ ਦੇ ਸਾਰੇ ਹੀ ਕਾਰਨਾਮੇ। ਹੁਣ ਇੱਕ ਨਵੀਂ ਅੱਜ ਦੀ ਡਿਵੈਲਪਮੈਂਟ ਹੈ ਕਿ ਇਹਦੇ ਜਿੰਨੇ ਵੀ ਫੋਰਨ ਟ੍ਰਿਪ ਸੀਗੇ ਐਕਚੁਅਲੀ ਸਭ ਦਾ ਪਰਪਸ ਅਡਾਨੀ ਅੰਬਾਨੀ ਨੂੰ ਬੈਨੀਫਿਟ ਕਰਨ ਲਈ ਸੀਗਾ। ਮੈਂ ਆਪਦੇ ਟੌਪਿਕ ਵੱਲ ਆਵਾਂ। ਜੋ ਕੁਛ ਇਸ ਪਾਲਿਸੀ ਦੇ ਅੰਡਰ ਇਹਨੇ ਕੀਤਾ, ਠੀਕ ਹੈ, ਆਪਣੀ ਗੁਰੂ ਨਾਨਕ ਦੇ ਸਿੱਖਾਂ ਸਾਡਾ ਆਵਾਜ਼ ਚੱਕਣਾ ਫਰਜ਼ ਹੈ ਇਕੁਐਲਿਟੀ ਦਾ ਤੇ ਬ੍ਰਦਰਹੁੱਡ ਦਾ। ਇਹੀ ਕਾਰਨ ਹੈ ਕਿ ਆਪਣੇ ਨਾਲ ਹੋਰਾਂ ਪ੍ਰਾਂਤਾਂ ਤੋਂ ਹਰ ਇੱਕ ਵਰਗ ਦੇ ਇੰਪਲੋਈਜ਼, ਕਰਮਚਾਰੀ, ਅਫਸਰ, ਫੌਜੀ, ਹੋਰ ਤਾਂ ਹੋਰ ਅੱਜ ਬਲਾਈਂਡ ਮੈਨ ਜਾ ਰਹੇ ਨੇ। 25-26 ਤਰੀਕ ਤੱਕ ਡੱਬਵਾਲੀ ਤੋਂ ਜਥਾ ਜਾ ਰਿਹਾ, ਲੁਧਿਆਣੇ ਤੇ ਜਲੰਧਰ ਤੋਂ 25-30 ਹਜ਼ਾਰ ਦਾ ਹੋਰ ਜਾ ਰਿਹਾ। ਹੁਣ ਇੱਕ ਗੱਲ ਸਾਬਤ ਕਲੀਅਰ ਹੋ ਗਈ, ਸਾਰੇ ਕੰਟਰੀ ਨੂੰ ਤਕਰੀਬਨ ਪਤਾ ਚੱਲ ਗਿਆ ਕਿ ਪੰਜਾਬੀ ਬੈਠੇ ਨੇ ਉੱਥੇ। ਮੈਂ ਖਾਲਸੇ ਨਹੀਂ ਕਹਿਣਾ ਚਾਹੁੰਦਾ, ਕੁਦਰਤੀ ਪੰਜਾਬੀਆਂ ਦੇ ਨਾਲ ਜਦੋਂ ਪੱਗਾਂ ਦਿਖਦੀਆਂ ਉਹ ਖਾਲਸਾ ਰੂਪ ਤਕਰੀਬਨ ਦਿਖਦੇ ਆ, ਪਰ ਹਰ ਇੱਕ ਪੰਜਾਬੀ 'ਚ ਵੀ ਗੁਰੂ ਨਾਨਕ ਵਸਦਾ। ਅਸੀਂ ਲੰਗਰ ਲਾਏ ਹੋਏ ਨੇ, ਪੁਲਿਸ ਨੂੰ ਖਿਲਾ ਰਹੇ ਹਾਂ, ਦਿੱਲੀ ਦੇ ਗਰੀਬ ਲੋਕ ਆ ਕੇ ਛਕ ਰਹੇ ਨੇ। ਸਾਡੀ ਜਿਹੜੀ ਕੰਟਰੀਬਿਊਸ਼ਨ ਆ ਆਲਰੇਡੀ ਭਾਈਵਾਲਤਾ ਵਾਲੀ, ਅਸੀਂ ਉਹ ਲੈ ਕੇ ਗਏ ਹਾਂ ਉੱਥੇ। ਅਸੀਂ ਹੁਣ ਜਿਹੜਾ ਇਸ਼ੂ ਵੀ ਉਠਾਇਆ ਉਹਦੇ ਤੇ ਵੀ ਅਸੀਂ ਇਹੀ ਕੰਮ ਕਰ ਰਹੇ ਹਾਂ ਕਿ ਹਰ ਇੱਕ ਨੂੰ ਇਹਨਾਂ ਤੋਂ ਜਿਹੜੀ ਡਿਸਪੈਰਿਟੀ ਆ, ਸਗੋਂ ਜਿਹੜੀ ਅੰਬਾਨੀਜ਼ ਦੀ ਵੈਲਥ ਵੱਧ ਰਹੀ ਹੈ ਤੇ ਅਡਾਨੀਜ਼ ਦੀ ਵੱਧ ਰਹੀ ਹੈ, ਕੰਟਰੀ ਗਰੀਬ ਹੋ ਰਿਹਾ, ਕਿਸਾਨ ਗਰੀਬ ਹੋ ਰਿਹਾ, ਉਹਦੇ ਲਈ ਆਪਾਂ ਇਹ ਮੁੱਦਾ ਉਠਾਇਆ। ਤੇ ਪਰ ਮੈਨੂੰ ਇੱਕ
ਬੜੀ ਖਦਸ਼ੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਮੋਦੀ ਨੂੰ ਹੁਣ ਕਲੀਅਰ ਪਤਾ ਚੱਲ ਗਿਆ ਕਿ ਹਾਲਾਤ, ਪੀਅਰ ਪ੍ਰੈਸ਼ਰ ਵੀ ਆ ਉਹਦੇ ਤੇ, ਇੰਟਰਨੈਸ਼ਨਲ ਪ੍ਰੈਸ਼ਰ ਵੀ ਪੈਣਾ ਸ਼ੁਰੂ ਹੋ ਗਿਆ। ਬਾਹਰਲੀਆਂ ਚੈਨਲਸ ਵੀ ਕਵਰ ਕਰ ਰਹੀਆਂ, ਲਾਅ ਮੇਕਰਸ ਵੀ ਕਰ ਰਹੇ ਨੇ, ਕੈਨੇਡੀਅਨ ਪਾਰਲੀਮੈਂਟ, ਅਮਰੀਕਨ ਲਾਅ ਮੇਕਰਸ ਨੇ ਕੀਤਾ, ਤੇ ਹਰ ਇੱਕ ਜਗ੍ਹਾ NRIs ਵੀ ਬੈਠੇ, ਡਿਪਲੋਮੈਟਿਕ ਮਿਸ਼ਨਸ ਤੋਂ ਉਹਨਾਂ ਨੂੰ ਫੀਡਬੈਕ ਪਹੁੰਚ ਰਹੀ ਹੈ। ਸੋ ਜਿੱਥੋਂ ਤੱਕ ਆਪਾਂ ਭਾਵੇਂ ਕਹਿ ਲਈਏ ਕਿ ਮੋਦੀ ਡਰਿਆ ਹੋਇਆ ਕੰਟਰੀ ਦਾ ਪ੍ਰਧਾਨ ਮੰਤਰੀ ਹੈ, ਅਸੀਂ 2-2.5% ਦੀ ਵਿਜ਼ੀਬਿਲਟੀ ਨਾਲ ਜਿਸ ਮੁਕਾਮ ਤੇ ਪਹੁੰਚੇ ਹਾਂ, ਸਾਨੂੰ ਇਸ ਤੇ ਇਹ ਨਹੀਂ ਖੁਸ਼ ਹੋ ਜਾਣਾ ਚਾਹੀਦਾ ਕਿ ਸਾਡੇ ਨਾਲ ਹੁਣ ਅਸੀਂ ਗਾਇਕ ਵੀ ਆ ਗਏ, ਕਲਾਕਾਰ ਵੀ ਆ ਗਏ, ਤੇ ਸਾਡੇ 'ਚ ਹਰ ਇੱਕ ਤਰ੍ਹਾਂ ਗੁਰੂ ਕੀ ਲਾਡਲੀਆਂ ਫੌਜਾਂ ਵੀ ਆ ਗਈਆਂ, ਅਸੀਂ ਪਤਾ ਨਹੀਂ ਦਿੱਲੀ ਜਿੱਤਣ ਚੱਲੇ ਹਾਂ। ਬਿਲਕੁਲ ਨਹੀਂ। ਪ੍ਰੋਬਲਮ ਨੂੰ ਥਾਂ ਹਾਲੇ ਵੀ ਬਹੁਤ ਹੈ। ਹੋ ਸਕਦਾ ਕਿਉਂਕਿ ਇਹ ਮੁੱਦੇ ਪਿਛਲੇ 20-25 ਸਾਲ ਤੋਂ ਵੀ ਰਿੜਕਦੇ ਆ ਰਹੇ ਆ, ਕਾਂਗਰਸ ਵੇਲੇ ਵੀ ਰਿੜਕੇ ਨੇ, ਬਾਦਲਾਂ ਤੇ ਬਾਦਲਾਂ ਦੇ ਪਰਿਵਾਰ ਨੇ ਵੀ ਇਹਦੀ ਹਾਮੀ ਭਰੀ ਆ ਪਹਿਲਾਂ। ਹੁਣ ਖਤਰੇ ਵਾਲੀ ਗੱਲ ਇਹ ਹੈ ਕਿ ਇਹ 'ਚ ਕੋਈ ਆਪਣਾ ਐਵੇਂ ਜਿੱਤ ਦੇ ਡੰਕੇ ਨਗਾਰੇ ਨਾ ਕੱਢੇ ਫਿਰੀਏ ਕਿ ਮੋਦੀ ਨੇ ਹੋ ਸਕਦਾ ਹੈ ਇਸ ਚੋਂ ਬੈਕ ਆਊਟ ਕਰ ਲਵੇ। ਟੈਕਨੀਕਲੀ ਜਦੋਂ ਸ਼ਤਰੰਜ ਦੀ ਇਹੋ ਜਿਹੀ ਬਾਜੀ ਚੱਲ ਰਹੀ ਹੋਵੇ, ਇਹ ਬਿਲਕੁਲ ਪੋਸੀਬਲ ਹੈ ਕਿ ਉਹ ਇੱਕ ਸਟੈਪ ਵਾਪਸ ਲੈ ਲਵੇ, ਪਰ ਮਾਈਨਿਊਟਲੀ ਦੇਖਣ ਵਾਲੀ ਸਾਰੇ ਚੈਸ ਬੋਰਡ ਤੇ ਦੇਖਣਾ ਪੈਂਦਾ, ਇਕੱਲੇ ਇੱਕ ਪਾਸੇ ਨਹੀਂ ਦੇਖ ਕੇ ਚੱਲਿਆ ਜਾਂਦਾ, ਜਾਂ ਫੌਜੀ ਨੀਤੀ ਕਹਿ ਲਓ। ਉਹ ਬੜੀ ਖਤਰਨਾਕ ਇਹ ਹੈ ਕਿ ਜੇ ਇਹਨਾਂ ਨੇ SYL ਨਾਲ ਇਨਕਰੇਜ ਕਰ ਰਿਹਾ, ਮੈਂ ਅੱਜ ਇੱਕ ਵੀਡੀਓ ਦੇਖੀ ਸੀਗੀ ਜਿਹਦੇ 'ਚ ਇਹਨਾਂ ਨੇ BJP ਦਾ ਇੱਕ ਐਕਸਪੈਰੀਮੈਂਟ ਕੀਤਾ, 5-7 ਉਹਦੇ 'ਚ MLA ਪਹੁੰਚੇ ਹੋਏ ਸੀਗੇ, ਤੇ ਈਵਨ ਠੀਕ ਆ ਉਹਨੂੰ ਰਿਸਪੌਂਸ ਤਾਂ ਨਹੀਂ ਮਿਲਿਆ, ਪਰ ਜਦੋਂ ਆਪਾਂ ਨੂੰ ਪਤਾ ਕਿ ਕੰਟਰੀ ਦਾ ਪ੍ਰਧਾਨ ਮੰਤਰੀ ਇੱਕ ਪਾਵਰਫੁਲ ਬੰਦਾ ਤੇ ਉਹਦੇ ਕੋਲੇ ਬੈਕਿੰਗ ਬਹੁਤ ਤਕੜੀ ਹੈ, ਇਸ ਇਸ਼ੂ 'ਚ ਜੇ ਉਹਨੂੰ ਪੋਸਟਪੋਨ ਕਰਨਾ ਪੈ ਗਿਆ ਫॉर ਦਾ ਟਾਈਮਿੰਗ ਬੈਕ ਆਊਟ ਕਰਕੇ, ਆਪਾਂ ਨੂੰ ਕਿਸੇ ਨਾ ਕਿਸੇ ਹੋਰ ਮੁੱਦੇ 'ਚ ਉਲਝਾਉਣ ਦੀ ਤਿਆਰੀ 'ਚ ਨੇ ਉਹ। ਇਹ ਮਤ ਸੋਚਿਓ ਕਿ ਆਪਾਂ ਕਲੀਨ ਫੀਲਡ ਲੈ ਕੇ ਜਕਾਰੇ ਬੁਲਾਉਂਦੇ ਉੱਥੋਂ ਵਾਪਸ ਆ ਜਾਈਏ ਤੇ ਕਹੀਏ ਜੀ ਅਸੀਂ। ਇਹ ਵੀ ਤਾਂ ਸੋਚੋ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਉਹ ਇਸ਼ੂ ਨਹੀਂ ਸੀਗਾ, ਜਿਹੜਾ ਇਸ਼ੂ ਹੀ ਨਹੀਂ ਸੀਗਾ ਆਪਾਂ ਉਹਦੇ ਤੇ ਜਿੱਤ ਕਰਕੇ ਸੋਚੀਏ ਵੀ ਅਸੀਂ ਜਿੱਤ ਲਿਆ। ਆਪਾਂ ਜਿੱਤਿਆ ਕੀ? ਹੈਗੇ ਤਾਂ ਆਪਾਂ ਸਿਰਫ ਕਹਿੰਦੇ ਹੁੰਦੇ ਆ ਫੌਜ 'ਚ ਸਾਵਧਾਨ ਵਿਸ਼ਰਾਮ, ਸਾਵਧਾਨ ਵਿਸ਼ਰਾਮ। ਅਸਲ 'ਚ ਆਪਾਂ ਵਿਸ਼ਰਮ ਤੋਂ ਫੇਰ ਸਾਵਧਾਨ ਤੋਂ ਵਿਸ਼ਰਾਮ ਹੀ ਹੋਏ ਆ, ਜੈਸੇ ਥੇ ਹੀ ਹੋਵਾਂਗੇ। ਹਲੇ ਇਹ ਤਾਂ ਨਹੀਂ ਕਿ ਆਪਾਂ ਕੋਈ ਮੰਗ ਬਣਾ ਕੇ ਫਾਰਮਰ ਨੂੰ ਬੜੀ ਵੱਡੀ ਰਿਚਨੈਸ ਵੱਲ ਲੈ ਚੱਲੇ, ਨਹੀਂ, ਬਿਲਕੁਲ ਨਹੀਂ। ਸਾਡੀ ਪੰਜਾਬੀਅਤ, ਸਾਡੀ ਪੰਜਾਬੀ ਤੇ ਸਾਡਾ ਪੰਜਾਬ ਹਾਲੇ ਵੀ ਓਨਾ ਹੀ ਖਤਰੇ 'ਚ ਆ। ਇਸ ਇਸ਼ੂ ਤੋਂ ਬਾਅਦ ਵੀ ਸਾਡੇ ਇਸ਼ੂ ਅਸਲ 'ਚ ਪੁਰਾਣੇ ਹੀ ਨੇ। ਕੋਈ ਜਿੱਤ ਵਾਲੀ ਗੱਲ ਨਹੀਂ ਹੋਣੀ ਭਰਾਵੋ। ਜੇ ਆਪਾਂ ਇਹ ਵਾਪਸ ਆ ਵੀ ਗਏ ਦਿੱਲੀ ਤੋਂ ਜਿੱਤ ਕੇ, ਇਹ 3 ਇਸ਼ੂ ਲੈ ਕੇ ਜਿੱਤ ਕੇ, ਤਾਂ ਬੜੀ ਖਤਰੇ ਵਾਲੀ ਗੱਲ ਆ ਕਿ ਇਹਨਾਂ ਦੀ ਅਗਲੀ ਮੂਵ ਕੀ ਹੈ। ਬਹੁਤ ਅੱਛਾ, ਤੁਸੀਂ ਗਹਿਰਾਈ 'ਚ ਗਏ ਹੋ ਕਿ ਤੁਸੀਂ ਸਮੁੱਚੀ ਜਿਹੜੀ ਹੈਗੀ ਆ, ਜਿਹੜਾ ਸਾਡਾ ਭਵਿੱਖ ਆ, ਉਹਦੇ ਤੇ ਜੋ ਮਤਲਬ ਡਾਰਕ ਜਿਹੜੀ ਚੀਜ਼ ਆ ਉਹ ਪੱਖ ਪੇਸ਼ ਕੀਤਾ ਹੈ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਇਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਇੰਨੇ ਚਿਰ ਤੋਂ ਪੰਜਾਬੀ ਚੱਲਦੀ ਸੀ, ਉੱਥੇ ਜੰਮੂ ਦਾ ਇੱਕ ਰਿਟਾਇਰ ਹੋਇਆ ਹੁਣ ਡਿਪਟੀ ਕਮਿਸ਼ਨਰ ਹੈ, ਖਾਲਿਦ ਹੁਸੈਨ ਉਹਦਾ ਨਾਂ ਆ। ਉਹਨੇ 5 ਕਿਤਾਬਾਂ ਲਿਖੀਆਂ ਪੰਜਾਬੀ 'ਚ, ਇੱਕੋ ਇੱਕ ਮੁਸਲਮਾਨਾਂ 'ਚ ਲਿਖੀਆਂ, 3 'ਚ ਇਨਾਮ ਮਿਲਿਆ। ਉਹਨੇ ਉੱਥੇ ਪੰਜਾਬੀ ਸਾਹਿਤ ਸਭਾ ਬਣਾਈ ਹੋਈ ਹੈ। ਤਾਂ ਮੈਂ ਉਹਨੂੰ ਫੋਨ ਕੀਤਾ 2 ਹਫ਼ਤੇ ਪਹਿਲਾਂ, ਮੈਂ ਕਿਹਾ ਪੰਜਾਬੀ ਸਾਡੀ ਉੱਥੇ ਰਿਸਪੈਕਟ ਸੀ, ਉਹ ਪਾਸੇ ਕਿਉਂ ਕਰਤੀ? ਉਹ ਕਹਿੰਦਾ ਜੀ ਇਹ ਸਾਰੀ ਮੋਦੀ ਦੀ ਮਿਹਰਬਾਨੀ ਹੈ। ਤੇ ਮੈਂ ਕਿਹਾ ਤੁਸੀਂ ਰੌਲਾ ਨਹੀਂ ਪਾਇਆ? ਕਹਿੰਦਾ ਰੌਲਾ ਕੀ ਪਾਣਾ, ਅਸੀਂ 370 ਦੇ ਉੱਤੇ ਰੌਲਾ ਪਾਇਆ ਸੀ। ਸਾਡੇ ਹਰ ਮਹੱਲੇ 'ਚ ਮਿਲਟਰੀ ਖੜੀ ਹੈ, ਸਾਡੇ ਸੰਘ ਦੱਬ ਗਏ ਨੇ, ਅਸੀਂ ਉਹ ਐਡਾ ਜੁਗੀ ਮੁਸ਼ਾ ਉਹ ਨਹੀਂ ਸਾਡੇ ਕੋਲ ਰੌਲਾ ਪਾ ਹੋਇਆ। ਇੰਨੀ ਫੋਰਸ ਆ, ਇੰਨਾ ਸਾਡੇ ਤੇ ਦਬਾਅ ਆ। ਔਰ ਇਹ ਤੁਸੀਂ ਕਹਿੰਦਾ ਪੰਜਾਬੀ ਲਈ ਅਸੀਂ ਗੱਲ ਕੀਤੀ ਆ। ਸੋ ਕਹਿਣ ਦਾ ਮਤਲਬ ਉਹਨੇ ਕਿਹਾ ਕਿ ਤੁਹਾਡੇ ਤੇ ਹੋਰ ਵਾਰ ਹੋਣ ਲੱਗਾ। ਉਹ ਇਹ ਆ ਕਿ ਜੰਮੂ ਰੀਜਨ ਨੂੰ ਇਹ ਕੋਈ ਨਵੇਂ ਤਰੀਕੇ ਨਾਲ ਕੋਈ ਜ਼ੋਨਿੰਗ ਕਰਕੇ ਤੁਹਾਡਾ ਗੁਰਦਾਸਪੁਰ, ਤੁਹਾਡਾ ਥੋੜਾ ਜਿਹਾ ਅੰਮ੍ਰਿਤਸਰ, ਔਰ ਇਹ ਜਿਹੜਾ ਇੰਨਾ ਏਰੀਆ ਆ ਉਹਦਾ ਕੁਛ ਬਣਾ ਰਹੇ ਆ। ਉਹ ਪ੍ਰੋਜੈਕਟ ਕਹਿੰਦਾ ਮੈਨੂੰ ਪਤਾ ਲੱਗਾ, ਉਹ ਬੜਾ ਸੀਨੀਅਰ ਅਫਸਰ ਆ। ਸੋ ਇੱਧਰ ਦੇਖ ਲਓ ਕਿ ਜਿਹੜੇ ਕਿ ਕਿਸਾਨ ਉਠਾ ਕੇ ਲਗਾਏ ਸੀ, ਔਰ ਗੁਜਰਾਤ ਦੇ ਵਿੱਚ ਉਹਨਾਂ ਨੇ ਇੰਨੀ ਡਿਵੈਲਪਮੈਂਟ ਕੀਤੀ,
ਔਰ ਜਿਹੜੀ ਜ਼ਮੀਨ ਪਈ ਸੀ ਜਿਸ ਵੇਲੇ ਉਹਨਾਂ ਨੂੰ ਮਾਲਕੀ ਹੱਕ ਮਿਲੇ ਤਾਂ ਇਹਨਾਂ ਨੇ ਮੋਦੀ ਸਾਹਿਬ ਨੇ ਉਹ ਰੋਕ ਦਿੱਤੇ ਔਰ ਉਹਨਾਂ ਨਾਲ ਧੱਕਾ ਹੋ ਰਿਹਾ ਉੱਥੇ। ਇਹ ਜਿੱਥੇ ਵੀ ਪੰਜਾਬੀ ਗਏ ਨੇ ਉਹਨਾਂ ਦੇ ਪਤਾ ਨਹੀਂ ਤਾਂ ਕੀ ਇਹਨਾਂ ਨੂੰ ਕੋਈ ਵਹਿਮ ਪੈ ਗਿਆ ਕਿ ਉਹਨਾਂ ਦੀ ਡਿਵੈਲਪਮੈਂਟ 'ਚ ਅੜਿੱਕਾ, ਉਹਨਾਂ ਦਾ ਜੋ ਵੀ ਕੰਟਰੀਬਿਊਸ਼ਨ ਸੀ ਕੰਟਰੀ ਲਈ ਨਜ਼ਰਅੰਦਾਜ਼, ਔਰ ਇਹ ਸਮਝ ਤੋਂ ਬਾਹਰ ਆ ਕਿ ਇਹ ਸਾਰਾ ਕੁਛ ਹੀ ਇਹ ਹੋ ਰਿਹਾ। ਔਰ ਹੁਣ ਆ ਜਿਹੜੇ ਕਾਲੇ ਕਾਨੂੰਨ ਆ ਇਹਦੇ ਬਾਰੇ ਮੈਂ ਬੇਨਤੀ ਕਰੂੰਗਾ ਗੁਰਪ੍ਰੀਤ ਜੀ ਨੂੰ ਕਿ ਉਹ ਦੱਸਣ ਕਿ ਇਹਨਾਂ ਦਾ ਸਾਨੂੰ ਨੁਕਸਾਨ ਕੀ ਹੋਊਗਾ। ਗੁਰਪ੍ਰੀਤ ਜੀ। ਹਾਂਜੀ, ਪਹਿਲਾਂ ਤਾਂ ਸਾਰੇ ਫੇਸਬੁੱਕ ਚਰਚਾ ਤੇ ਜੁੜੇ ਹੋਏ ਸੱਜਣ ਤੇ ਜਿਹੜੇ ਆਪਣੇ ਨਾਲ ਸਰੋਤੇ ਜੁੜੇ ਹੋਏ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜਾ ਇਹ ਵੈਸੇ ਤਾਂ ਮਠਾਰੂ ਸਾਹਿਬ ਨੇ ਬਹੁਤ ਹੀ ਡਿਟੇਲ ਦੇ ਵਿੱਚ ਜਿਹੜੇ ਇਹ ਕਾਨੂੰਨ ਨੇ ਕਿਵੇਂ ਆਏ ਤੇ ਕਿਵੇਂ ਇਹਨਾਂ ਦਾ ਆਪਣੇ ਤੇ ਇੰਪੈਕਟ ਹੋ ਰਿਹਾ ਉਹਦੇ ਬਾਰੇ ਬੜੀ ਵਿਸਥਾਰ 'ਚ ਦੱਸਿਆ। ਫਿਰ ਗਰੇਵਾਲ ਸਾਹਿਬ ਨੇ ਵੀ ਬੜੇ ਡਿਟੇਲ ਦੇ ਵਿੱਚ ਉਸ ਚੀਜ਼ ਨੂੰ ਐਲੈਬੋਰੇਟ ਕੀਤਾ ਕਿ ਕਿਵੇਂ ਕਾਰਪੋਰੇਟ ਘਰਾਣਿਆਂ ਨੂੰ ਹਾਈਲਾਈਟ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਨੂੰ ਦੇਖਣੀ ਚਾਹੀਦੀ ਹੈ ਨਾ ਜੀ, ਉਹ ਆਪਾਂ ਇੱਕ ਕਹਾਵਤ ਸੁਣੀ ਆ, ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ। ਉਸ ਚੀਜ਼ ਦੇ ਵਿੱਚ ਮੈਂ ਚਾਹੁੰਦਾ ਵੀ ਆਪਾਂ ਸਾਰੇ ਜਿੱਦਾਂ ਜਿਹੜੇ ਆਪਣੇ ਭੈਣ ਭਰਾ ਚਾਹੇ ਬਾਹਰ ਬੈਠੇ ਨੇ ਚਾਹੇ ਆਪਾਂ ਪੰਜਾਬ 'ਚ ਅੱਜ ਇਹ ਲੜਾਈ ਲੜ ਰਹੇ ਆ, ਉਹਦੇ ਵਿੱਚ ਇਹ ਆ ਵੀ ਅਵੇਸਲਾਪਨ ਨਹੀਂ ਹੋਣਾ ਚਾਹੀਦਾ। ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਵੀ ਇਹ ਲੜਾਈਆਂ ਸਾਡੀਆਂ ਇੱਥੇ ਨਹੀਂ ਮੁੱਕਣੀਆਂ, ਜਿਹੜੇ ਪੁਰਾਣੇ ਮੁੱਦੇ ਤਾਂ ਉੱਥੇ ਦੇ ਉੱਥੇ ਹੀ ਖੜੇ ਆ। ਇਹ ਤੇ ਇੱਕ ਨਵੀਂ ਲੜਾਈ ਸਾਡੇ ਆਉਣ ਗੱਲ ਪਈ ਆ, ਅਸੀਂ ਉਹ ਜੇ ਜਿੱਤ ਕੇ ਵਾਪਸ ਵੀ ਜਾਂਦੇ ਆ ਵਾਪਸ ਆਪਾਂ ਉੱਥੇ ਹੀ ਖੜੇ ਆ ਜਿੱਥੋਂ ਆਪਾਂ ਚੱਲੇ ਸੀ। ਪਰ ਇੱਥੇ ਹੋ ਕੀ ਰਿਹਾ ਕਿ ਜਿਸ ਤਰੀਕੇ ਨੇ ਇਸ ਸਾਰੇ ਵਰਤਾਰੇ ਨੂੰ ਪੇਸ਼ ਕੀਤਾ ਜਾ ਰਿਹਾ, ਜਿਹੜਾ ਤਾਂ ਕਿਸਾਨੀ ਵਰਗ ਆ ਉਹਨੂੰ ਤਾਂ ਇਹ ਚੀਜ਼ ਮਹਿਸੂਸ ਹੋਣ ਲੱਗ ਪਈ ਆ, ਪਰ ਜਿਹੜਾ ਕਿਸਾਨੀ ਤੋਂ ਬਾਹਰ ਆ ਉੱਥੇ ਹਜੇ ਤੱਕ ਵੀ ਜਿਸ ਲੈਵਲ ਤੱਕ ਕਹਿ ਲਓ ਅਵੇਅਰਨੈਸ ਆਉਣੀ ਚਾਹੀਦੀ ਹੈ ਅਵੇਅਰਨੈਸ ਆ ਨਹੀਂ ਰਹੀ। ਹਾਂ, ਅੱਗੇ ਨਾਲੋਂ ਇੰਪਰੂਵਮੈਂਟ ਬਹੁਤ ਆਪਾਂ ਕਹਿ ਸਕਦੇ ਹਾਂ, ਪਰ ਫਿਰ ਵੀ ਮੈਨੂੰ ਐਵੇਂ ਲੱਗਦਾ ਵੀ ਜਿਵੇਂ ਜੇ ਇਸ ਆਪਾਂ ਇਕੱਲੇ ਕਾਨੂੰਨਾਂ ਦੀ ਗੱਲ ਨਹੀਂ ਹੈਗੀ ਵੀ ਇਹਨਾਂ ਕਾਨੂੰਨਾਂ ਤੋਂ ਸ਼ੁਰੂਆਤ ਕਰਕੇ ਅਗਰ ਦੇਸ਼ ਦੀ ਆਪਾਂ ਕੋਈ ਜਿਹੜੀ ਪਿਛਲੇ ਆਜ਼ਾਦੀ ਤੋਂ ਬਾਅਦ ਦੀ ਆਪਾਂ ਅਗਰ ਗੱਲ ਕਰੀਏ ਤੇ ਆਜ਼ਾਦੀ ਤੋਂ ਬਾਅਦ ਜਿਵੇਂ ਮਤਲਬ ਦੇਸ਼ ਦੀ ਤਰੱਕੀ ਹੋਣੀ ਚਾਹੀਦੀ ਸੀ ਉਵੇਂ ਹੋਈ ਨਹੀਂ ਹੈ ਤੇ ਔਰ ਦੇਸ਼ ਸਾਡਾ ਨਿਗਾਰ ਵੱਲ ਨੂੰ ਗਿਆ। ਤੇ ਅਗਰ ਉਸ ਚੀਜ਼ ਨੂੰ ਮੋੜਾ ਪਾਉਣਾ ਆ ਤੇ ਉਹਦੇ ਲਈ ਫਿਰ ਜਿਹੜੇ ਬਾਕੀ ਦੇ ਵਰਗ ਆ ਉਹਨਾਂ ਦਾ ਵੀ ਇਸ ਚੀਜ਼ ਬਾਰੇ ਸੁਚੇਤ ਹੋਣਾ ਬਹੁਤ ਜ਼ਰੂਰੀ ਆ। ਇੱਕ ਪਾਸੇ ਤਰੱਕੀ ਆਪਾਂ ਦੇਖਦੇ ਆ ਤੇ ਉਹ ਤਰੱਕੀ ਜਿਹੜੀ ਆ ਸਾਨੂੰ ਉਹਦੇ ਜਿਹੜੀ ਪ੍ਰਾਈਸ ਪੇ ਕਰਨੀ ਪੈਣੀ ਆ ਲੌਂਗ ਰਨ ਦੇ ਵਿੱਚ ਉਹ ਸਾਨੂੰ ਮਹਿਸੂਸ ਨਹੀਂ ਹੁੰਦੀ। ਤੇ ਉੱਥੇ ਹੁਣ ਕੀ ਆ ਵੀ ਜਿਹੜਾ ਸਾਰਾ ਸਿਸਟਮ ਹੈ, ਕੋਈ ਵੀ ਸਿਸਟਮ ਹੋਵੇ ਚਾਹੇ ਬਾਹਰਲੇ ਕੰਟਰੀਆਂ 'ਚ ਵੀ ਹੋਵੇ, ਜਦੋਂ ਕੋਈ ਸਿਸਟਮ ਕੁਝ ਕਾਰਪੋਰੇਸ਼ਨਸ ਨੂੰ ਜਾਂ ਕੁਝ ਇੱਕ ਵਰਗਾਂ ਨੂੰ ਪ੍ਰਮੋਟ ਕਰਨ ਜਾਂ ਉਹਨਾਂ ਦੇ ਹਿੱਤ ਪੂਰਨ ਦੇ ਉੱਪਰ ਤੁਲ ਜਾਂਦਾ ਆ ਤੇ ਉੱਥੇ ਫਿਰ ਜਿਵੇਂ ਗਰੇਵਾਲ ਸਾਹਿਬ ਨੇ ਬੜੀ ਬਾਰੀਕੀ ਨਾਲ ਸਮਝਾਈ ਆ ਸਾਨੂੰ ਇਹ ਗੱਲ, ਤੇ ਉੱਥੇ ਫਿਰ ਇਕਨੋਮਿਕ ਡਿਸਪੈਰਿਟੀ ਪੈਦਾ ਹੋ ਜਾਂਦੀ ਹੈ। ਉੱਥੇ ਇੱਕ ਪਾਸੇ ਆਪਾਂ ਤਰੱਕੀ ਦੇਖਦੇ ਹਾਂ, ਹਾਂ ਜੀ ਤਰੱਕੀ ਹੋ ਰਹੀ ਆ, ਪਰ ਦੂਸਰੇ ਪਾਸੇ ਆਪਾਂ ਕੀ ਦੇਖਦੇ ਆ ਵੀ ਉਸ ਤਰੱਕੀ ਦਾ ਜਿਹੜਾ ਫਲ ਆ ਉਹ ਸਾਰੇ ਵਰਗਾਂ ਨੂੰ ਬਰਾਬਰਤਾ ਨਾਲ ਨਹੀਂ ਮਿਲ ਰਿਹਾ। ਜਿਹੜੀ ਦੇਸ਼ ਦੀ GDP ਵੱਧ ਰਹੀ ਆ ਜਾਂ ਪ੍ਰੋਡਕਟਿਵਿਟੀ ਵੱਧ ਰਹੀ ਆ ਉਹ ਪ੍ਰੋਡਕਟਿਵਿਟੀ ਬਰਾਬਰ ਨਹੀਂ ਜਾ ਰਹੀ। ਸੋ ਇਸ ਕਰਕੇ ਮਤਲਬ ਇਹਦੇ ਨਾਲ ਕਈ ਆਰਥਿਕ ਚੀਜ਼ਾਂ ਜੁੜੀਆਂ ਹੋਈਆਂ ਨੇ। ਹੁਣ ਕੀ ਆ ਵੀ ਦੇਖੋ ਹਿੰਦੁਸਤਾਨ ਦੀ ਪਾਪੂਲੇਸ਼ਨ ਬਹੁਤ ਆ ਤੇ ਹੁਣ ਜੇ ਆਪਾਂ ਸਾਰਾ ਕੁਝ ਕਾਰਪੋਰੇਟ ਕਰ ਦਿੰਦੇ ਆ ਜਿਵੇਂ ਇਹ ਸੋਚਦੇ ਆ, ਜੇ ਉਵੇਂ ਹੋਣਾ ਸ਼ੁਰੂ ਹੋ ਜਾਏ ਤੇ ਕਾਰਪੋਰੇਸ਼ਨਸ ਆਪਾਂ ਨੂੰ ਪਤਾ ਹੀ ਆ ਵੀ ਕੀ ਕਰਦੀਆਂ ਨੇ। ਆਪਾਂ ਵੈਸਟਰਨ ਕੰਟਰੀਜ਼ ਜਾਂ ਡਿਵੈਲਪ ਕੰਟਰੀਜ਼ ਬੈਠ ਕੇ ਦੇਖਿਆ ਵੀ ਜਿਹੜਾ ਕੰਮ ਕਹਿ ਲਓ ਵੀ ਉਹ ਬਹੁਤ ਸਾਰੇ ਬੰਦੇ ਕਰਦੇ ਆ, ਥੋੜਿਆਂ ਤੋਂ ਕਰਾਉਂਦੇ ਆ, ਐਫੀਸ਼ੀਐਂਸੀ ਵੱਧ ਜਾਂਦੀ ਆ, ਪ੍ਰੋਡਕਟਿਵਿਟੀ ਵੱਧ ਜਾਂਦੀ ਆ, ਪਰ ਉਸ ਪ੍ਰੋਡਕਟਿਵਿਟੀ ਦਾ ਜਿਹੜਾ ਐਕਚੁਅਲੀ ਬੈਨੀਫਿਟ ਆ ਉਹ ਤਾਂ ਜਿਹੜੇ ਉੱਪਰ ਬੈਠੇ ਸ਼ੇਅਰ ਹੋਲਡਰਸ ਨੇ ਜਾਂ ਜਿਹੜੇ ਉੱਪਰ ਅਮੀਰ ਬੰਦੇ ਨੇ ਜਿਹੜੇ ਉਹਨਾਂ ਨੂੰ ਫੰਡ ਕਰ ਰਹੇ ਨੇ ਜਾਂ ਮਾਲਕ ਨੇ ਉਹਨਾਂ ਨੂੰ ਪਹੁੰਚਦਾ। ਪਰ ਜਿਹੜਾ ਗਰਾਊਂਡ ਲੈਵਲ ਦੇ ਉੱਪਰ ਵਰਕਰ ਕੰਮ ਕਰ ਰਿਹਾ ਉਹਦੀ ਜਿਹੜੀ ਕੋਈ ਸਿਚੁਏਸ਼ਨ ਆ ਉਹ ਬਾਹਲੀ ਵਧੀਆ ਨਹੀਂ ਬਣ ਰਹੀ। ਹੁਣ ਇਹਦਾ ਕੀ ਆ ਵੀ ਜੇ ਆਪਾਂ ਇਹਨੂੰ ਇਮੀਡੀਏਟਲੀ ਦੇਖੀਏ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਉਹ ਚਾਹੁੰਦੇ ਇਹ ਆ ਵੀ ਜਿਹੜਾ ਪੰਜਾਬ ਦਾ ਮਤਲਬ ਜ਼ਮੀਨ ਦਾ ਮਾਲਕ ਆ ਤੇ ਜਿਹੜਾ ਆਪਣੀ ਮਤਲਬ ਐਜ਼ ਏ ਐਂਟਰਪ੍ਰੈਨਿਓਰ ਦਿਨ ਰਾਤ ਕੰਮ ਕਰਕੇ ਵੱਧ ਘੰਟੇ ਲਾ ਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਰਿਹਾ, ਆਪਣੀ ਹੈ ਤੇ ਬੜੀ ਇਸ ਵੇਲੇ ਜਿਵੇਂ ਆਪਾਂ ਗਰੇਵਾਲ ਸਾਹਿਬ ਨੇ ਕਿਹਾ ਵੀ ਬੜੇ ਹਾਲਾਤ ਕੋਈ ਏਦਾਂ ਨਹੀਂ ਹੈ ਜਾਂ ਈਵਨ
ਆਪਣੇ ਮਠਾਰੂ ਸਾਹਿਬ ਨੇ ਵੀ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਆ ਜਾਂ ਈਵਨ ਸਾਰੇ ਦੇਸ਼ ਦਾ ਕਿਸਾਨ ਆ ਕੋਈ ਏਦਾਂ ਨਹੀਂ ਹੈ ਵੀ ਕੋਈ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ, ਪਰ ਸੋਚ ਕੇ ਦੇਖੋ ਵੀ ਆਪਾਂ ਉਹਨੂੰ ਦਿਹਾੜੀਦਾਰ ਬਣਾ ਦੇਣਾ, ਉਹਨੂੰ ਆਪਾਂ ਦਿਹਾੜੀਦਾਰ ਬਣਾ ਦੇਣਾ। ਉਹ ਹੁਣ ਕੰਟਰੈਕਟ ਖੇਤੀ 'ਚ ਕੀ ਆ ਵੀ ਉਹ ਪ੍ਰੋਫਿਟੇਬਲ ਨਹੀਂ ਰਹਿਣੀ, ਜ਼ਮੀਨ ਵੇਚਣ ਲਈ ਮਜਬੂਰ ਹੋਊਗਾ, ਦਿਹਾੜੀਦਾਰ ਦੇ ਤੌਰ ਤੇ ਕੰਮ ਕਰੂਗਾ, ਤੇ ਫਿਰ ਇਹ ਆ ਵੀ ਉਹਨੂੰ ਆਪਾਂ ਮਤਲਬ ਜਿਵੇਂ ਆਟੇ ਦੀ ਗੱਲ ਹੋਈ ਆ, ਇੱਕ ਬਹੁਤ ਸੋਹਣੀ ਸੱਜਣ ਨੇ ਫੇਸਬੁੱਕ ਤੇ ਬੜੀ ਵੀਡੀਓ ਪਾਈ ਸੀਗੀ ਵੀ ਇਹ ਸਸਤੇ ਭਾਅ ਮੱਕੀ ਖਰੀਦ ਕੇ ਤੁਹਾਨੂੰ 150 ਰੁਪਏ ਮਿਲਣੀ ਆ, ਔਰ ਫਿਰ ਮੁੜ ਕੇ 150 ਰੁਪਏ ਦਾ ਤੁਹਾਡੇ ਤੋਂ ਸਾਗ ਦੇ ਵਿੱਚ ਅੱਲਣ ਵੀ ਨਹੀਂ ਪੈਣਾ। ਸੋ ਇਹ ਜਿਹੜੀ ਚੀਜ਼ ਆ, ਛੋਟਾ ਦੁਕਾਨਦਾਰ ਖਤਮ ਹੋ ਜਾਣਾ, ਵੱਡੀਆਂ ਕਾਰਪੋਰੇਸ਼ਨਸ, ਵੱਡੇ ਮਾਲ ਬਣ ਜਾਣੇ ਨੇ। ਜਿਵੇਂ ਤਾਂ ਆਪਾਂ ਆਲਰੇਡੀ ਦੇਖ ਹੀ ਰਹੇ ਹਾਂ ਨਾ ਵੀ ਜਿਹੜਾ ਛੋਟਾ ਕਾਰੋਬਾਰ ਆ ਉਹਨੂੰ ਵੱਡਾ ਕਾਰੋਬਾਰ ਖਾਈ ਜਾ ਰਿਹਾ। ਹੁਣ ਜਿਹੜਾ ਵੱਡਾ ਜਦੋਂ ਛੋਟਾ ਕਾਰੋਬਾਰ ਐਲੀਮੀਨੇਟ ਹੋ ਗਿਆ, ਉਹ ਕੀ ਕਰੂਗਾ? ਉਹਦੇ ਬੱਚੇ ਕੀ ਕਰਨਗੇ? ਜੇ ਕਿਸੇ ਦੀ ਹੁਣ 15-20 ਕਿੱਲੇ ਜ਼ਮੀਨ ਆ, ਜੇ ਕੋਈ ਹੈ, ਪਹਿਲੀ ਗੱਲ ਤਾਂ ਹੁਣ ਇੰਨੀਆਂ ਜ਼ਮੀਨਾਂ ਰਹੀਆਂ ਨਹੀਂ, ਜੇ ਕਿਸੇ ਦੀ 15-20 ਕਿੱਲੇ ਜ਼ਮੀਨ ਹੈ, ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਘੱਟੋ ਘੱਟ ਥੋੜੀ ਜੀ ਸੈਂਸ ਆਫ ਸੇਫਟੀ ਹੁੰਦੀ ਆ ਵੀ ਚੱਲ ਜੇ ਯਾਰ ਕੁਝ ਹੋਰ ਨਾ ਹੋਇਆ ਤੇ ਮਿਹਨਤ ਕਰਕੇ ਰੋਟੀ ਤਾਂ ਖਾਵਾਂਗੇ ਨਾ। ਹੁਣ ਜਦੋਂ ਉਹਨੂੰ ਉਹਨੇ ਜੋਗਾ ਵੀ ਆਪਾਂ ਨਹੀਂ ਛੱਡਣਾ, ਤੇ ਫਿਰ ਉੱਥੇ ਆ ਵੀ ਇਹਦਾ ਜਿਹੜਾ ਮਤਲਬ ਕਹਿ ਲਓ ਬਈ ਮਤਲਬ ਯਾਨੀ ਕਿ ਪੰਜਾਬ ਦੀ ਜਿਹੜੀ ਆ ਤਬਾਹੀ ਮਤਲਬ ਉਹ ਤੈਅ ਆ। ਇਕੱਲੇ ਪੰਜਾਬ ਦੀ ਨਹੀਂ, ਜਿਹੜੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ, ਜਿੱਦਾਂ ਹੁਣ ਬਿਹਾਰ ਦੀਆਂ ਐਗਜ਼ਾਮਪਲਾਂ, ਬਿਹਾਰ ਦੀਆਂ ਵੀਡੀਓ ਸਾਹਮਣੇ ਆਪਣੇ ਆ ਰਹੀਆਂ ਨੇ ਵੀ ਉਹ ਕਿਵੇਂ ਮਤਲਬ ਉੱਥੋਂ ਦਾ ਜਿਹੜਾ ਮਤਲਬ ਕਿਸਾਨ ਆ ਉਹ ਬੜਾ ਗਰੀਬ ਹੁੰਦਾ ਜਾ ਰਿਹਾ। ਸੋ ਬੋਟਮ ਲਾਈਨ ਇਹ ਹੈ ਜੀ ਵੀ ਜਿਹੜੇ ਤਾਂ ਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹੋਏ ਨੇ, ਉਹ ਤਾਂ ਆਪਾਂ ਹੁਣ ਦੇਖੋ ਸਾਰੇ ਖੇਤੀਬਾੜੀ ਵਾਲੇ ਖਿੱਤਿਆਂ ਚੋਂ ਆਏ ਆ, ਸਾਡੇ ਪਰਿਵਾਰਾਂ ਦੇ ਵਿੱਚ ਖੇਤੀ ਚੱਲਦੀ ਸੀ, ਠੀਕ ਹੈ, ਅੱਜ ਆਪਾਂ ਇੱਥੇ ਆ ਗਏ ਆ ਤੇ ਅਸੀਂ ਉਸ ਮਿੱਟੀ ਦੇ ਜੰਮੇ ਹੋਏ ਆ, ਸਾਡਾ ਉੱਥੇ ਪਿਆਰ ਆ, ਤੇ ਆਪਾਂ ਤਾਂ ਬੜੇ ਹਾਈ ਮਤਲਬ ਕਹ ਲਓ ਵੀ ਜ਼ੋਰ ਸ਼ੋਰ ਦੇ ਨਾਲ ਇਸ ਚੀਜ਼ ਦਾ ਕਰ ਰਹੇ ਆ। ਪਰ ਜਿਹੜੇ ਦੂਸਰੇ ਕਹ ਲਓ ਵੀ ਕਾਰੋਬਾਰ ਵਾਲੇ ਬੰਦੇ ਹੈਗੇ ਨੇ, ਜਾਂ ਦੂਸਰੇ ਟ੍ਰੇਡਸ ਵਾਲੇ ਬੰਦੇ ਨੇ, ਜੌਬ ਵਾਲੇ ਬੰਦੇ ਨੇ, ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਕਹ ਲਓ ਵੀ ਅਵੇਅਰ ਹੋਣ ਦੀ ਲੋੜ ਆ। ਸਾਡੀ ਵੀ ਡਿਊਟੀ ਆ ਵੀ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਹਾਈਲਾਈਟ ਕਰੀਏ ਵੀ ਜਿੱਥੇ ਆ ਵੀ ਉਹਨਾਂ ਨੂੰ ਐਜੂਕੇਟ ਕਰੀਏ ਵੀ ਤੁਸੀਂ ਆਪਣੇ ਥਾਂ ਤੇ ਬੈਠ ਕੇ ਵੀ ਦੇਖੋ ਵੀ ਤੁਹਾਡੇ ਤੇ ਕਿਵੇਂ ਅਸਰ ਕਰੂਗਾ। ਸੋ ਜਿਹੜਾ ਇਹਦਾ ਆਰਥਿਕ ਹੈ ਨਾ ਜੀ, ਉਹ ਤਾਂ ਦੇਖੋ ਇਹ ਆ ਕਿ ਇਕਨੋਮਿਕ ਡਿਸਪੈਰਿਟੀ ਜਿਹੜੀ ਆ ਉਹ ਜ਼ਿਆਦਾ ਹੋਰ ਵਧੂਗੀ, ਗਰੀਬ ਹੋਰ ਗਰੀਬ ਹੋਊਗਾ, ਮਿਡਲ ਕਲਾਸ ਇਨਕਮ ਚੋਂ ਵੀ ਬਹੁਤੇ ਜਿਹੜੇ ਬੰਦੇ ਆ ਉਹ ਗਰੀਬੀ ਰੇਖਾ ਵੱਲ ਨੂੰ ਧੱਕੇ ਜਾਣਗੇ। ਹਾਂ, ਜਿਵੇਂ ਮਠਾਰੂ ਸਾਹਿਬ ਨੇ ਗੱਲ ਕੀਤੀ ਸੀ ਸਰਵਾਈਵਲ ਆਫ ਦਾ ਫਿਟੈਸਟ, ਤੇ ਉਹਦੇ ਵਿੱਚ ਫਿਰ ਕੀ ਹੋਊਗਾ ਜੀ ਵੀ ਕੁਛ ਕੁ ਬੰਦੇ ਜਿਹੜੇ ਆਪ ਦੀ ਸਿਆਣਪ ਨਾਲ, ਆਪ ਦੇ ਜ਼ੋਰ ਨਾਲ ਮਿਡਲ ਕਲਾਸ ਤੋਂ ਉੱਪਰਲੀ ਲੈਡਰ ਤੇ ਪੌਡੇ ਤੇ ਕਲਾਈਮ ਕਰ ਜਾਣਗੇ, ਉਹਨਾਂ ਦੀ ਗਿਣਤੀ ਬਹੁਤ ਥੋੜੀ ਹੋਊਗੀ। ਮੈਜੋਰਟੀ ਜਿਹੜਾ ਤੁਹਾਡਾ ਵਰਗ ਆ ਆਪਣੇ ਸਮਾਜ ਦਾ, ਉਹ ਥੱਲੇ ਨੂੰ ਪੁਸ਼ ਕੀਤਾ ਜਾਊਗਾ। ਤੇ ਔਰ ਉਹਦਾ ਫਿਰ ਲੌਂਗ ਰਨ 'ਚ ਇਹੀ ਹੁੰਦਾ ਵੀ ਜਾਂ ਤਾਂ ਕੰਟਰੀ ਦਾ ਪੱਠਾ ਹੋਰ ਬੈਠੂਗਾ, ਜਾਂ ਦੇਸ਼ ਦੇ ਵਿੱਚ ਅਨਰਸਟ ਫੈਲੂਗੀ। ਠੀਕ ਹੈ, ਇਹ ਇਸ ਕਰਕੇ ਹੈ ਜੀ ਵੀ ਇਹਦੇ ਆਰਥਿਕ ਜਿਹੜੇ ਆ ਉਹ ਬਹੁਤ ਜ਼ਿਆਦਾ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਵੀ ਹਾਂ ਜੀ 3 ਬਿੱਲ ਆ, 3 ਬਿੱਲ ਮਾਫ ਕਰ ਦਿਓ, ਜਾਂ ਇਹ ਸਿਰਫ ਕਿਸਾਨੀ ਨਾਲ ਜੁੜੇ ਹੋਏ ਨੇ। ਮੈਂ ਆਸ ਕਰਦਾ ਵੀ ਆਪਣਾ ਭਾਈਚਾਰਾ ਜਿਸ ਤਰੀਕੇ ਨਾਲ ਹੁਣ ਆਪਾਂ ਸਾਰੇ ਜਾਣੇ ਅਵੇਅਰ ਹੋਏ ਆ, ਆਪਾਂ ਸਮਾਂ ਬਣਾ ਰਹੇ ਆ, ਸਮਾਂ ਕੱਢ ਰਹੇ, ਇਨਵੋਲਵ ਹੋਏ ਆ, ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ ਵੀ ਇਹਦੇ ਪਿੱਛੇ ਜਿਹੜੀ ਮਤਲਬ ਇੱਕ ਲੰਮੀ ਕਾਰਪੋਰੇਸ਼ਨਸ ਦੀ ਗੇਮ ਚੱਲ ਰਹੀ ਆ ਉਹ ਕਿਵੇਂ ਚੱਲ ਰਹੀ ਆ। ਦੇਖੋ ਹੁਣ ਇਹ ਵੀ ਵੀਡੀਓ ਸਾਹਮਣੇ ਆ ਰਹੀਆਂ ਨੇ ਵੀ ਲਾ ਹੁਣ ਪਾਸ ਕੀਤੇ ਆ ਤੇ ਗਦਾਮ ਉਹਨਾਂ ਦੇ ਪਹਿਲਾਂ ਹੀ ਬਣੇ ਹੋਏ ਨੇ। ਹੁਣ ਕਾਨੂੰਨ ਪਹਿਲਾਂ ਇਹ ਆ ਵੀ ਜਿਹੜੀਆਂ ਖਾਣ ਪੀਣ ਵਾਲੀਆਂ ਬੁਨਿਆਦੀ ਵਸਤਾਂ ਆ, ਤੁਸੀਂ ਉਹਨਾਂ ਦੀ ਹੋਲਡਿੰਗ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦਾ ਭੰਡਾਰ ਨਹੀਂ ਕਰ ਸਕਦੇ, ਤੇ ਇਹਨਾਂ ਨੇ ਉੱਥੇ ਸਟੋਰੇਜ ਉਹ ਸਾਈਲੋ ਸੈਂਟਰਸ ਬਣਾਤੇ ਆ ਵੀ ਜਿੱਥੇ ਲੰਮੇ ਸਮੇਂ ਲਈ ਅਨਾਜ ਨੂੰ ਸਟੋਰ ਕੀਤਾ ਜਾ ਸਕਦਾ। ਸੋ ਇਹਦੀ ਬਹੁਤ ਜ਼ਿਆਦਾ ਸਾਰੇ ਸੱਜਣਾਂ ਨੇ ਬਹੁਤ ਵਿਸਥਾਰ ਨਾਲ ਦੱਸਿਆ ਤੇ ਇਹਦੇ ਬੜੇ ਇਕਨੋਮਿਕ ਹੈਗੇ ਨੇ। ਪਰ ਇਹਦੇ ਆ ਵੀ ਮੈਂ ਥੋੜੇ ਜਿਹੇ ਸਮਾਂ ਹੋਰ ਲਵਾਂਗਾ, ਇਹਦੇ ਆਪਾਂ ਥੋੜੇ ਜਿਹੇ ਹੋਰ ਜਿਹੜੇ ਪੱਖ ਸਾਹਮਣੇ ਸਾਡੇ ਆਏ ਆ ਕਿ ਇਵੇਂ ਕਹਿ ਲਓ ਵੀ ਜੇ ਆਪਾਂ ਹੁਣ ਬੇਸ਼ੱਕ ਇਹ ਇੱਕ ਕਹਿ ਲਓ ਵੀ ਸਾਂਝੀਵਾਲਤਾ ਦਾ ਮੁੱਦਾ ਆ, ਪਰ ਇਹ ਆ ਵੀ ਬਹੁਤੇ ਤੌਰ ਤੇ ਜਿਹੜਾ ਲੀਡਰਸ਼ਿਪ ਦਾ ਰੋਲ ਆ ਪੰਜਾਬ ਨੇ ਨਿਭਾਇਆ। ਪੰਜਾਬ ਦੇ ਵਿੱਚ ਮਤਲਬ ਜਿਹੜੀ ਹਜੇ ਤੱਕ ਵੀ ਸਿੱਖਾਂ ਦੀ ਜਿਹੜੀ ਆ ਉਹ ਗਿਣਤੀ ਵੱਧ ਆ, ਤੇ ਮਤਲਬ ਇਹਨੂੰ ਮੈਂ ਧਰਮ ਵਾਲੇ ਪਾਸੇ ਨਹੀਂ ਲਿਜਾ ਰਿਹਾ, ਪਰ ਇਹ ਆ ਵੀ ਫਿਰ ਵੀ ਸਿੱਖਾਂ ਦਾ ਇੱਕ ਮੋਹਰੀ ਰੋਲ ਆ ਇਹਦੇ ਵਿੱਚ। ਚਾਹੇ ਆਪਾਂ ਸਿੱਖਾਂ ਦਾ ਕਹਿ ਲਈਏ, ਚਾਹੇ ਪੰਜਾਬੀਆਂ ਦਾ ਕਹਿ ਲਈਏ, ਬੜੀ ਸੋਚੀ ਸਮਝੀ ਚਾਲ ਦੇ ਨਾਲ ਸਾਡੀਆਂ ਜਿਹੜੀਆਂ ਬਹੁਤ ਹੀ ਅਮੀਰ ਵਿਰਸਾ ਸੀ, ਸਾਡੀਆਂ ਜਿਹੜੀਆਂ ਖੂਬੀਆਂ ਸੀ, ਉਹਨਾਂ ਤੇ ਨਾ ਮਿੱਟੀ ਕੱਟਾ ਪਾ ਦਿੱਤਾ ਗਿਆ। ਸਾਨੂੰ ਬੜੀ ਅਨਪੜ੍ਹ ਜਾਹਲ ਕੌਮ ਸਾਬਤ ਕਰ ਦਿੱਤਾ ਗਿਆ।
ਸਾਨੂੰ ਮਤਲਬ ਏਦਾਂ ਬਾਹਰ ਪੰਜਾਬ ਤੋਂ ਬਾਹਰ ਜਿਹੜਾ ਹਿੰਦੁਸਤਾਨ ਦੇ ਹੋਰ ਖਿੱਤੇ ਆ ਜਾਂ ਬਾਹਰ ਸਾਨੂੰ ਏਦਾਂ ਪੇਸ਼ ਕੀਤਾ ਗਿਆ ਵੀ ਇਹ ਬੜੇ ਬੜੇ ਰਫ ਜਿਹੇ ਲੋਕ ਨੇ ਤੇ ਇਹ ਬੜੇ ਜਿੱਦਾਂ ਉਗਰਵਾਦੀ ਜਿਹੇ ਲੋਕ ਨੇ, ਜਿੱਥੇ ਵੀ ਜਾਂਦੇ ਨੇ ਖੱਪ ਪਾਉਂਦੇ ਨੇ। ਤੇ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਜਿਹੜਾ ਡਿਸਪਲਿਨ, ਜਿਹੜਾ ਭਾਈਚਾਰਾ, ਜਿਹੜੀ ਸਾਂਝੀਵਾਲਤਾ ਅਸੀਂ ਉੱਥੇ ਸਾਹਮਣੇ ਪੇਸ਼ ਕੀਤੀ ਆ। ਅੱਜ ਲੋਕਾਂ ਦੇ ਮੂਹਰੇ ਸਾਡਾ ਜਿਹੜਾ ਅਸਲੀ ਕਿਰਦਾਰ ਆ, ਜਿਹੜਾ ਮਤਲਬ ਯਾਨੀ ਕਿ ਕਹਿ ਲਓ ਵੀ ਸਾਡੇ ਵਿਰਸੇ 'ਚ ਸਾਨੂੰ ਮਿਲਿਆ, ਜਿਹੜਾ ਸਾਡੇ ਬਲੱਡ ਦੇ ਵਿੱਚ, ਅੱਜ ਜਿਹੜੇ ਦੂਸਰੇ ਲੋਕ ਆ ਉਹ ਵੀ ਉਸ ਚੀਜ਼ ਨੂੰ ਅਕਨੌਲੇਜ ਕਰਨ ਤੋਂ ਰਹਿ ਨਹੀਂ ਰਹੇ। ਉਹ ਵੀ ਉਸ ਚੀਜ਼ ਨੂੰ ਕਿਤੇ ਨਾ ਕਿਤੇ ਹਾਈਲਾਈਟ ਕਰਦੇ ਆ। ਵੀ ਜਿਵੇਂ ਹੁਣ ਕਈ ਟੀਵੀ ਚੈਨਲਾਂ ਨੇ ਗੱਲ ਕੀਤੀ ਵੀ ਪੰਜਾਬੀਆਂ ਦੀ ਬੜੀ ਖੂਬੀ ਆ ਵੀ ਭਾਵੇਂ ਵਿਦੇਸ਼ਾਂ 'ਚ ਬੈਠੇ ਆ, ਆਪਾਂ ਦੇਖ ਸਕਦੇ ਹਾਂ, ਆਪਾਂ ਸਾਰੇ ਭਰਾ ਇੱਥੇ ਬੈਠੇ ਆ, ਵੀ ਆਪਾਂ ਜਦੋਂ ਵੀ ਕੋਈ ਏਦਾਂ ਦੀ ਗੱਲ ਹੁੰਦੀ ਆ ਅਸੀਂ ਬੜੇ ਇਵੇਂ ਜੁੜੇ ਹੋਏ ਆ ਜਿਵੇਂ ਆਪਾਂ ਉੱਥੇ ਬੈਠੇ, ਵੀ ਇੰਨੀ ਜ਼ਿਆਦਾ ਸਾਡੇ ਬਲੱਡ ਵਿੱਚ ਉਹ ਚੀਜ਼ ਆ। ਲੰਗਰਾਂ ਦੀ ਗੱਲ ਕਰ ਲਈਏ ਆਪਾਂ, ਠੀਕ ਆ ਜੀ, ਦਵਾਈਆਂ ਦੀ, ਦੇਖੋ ਕਮਾਲ ਦੀ ਗੱਲ, ਕਮਾਲ ਦੀ ਗੱਲ। ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਂ ਤੇ ਸਮਝਦਾ ਵੀ ਅਸੀਂ ਬੜੇ ਖੁਸ਼ਕਿਸਮਤ ਆ। ਸਾਨੂੰ ਦੇਖੋ ਆਪਾਂ ਹਜੇ ਤੱਕ ਹੋ ਸਕਦਾ 20 25 30 40 50 ਸਾਲ ਦੀ ਜ਼ਿੰਦਗੀ ਜੀਣੀ ਹੋਵੇ, ਸਾਨੂੰ ਮਾਣ ਕਰਨੇ ਨੂੰ ਕੁਛ ਮਿਲਿਆ। ਜਿਹੜੀਆਂ ਚੀਜ਼ਾਂ ਅਸੀਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ, ਆਪਣੀ ਅਗਲੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਦਿਖਾਲਣੀਆਂ ਸੀ, ਉਹਨਾਂ ਨੂੰ ਲੱਗਦਾ ਏਦਾਂ ਸੀਗਾ ਯਾਰ ਇਹ ਤਾਂ ਕਿਤਾਬਾਂ 'ਚ ਆ, ਕਦੀ ਹੁੰਦਾ ਤਾਂ ਦੇਖਿਆ ਨਹੀਂ, ਕਦੀ ਹੋਇਆ ਤਾਂ ਹੈ ਨਹੀਂ। ਇਟ ਸਾਊਂਡਸ ਗੁੱਡ ਇਨ ਦਾ ਬੁੱਕਸ, ਪਰ ਗੱਲ ਇਹ ਵੀ ਰਿਐਲਿਟੀ ਏਦਾਂ ਹੈ ਨਹੀਂ ਆ। ਪਰ ਅੱਜ ਜਿਹੜਾ ਨਾ ਜੀ, ਉਹ ਜਿਹੜੀ ਖੁਸ਼ੀ ਆ ਵੀ ਅੱਜ ਉਹ ਕਰਕੇ ਦਿਖਾ ਲਿਆ। ਜੋ ਪੜ੍ਹਿਆ ਸੀ, ਜੋ ਸੁਣਿਆ ਸੀ, ਸਾਡੀ ਕੌਮ ਨੇ, ਸਾਡੇ ਪੰਜਾਬੀ ਲੋਕਾਂ ਨੇ ਉਹ ਚੀਜ਼ ਕਰਕੇ ਦਿਖਾਈ ਆ। ਸਾਨੂੰ ਮੁੜ ਕੇ ਇੱਕ ਵਾਰੀ ਜੀਂਦਿਆਂ 'ਚ ਕਰ ਦਿੱਤਾ। ਸਾਨੂੰ ਇੱਕ ਵਾਰੀ ਆਪਣੇ ਕਲਚਰ ਨੂੰ, ਸਾਡੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਇਸ ਮੋਰਚੇ ਨੇ ਇੱਕ ਮੋਹਰੀ ਕਹਿ ਲਓ ਵੀ ਜਿਹੜਾ ਅਦਾ ਕੀਤਾ। ਤੇ ਇੱਕ ਜਿਹੜੀ ਚੀਜ਼ ਹੋਰ ਆ ਮੈਂ ਸ਼ੇਅਰ ਕਰਨੀ ਚਾਹੁੰਦਾ, ਉਹ ਹੈਗੀ ਆ ਵੀ ਕੌਮਾਂਤਰੀ ਪੱਧਰ ਤੇ, ਇੰਟਰਨੈਸ਼ਨਲ ਪੱਧਰ ਦੀ ਜਿਹੜੀ ਇੰਪੋਰਟੈਂਸ ਆ ਉਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ। ਮੈਂ ਸਭ ਨੂੰ ਇਸ ਚੈਨਲ ਦੇ ਜ਼ਰੀਏ, ਆਪ ਜੀ ਦੇ ਪਲੇਟਫਾਰਮ ਦੇ ਜ਼ਰੀਏ, ਸਾਰੇ ਹਿੰਦੁਸਤਾਨ ਤੋਂ ਬਾਹਰ ਵਸਣ ਵਾਲੇ ਹਿੰਦੁਸਤਾਨੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇੰਟਰਨੈਸ਼ਨਲ ਲੈਵਲ ਤੇ ਆਪਾਂ ਜਿੱਥੇ ਵੀ ਬੈਠੇ ਆ, ਜਿੱਥੇ ਵੀ ਬੈਠੇ ਆ, ਜੋ ਵੀ ਕੰਟਰੀਬਿਊਟ ਕਰ ਸਕਦੇ ਆ ਆਪਾਂ ਕੰਟਰੀਬਿਊਟ ਕਰੀਏ, ਆਪਾਂ ਆਪਣੀ ਆਵਾਜ਼ ਚੱਕੀਏ। ਕਿਉਂਕਿ ਜੋ ਅੱਜ ਗਲੋਬਲਾਈਜੇਸ਼ਨ ਬਣ ਚੁੱਕੀ ਆ, ਇੰਟਰਨੈਸ਼ਨਲ ਲੈਵਲ ਤੇ ਆਪਣੇ ਇਸ਼ੂਜ਼ ਨੂੰ ਅਗਰ ਆਪਾਂ ਹਾਈਲਾਈਟ ਕਰਦੇ ਆ ਤੇ ਉਹਦਾ ਆਪਾਂ ਨੂੰ ਬਹੁਤ ਫਾਇਦਾ ਹੋ ਸਕਦਾ। ਬਹੁਤ ਵਧੀਆ ਗਹਿਰਾਈ 'ਚ ਗੁਰਪ੍ਰੀਤ ਜੀ ਨੇ ਦੱਸੇ ਨੇ। ਔਰ ਮੈਂ ਹੁਣ ਕੁਝ ਪੋਜ਼ਿਟਿਵ ਗੱਲਾਂ ਵੀ ਕਰਨੀਆਂ ਜ਼ਰੂਰੀ ਸਮਝਦਾ, ਕਿਉਂਕਿ ਆਪਾਂ ਸਾਰੇ ਬੜੇ ਇੱਕ ਉਸ ਮਾਹੌਲ 'ਚੋਂ ਲੰਘ ਰਹੇ ਹਾਂ। ਕਿਉਂਕਿ ਸਾਡੇ ਦਰਦ ਹੈ ਉਹ ਸਾਡੇ ਬਜ਼ੁਰਗ, ਮਾਤਾਵਾਂ, ਸਾਡੇ ਬੱਚੇ ਉੱਥੇ ਕਿਹਦੇ ਲਈ ਆ ਕੇ ਬੈਠੇ ਆ, ਉਹ ਸਾਰੇ ਪੂਰੇ ਸਮੁੱਚੇ ਪੰਜਾਬੀ ਦੇ ਪੰਜਾਬੀਅਤ ਲਈ। ਲੇਕਿਨ ਪੋਜ਼ਿਟਿਵ ਗੱਲ ਇਹ ਹੈ ਕਿ ਜਿੰਨਾ ਯੂਥ ਉੱਥੇ ਦਿੱਲੀ ਪਹੁੰਚਿਆ ਤਾਂ ਉਹਨਾਂ ਨੇ ਜਿਹੜਾ ਉਹ ਨਸ਼ੇੜੀਆਂ ਦਾ ਉਹਨਾਂ ਤੇ ਧੱਬਾ ਲੱਗਾ ਸੀ, ਪਹਿਲੀ ਗੱਲ ਉਹ ਧੋ ਦਿੱਤਾ। ਦੂਸਰੀ ਗੱਲ, ਕਿੱਡੀਆਂ ਵੱਡੀਆਂ ਵੱਡੀਆਂ ਰੁਕਾਵਟਾਂ ਸੀ ਜਿਹੜੀਆਂ ਮਸ਼ੀਨਾਂ ਨਾਲ ਲੱਗੀਆਂ ਹੋਈਆਂ ਸੀ, ਔਰ ਉਹ ਉਹਨਾਂ ਦੇ ਵਿੱਚ ਤਾਕਤ ਸੀ, ਉਹ ਨੌਜਵਾਨ ਸੀ, ਉਹਨਾਂ ਨੇ ਪਾਸੇ ਕਰ ਦਿੱਤਾ। ਜੋਸ਼ ਦੇ ਨਾਲ, ਹੋਸ਼ ਦੇ ਨਾਲ ਕਿਸ ਤਰ੍ਹਾਂ ਆਏ। ਔਰ ਦੇਖੋ ਵੀ ਕਿੰਨੇ ਮਹੀਨੇ 30 ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਵੱਖ-ਵੱਖ ਉਹਨਾਂ ਦੀ ਸੋਚ ਆ, ਵੱਖ-ਵੱਖ ਹੈ, ਲੇਕਿਨ ਅਸੀਂ ਵੀ ਸੋਚਦੇ ਸੀ ਵੀ ਇੰਨੇ ਸਾਲ ਸਾਡੀ ਉਮਰ ਹੋ ਗਈ, ਇਹ ਇਕੱਠੇ ਨਹੀਂ ਰਹਿਣੇ, ਇਹ ਕੋਈ ਨਾ ਕੋਈ ਪਟਾਕਾ ਪਿਆ ਲਾਓ, ਸਾਰੀਆਂ ਦੇ ਹੀ ਸੀ। ਲੇਕਿਨ ਕੋਈ ਐਸੀ ਕਿਰਪਾ ਹੋਈ ਉੱਪਰ ਵਾਲੇ ਦੀ ਕਿ ਉਹ 30 ਇੱਕ ਮੁਸ਼ਤਾ, ਇੱਕ ਸਾਰਤਾ ਤੇ ਇੱਕ ਸੁਰਤਾ ਨਾਲ ਕਿੱਥੇ ਲੈ ਅੰਦੋਲਨ ਨੂੰ, ਉਹਨਾਂ ਅੱਗੇ ਸੀਸ ਝੁਕਦਾ ਆ। ਬਾਕੀ ਦੇਖੋ ਕਿੰਨਾ ਫੰਡ ਉੱਥੇ ਇਕੱਠਾ ਹੋ ਰਿਹਾ, ਔਰ ਫੰਡ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਚੀਜ਼ ਹੋ ਰਹੀ, ਇਨ ਕਾਇੰਡ ਉੱਥੇ ਹਰ ਚੀਜ਼ ਪਹੁੰਚ ਰਹੀ ਆ। ਤੋ ਜਿਹੜੇ ਨੇਕ ਦਿਲ ਇਨਸਾਨ ਆ, ਉਹ ਇਕੱਲੇ ਪੰਜਾਬੀ ਤੋਂ ਨਹੀਂ, ਉੱਥੇ ਹਿੰਦੂ, ਮੁਸਲਮਾਨ ਕਿਸ ਤਰ੍ਹਾਂ ਲੱਗੇ ਹੋਏ ਨੇ, ਹਰਿਆਣੇ ਦੇ ਜਾਟ, ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ। ਔਰ ਦੁਨੀਆ ਦੇ ਇਤਿਹਾਸ 'ਚ ਮੇਰਾ ਖਿਆਲ ਇੰਨੀ ਲੰਬੀ ਟਰੈਕਟਰ ਟਰਾਲੀ ਜਿਹੜੀ ਹੈਗੀ ਆ, ਜਿਹੜੀ ਇੱਕ ਮੁਹਿੰਮ ਕਹਿ ਲਓ, ਕੰਪੇਨ ਆ, ਇੱਕ ਜੱਦੋ ਜਹਿਦ ਆ, ਇੱਕ ਘਾਲਣਾ ਆ, ਇਹਦੀ ਮਿਸਾਲ ਨਹੀਂ ਮਿਲਦੀ। ਔਰ ਹੁਣ ਤਾਂ ਇੱਕ ਐਡੀ ਗੱਲ ਹੋਈ ਹੈ ਕਿ ਕੱਲ ਉੱਥੇ ਇੰਟਰੋਡਿਊਸ ਕਰ ਦਿੱਤੀ ਗਈ ਟਰਾਲੀ ਟਾਈਮਸ। ਤੋ ਇਹ ਇੱਕ ਜਿਹੜੀ ਚੀਜ਼ ਆ, ਕਿਉਂਕਿ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ, ਆਪਾਂ ਸਾਰਿਆਂ ਨੇ ਪੜ੍ਹਿਆ ਕ੍ਰਾਂਤੀਆਂ ਦਾ। ਕ੍ਰਾਂਤੀਆਂ ਦਾ ਜਨਮ ਕਿੱਥੋਂ ਹੋਇਆ ਸੀ? ਅਖਬਾਰ ਤੋਂ।
ਉਹ ਅਖਬਾਰ ਲਿਖਦੇ ਸੀ, ਆਪਣੇ ਕ੍ਰਾਂਤੀਕਾਰੀ ਜਿੰਨੇ ਵੀ ਸੀ ਉਹ ਲਿਖ ਕੇ ਬਾਹਰ ਭੇਜਦੇ ਸੀ ਔਰ ਉਹ ਫੈਲਦੀ ਸੀ। ਸੋ ਇਹ ਜਿਹੜੀ ਇੱਕ ਕ੍ਰਾਂਤੀ ਦਾ ਜਨਮ ਅਸੀਂ ਸਮਝ ਰਹੇ ਹਾਂ, ਇੱਕ ਬਹੁਤ ਵੱਡੀ ਚੇਂਜ, ਇੱਕ ਟਰਾਂਸਫੋਰਮੇਸ਼ਨ ਦਾ ਇੱਕ। ਸੋ ਦੂਸਰੀ ਗੱਲ, ਇੱਕ ਚੈਨਲ ਇੱਕ ਸੱਜਣ ਨੇ ਸ਼ੁਰੂ ਕਰ ਲਿੱਤਾ ਔਰ ਉਹ ਜਿਹੜੀ ਸਾਡੀ ਇਹ ਮੁਹਿੰਮ ਆ, ਇਹ ਪੂਰੀ ਦੁਨੀਆ 'ਚ ਪਹਿਲਾਂ ਹੀ ਪਹੁੰਚ ਗਈ ਆ, ਲੇਕਿਨ ਜਿਸ ਤਰੀਕੇ ਨਾਲ ਪਹੁੰਚੂਗੀ ਕੱਲੀ ਕੱਲੀ ਖਬਰ ਲਈ, ਉਹ ਇੱਕ ਬਹੁਤ ਹੀ ਮਾਰਕੇ ਵਾਲੀ ਗੱਲ ਹੋਈ ਆ। ਔਰ ਪਹਿਲਾਂ ਆਪਾਂ ਸਾਰੇ ਸੁਣਦੇ ਹੁੰਦੇ ਸੀ, ਕੋਈ ਜੱਦੋਜਹਿਦ ਹੋਵੇ, ਕੋਈ ਮੋਰਚਾ ਲੱਗੇ, ਨਹੀਂ ਜੀ ਭਗਤ ਸਿੰਘ ਪੈਦਾ ਹੋਵੇ ਪਰ ਹੋਵੇ ਗੁਆਂਢੀਆਂ ਦੇ। ਪਰ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਉਸ ਭਗਤ ਸਿੰਘ ਦੀ ਸੋਚ, ਉਹਦਾ ਫਲਸਫਾ ਕਰਵਟ ਲੈ ਰਿਹਾ। ਸੋ ਇਹ ਪੋਜ਼ਿਟਿਵ ਗੱਲਾਂ ਆ, ਜਿੱਦਾਂ ਇਹ ਲੱਗੇ ਹੋਏ ਨੇ, ਜਿੰਨੀ ਜੱਦੋਜਹਿਦ ਆ, ਲੋਕਾਂ ਦੀ ਸਪੋਰਟ ਆ, ਔਰ ਸਾਰੇ ਆਪਾਂ ਪ੍ਰਵਾਸੀ ਜਿਹੜੇ ਹੈਗੇ ਮਨੋਂ ਲੱਗੇ ਹੋਏ ਆ। ਆਪਾਂ ਕੀ ਲੈਣਾ, ਆਪਾਂ ਉੱਥੇ ਕਿਤੇ ਝੰਡੀ ਵਾਲੀ ਕਾਰ ਲੈਣੀ ਆ? ਆਪਾਂ ਸੱਚੇ ਔਰ ਸੁੱਚੇ ਮਨੋਂ ਲੱਗੇ ਹੋਏ ਆ। ਬਿਲਾਗ ਤੇ ਨਿਸ਼ਕਾਮ ਸੇਵਾ ਆਪਾਂ ਕਰ ਰਹੇ ਆ, ਉਹਨਾਂ ਨਾਲ ਉਹਨਾਂ ਨੂੰ ਸਪੋਰਟ ਵੀ ਮਿਲੀ ਹੈ, ਚਲੋ ਫਾਈਨੈਂਸ਼ੀਅਲ ਹੈਲਪ ਵੀ ਮਿਲੀ ਆ। ਅਸੀਂ ਹਰ ਕੋਈ ਦਸਵੰਧ ਕੱਢਦਾ, ਅਸੀਂ ਵੀ ਕੱਢਦੇ ਆ, ਪਰ ਜਿੰਨੀ ਸ਼ਿੱਦਤ ਦੇ ਨਾਲ, ਜਿੰਨੀ ਲਗਨ ਦੇ ਨਾਲ ਇਹ ਨੌਜਵਾਨਾਂ ਨੇ ਪੂਰੀ ਲੀਡਰਸ਼ਿਪ ਕੀਤੀ ਆ। ਤਾਂ ਮੈਨੂੰ ਇੱਕ ਸ਼ੇਰ ਯਾਦ ਆਇਆ ਕਿਸੇ शायर ਦਾ, ਕਹਿੰਦਾ ठहरो अपनी पतंगों को बाहों में छिपा लो, ठहरो अपनी पतंगों को बाहों में छिपा लो, हवाओं का रुख बदलने की खबर वतन से आई है। ਸੋ ਸਾਨੂੰ ਇਹ ਪੋਜ਼ਿਟਿਵ ਸੋਚਣਾ ਚਾਹੀਦਾ। ਇਹ ਜਿੱਦਾਂ ਨੌਜਵਾਨ ਉੱਠ ਖੜੇ ਨੇ, ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਜਿੱਦਾਂ ਉਹ ਡਿਸਿਪਲਿਨ 'ਚ ਨੇ, ਜਿੱਦਾਂ ਉਹ ਅਨੁਸ਼ਾਸਨ 'ਚ ਨੇ, ਜਿੱਦਾਂ ਉਹ ਉਹਨਾਂ ਦਾ ਡੈਕੋਰਮ ਹੈ ਉੱਥੇ ਸਟੇਜ ਦਾ, ਔਰ ਸਾਰਾ ਸਿਸਟਮ ਉਹ ਕਰ ਰਿਹਾ। ਸਲੂਟ ਕਰਦੇ ਆ ਉਹਨਾਂ ਨੂੰ, ਨੌਜਵਾਨਾਂ ਨੂੰ। ਔਰ ਸਾਨੂੰ ਹੁਣ ਆਸ ਆ ਵੀ ਐਸੇ ਜੀਵਨ ਦੇ ਵਿੱਚ ਵੀ ਅਸੀਂ ਉਹੀ ਜਿਹੜੇ ਸਾਡੇ ਬਜ਼ੁਰਗਾਂ ਵਾਲਾ, ਅੱਜ ਤੋਂ 50 ਸਾਲ ਪਹਿਲਾਂ ਵਾਲਾ ਇੱਕ ਪ੍ਰੇਮ ਵਾਲਾ, ਇੱਕ ਸਦਭਾਵਨਾ ਵਾਲਾ ਪੰਜਾਬ ਦੇਖਾਂਗੇ। ਸੋ ਮੈਂ ਇਸ ਤੋਂ ਬਾਅਦ ਹੁਣ ਬੇਨਤੀ ਕਰਾਂਗਾ ਮਾਨਯੋਗ ਮਠਾਰੂ ਸਾਹਿਬ ਜੀ ਨੂੰ ਕਿ ਉਹ ਸਾਨੂੰ ਇਹ ਦੱਸਣ ਕਿ ਜਿਹੜੀਆਂ ਉੱਥੇ ਮੁਸ਼ਕਲਾਂ ਆ ਰਹੀਆਂ ਠੰਡ ਦੇ ਮੌਸਮ ਕਰਕੇ, ਉਹਨਾਂ ਲਈ ਅਸੀਂ ਕੀ ਕੀ ਕਰ ਸਕਦੇ ਹਾਂ। ਔਰ ਜਿਹੜੀ ਹੁਣ ਇੱਕ ਹੋਰ ਵੱਡੀ ਗੱਲ ਇਹ ਹੋਈ ਆ ਕਿ ਪੰਜਾਬ ਦੇ ਪਿੰਡਾਂ 'ਚੋਂ ਹਰ ਇੱਕ ਦਾ ਜੀ ਕਰਦਾ ਆਈਏ, ਲੇਕਿਨ ਠੰਡ ਹੋਣ ਕਰਕੇ ਹੋਰ ਕਈ ਕਰਕੇ ਨਹੀਂ ਆ ਸਕਦੇ। ਸੋ ਹੁਣ ਉੱਥੇ ਕੀ ਕੀਤਾ, ਕਈ ਲੋਕਾਂ ਨੇ, ਕਈ ਸੱਜਣਾ ਨੇ ਝੰਡੇ ਲਾਣੇ ਸ਼ੁਰੂ ਕਰ ਦਿੱਤੇ ਆ। ਹਰੇ ਰੰਗ ਦਾ ਜਿਹੜਾ ਝੰਡਾ ਹੈ, ਤੋ ਇਹ ਹਰੇ ਰੰਗ ਦਾ ਜਿਹੜਾ ਝੰਡਾ ਲੱਗੇ, ਇਹਦੇ ਬਾਰੇ ਵੀ ਆਪਾਂ ਵਿਚਾਰ ਦਈਏ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਜਿਹੜੇ ਝੰਡੇ ਲਾਈਏ, ਉਹਦੇ ਕਿੰਨੇ ਸਾਨੂੰ ਫਾਇਦੇ ਹੋਣਗੇ। ਮੈਂ ਤੁਹਾਨੂੰ ਦੱਸਦਾ ਕਿ ਮੈਂ 20 ਸਾਲ ਖੇਤੀ ਕੀਤੀ ਔਰ 1980 'ਚ ਮੈਂ ਉੱਥੇ ਸੀ, ਜਿਸ ਵੇਲੇ ਚੌਧਰੀ ਚਰਨ ਸਿੰਘ, ਉਹ ਕਿਸਾਨ ਸੀ, ਇੱਕ ਉਹ ਐਗਰੀਕਲਚਰਿਸਟ ਸੀਗਾ। ਉਹਨੇ ਇੱਕ ਪ੍ਰਧਾਨ ਮੰਤਰੀ ਬਣਿਆ, ਬੇਸ਼ੱਕ ਸਾਲ ਲਈ ਬਣਿਆ। ਉਹਨਾਂ ਨੇ ਮੀਟਿੰਗ ਕੀਤੀ, ਕਿਸਾਨ ਰੈਲੀ ਕੀਤੀ, ਬਹੁਤ ਵੱਡੀ ਸੀ। ਅਸੀਂ ਬੱਸ ਲੈ ਕੇ ਗਏ ਸੀ ਦੁਆਬੇ 'ਚੋਂ। ਤਾਂ ਉਹਨਾਂ ਨੇ ਇੱਕੋ ਗੱਲ ਕਹੀ, ਕਹਿੰਦੇ ਵੀ ਜਿਹੜੇ ਤੁਸੀਂ ਮੈਨੂੰ ਆ ਮੰਗਾਂ ਦਿੱਤੀਆਂ, ਇਹ ਤਾਂ ਮੈਂ ਸ਼ੁਰੂ ਕਰਤੀਆਂ ਆਉਂਦੇ, ਕਿਉਂਕਿ ਮੈਂ ਕਿਸਾਨ ਹਾਂ, ਮੈਂ ਸਮਝਦਾ। ਪਰ ਕਿਸਾਨੋਂ, ਜੇ ਭਵਿੱਖ ਚੰਗਾ ਚਾਹੁੰਦੇ ਹੋ, ਆਪਣੀ ਯੂਨੀਅਨ ਬਣਾਇਓ, ਪਰ ਸਿਆਸੀ ਬੰਦਾ ਤੇ ਧਾਰਮਿਕ ਬੰਦਾ ਵਿੱਚ ਨਾ ਵੜਨ ਦਿਓ। ਉਹ ਉਸ ਤੋਂ ਬਾਅਦ ਅਸੀਂ ਆ ਕੇ ਨਵਾਂਸ਼ਹਿਰ ਯੂਨੀਅਨ ਨੂੰ ਤੇਜ਼ ਕੀਤਾ। ਸਾਡੇ ਸ਼ੂਗਰ ਮਿਲ ਸੀ, ਬੜੀਆਂ ਪ੍ਰੋਬਲਮ ਸੀ, ਲੇਕਿਨ ਉਹ ਸਾਡੀ ਯੂਨੀਅਨ ਦਾ ਇੰਨਾ ਫਾਇਦਾ ਸੀ। ਅਸੀਂ ਜਾਂਦੇ ਸੀ, ਉਹ ਕਹਿੰਦੇ ਚਾਹ ਪੀਓ ਜੀ, ਕੰਮ ਤੁਹਾਡਾ ਹੋ ਗਿਆ। ਬੜਾ ਰੋਹ ਹੁੰਦਾ ਸੀ, ਕੰਮ ਹੁੰਦਾ ਸੀ, SDM ਦੇ ਜਾਣਾ, DC ਦੇ ਜਾਣਾ। ਕਿਤੇ ਹੋਇਆ ਕਿ ਪੂਰੇ ਪੰਜਾਬ 'ਚ ਉਸ ਵੇਲੇ ਉਹਨਾਂ 10 ਸਾਲਾਂ 'ਚ ਪੂਰੀ ਐਕਟਿਵ ਹੋ ਗਈ ਕਿਸਾਨ ਯੂਨੀਅਨ। ਹੋਇਆ ਕਿ ਇੱਕ ਬੰਦੇ ਨੂੰ ਚੁੱਕ ਕੇ ਇਹਨਾਂ ਬਾਦਲਾਂ ਨੇ ਬਣਾ ਦਿੱਤਾ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ। ਉਸ ਤੋਂ ਬਾਅਦ ਸਾਡੀ ਨਾ ਕਿਤੇ ਪੁੱਛ, ਨਾ ਪੜਤਾਲ, ਨਾ ਸਾਨੂੰ ਕੋਈ ਅੰਦਰ ਵੜਨ ਦੇਵੇ ਕਿ ਬਾਹਰੇ ਬੈਠੇ ਰਹੋ, ਕਿਉਂਕਿ ਸਾਰਾ ਪੋਲੀਟੀਕਲੀ ਹੋ ਗਿਆ। ਲੇਕਿਨ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ, ਜਾਂ ਆਪਾਂ ਸਾਰਿਆਂ ਨੂੰ ਹੋਊਗੀ, ਵੀ 40 ਸਾਲ ਬਾਅਦ ਉਹ ਜਿਹੜਾ ਕਿਸਾਨ ਲੀਡਰ ਸੀ, ਉਹਦੀ ਨਸੀਹਤ ਔਰ ਉਹਦੀ ਜਿਹੜੀ ਸੂਝਵਾਨ ਉਹ ਲੀਡਰ ਸੀਗਾ, ਉਹ ਅੱਜ ਪੂਰੀ ਹੋਈ ਹੈ। 40 ਸਾਲ ਬਾਅਦ ਅੱਜ ਇਕੱਠੇ ਹੋਏ ਆ, ਤੇ ਅੱਜ ਹੁਣ ਪੂਰੀ ਦੁਨੀਆ ਨੂੰ ਵੀ ਪਤਾ ਲੱਗਾ, ਇਹ ਵੀ ਝੁਕਣਗੇ, ਜ਼ਰੂਰ ਝੁਕਣਗੇ, ਹਮ ਹੋਂਗੇ ਕਾਮਯਾਬ ਇੱਕ ਦਿਨ। ਸੋ ਮੈਂ ਹੁਣ ਬੇਨਤੀ ਕਰਾਂਗਾ ਮਠਾਰੂ ਸਾਹਿਬ ਨੂੰ, ਉਹ ਆਪਣੇ ਵਿਚਾਰ ਦੇਣ ਇਸ ਦਿੱਲੀ ਅੰਦੋਲਨ ਦੀਆਂ ਸਮੱਸਿਆਵਾਂ ਤੇ। ਥੈਂਕ ਯੂ ਤੁਗਰ ਸਾਹਿਬ। ਦੇਖੋ ਇਦਾਂ ਹੈਗਾ ਵੀ ਦਿੱਲੀ ਅੰਦੋਲਨ ਦੇ ਵਿੱਚ ਸਰਦੀਆਂ ਦੇ ਦਿਨ ਨੇ, ਉੱਥੇ ਹਰ ਤਰ੍ਹਾਂ ਦੀ ਲੋੜ ਹੈਗੀ, ਜਿੰਨੇ ਉੱਥੇ ਅੰਦੋਲਨਕਾਰੀ ਪਹੁੰਚੇ ਹੋਏਗੇ। ਇਸ ਕਰਕੇ ਸਾਰੇ ਭਰਾਵਾਂ ਦੇ, ਭੈਣਾਂ ਦੇ ਅੱਗੇ ਬੇਨਤੀ ਹੀ ਹੈ ਕਿ ਵੀ ਤੁਸੀਂ ਆਪਣੇ ਆਪਣੇ ਸਰਕਲ ਦੇ ਵਿੱਚ ਜਿਹੜਾ ਕੋਈ ਆਉਂਦਾ ਹੈਗਾ, ਤੁਹਾਨੂੰ ਜਾਣਨੇ ਵਾਲਾ, ਦਿੱਲੀ ਗਿਆ ਹੋਇਆ, ਜਾਂ ਜਿਹੜੀਆਂ ਉੱਥੇ ਸੰਸਥਾਵਾਂ ਅੱਗੇ ਇਹਨੂੰ ਲੀਡ ਕਰ ਰਹੀਆਂ, ਉਹਨਾਂ ਦੇ ਨਾਲ ਲਿੰਕ ਬਣਾਓ। ਉਹਨਾਂ ਤੋਂ ਪੁੱਛੋ ਵੀ ਉਹਨਾਂ ਨੂੰ ਕਿਹੜੀ ਮਦਦ ਦੀ ਲੋੜ ਹੈ ਤੇ ਕਿਸ ਤਰੀਕੇ ਨਾਲ ਮਦਦ ਕਰੀ ਜਾ ਸਕਦੀ ਹੈਗੀ, ਉਹਦੇ ਵਿੱਚ ਆਪਣਾ ਯੋਗਦਾਨ ਪਾਓ। ਤੇ ਇਸ ਤੋਂ ਇਲਾਵਾ ਮੈਂ 2-3 ਪੁਆਇੰਟ ਹੋਰ ਕਹਿਣੇ ਚਾਹੁੰਦਾ ਵੀ, ਇੱਕ ਤਾਂ ਇਹ ਜਿਹੜੀ ਚੀਜ਼ ਹੈਗੀ ਆਪਣੇ ਦੇਸ਼ ਦੀ ਸਿਆਸਤ ਹੈ, ਜਿਹੜੀ ਇਹੀ ਪਾਰਟੀਆਂ, ਪੋਲੀਟੀਕਲ ਪਾਰਟੀਆਂ ਜਦੋਂ ਇਹ ਰੂਲਿੰਗ 'ਚ ਹੁੰਦੀਆਂ, ਪਾਵਰ 'ਚ ਹੁੰਦੀਆਂ,
ਉਦੋਂ ਕੁਛ ਗੱਲ ਕਹਿੰਦੀਆਂ ਤੇ ਜਦੋਂ ਇਹ ਆਪੋਜੀਸ਼ਨ 'ਚ ਬੈਠੀਆਂ ਹੁੰਦੀਆਂ ਉਦੋਂ ਕੁਛ ਗੱਲ ਕਹਿੰਦੀਆਂ। ਇਸ ਕਰਕੇ ਇਹਨਾਂ ਪਾਰਟੀਆਂ ਦੇ ਉੱਤੇ ਕਦੇ ਵੀ ਤੁਸੀਂ ਵਿਸ਼ਵਾਸ ਨਾ ਕਰੋ। ਤੁਸੀਂ ਆਪਣੇ ਦਿਮਾਗ ਨਾਲ ਸੋਚੋ ਵੀ ਇਹ ਜੋ ਕੁਛ ਹੋ ਰਿਹਾ, ਜੋ ਇਹ ਕਹਿ ਰਿਹਾ, ਇਹ ਸੈਂਸ ਮੇਕ ਕਰਦੀ ਹੈ ਜਾਂ ਨਹੀਂ ਕਰਦੀ। ਦੂਜਾ, ਇਹ ਪੰਜਾਬ ਦੀਆਂ ਪ੍ਰੋਬਲਮਾਂ ਜਾਂ ਇੰਡੀਆ ਦੀਆਂ ਪ੍ਰੋਬਲਮਾਂ ਇਹ ਮੋਦੀ ਦੇ ਆਉਣ ਕਰਕੇ ਨਹੀਂ ਹੋਈਆਂ। ਇਹ ਮੋਦੀ ਜੀ ਤੋਂ ਵੀ ਬਹੁਤ ਸਾਲ ਪਹਿਲਾਂ ਦੀਆਂ ਸ਼ੁਰੂ ਹੋਈਆਂ। ਇਹ ਪੰਜਾਬ ਦੇ ਲੀਡਰ ਹੀ ਬਾਦਲ ਸਾਹਿਬ ਹੈਗੇ, ਇਹੀ ਕੈਪਟਨ ਸਾਹਿਬ ਹੈ। ਇਹਨਾਂ ਦੀਆਂ ਵਨ ਆਫਟਰ ਦੀ ਅਦਰ ਗਵਰਨਮੈਂਟਾਂ ਆ ਰਹੀਆਂ। ਇਹਨਾਂ ਨੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਖਾਲੀ ਕਰਿਆ। ਇਹਨਾਂ ਨੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰੇ ਹੈ। ਜਦੋਂ ਮੋਦੀ ਸਾਹਿਬ ਨੂੰ ਅਸੀਂ ਆਪਣਾ ਦਿਖਾ ਦਿੱਤਾ ਅਸਰ ਉਹਨਾਂ ਦਾ, ਉਹ ਆਪਣੇ ਰਾਹ ਦੇ ਉੱਤੇ ਤੁਰ ਪਏ, ਸਾਡੀਆਂ ਮੰਗਾਂ ਮੰਨ ਕੇ ਤੇ ਇਹਨਾਂ ਦਾ ਹੱਲ ਕਰ ਰਹੇ। ਫਿਰ ਸਾਡਾ ਫਰਜ਼ ਬਣਦਾ ਵੀ ਜਦੋਂ ਅਸੀਂ ਪੰਜਾਬ ਜਾਵਾਂਗੇ, ਅਗਲੀਆਂ ਇਲੈਕਸ਼ਨਾਂ ਆਉਣਗੀਆਂ, ਅਸੀਂ ਆਪਣੇ 20 ਲੀਡਰਾਂ ਤੋਂ ਹਿਸਾਬ ਮੰਗਾਂਗੇ ਵੀ ਉਹਨਾਂ ਨੇ ਸਾਡਾ ਜਿਹੜਾ ਹਾਲਾਤ ਇਸ ਹੱਦ ਤੱਕ ਕਿਉਂ ਪਹੁੰਚਾਏ ਹੈ। ਤੇ ਤੀਜੀ ਗੱਲ ਹੈ, ਆਪਣਾ ਜਿਹੜਾ ਸਿਸਟਮ ਹੈਗਾ, ਸਿਸਟਮ ਵੀ ਕਰਪਟ ਹੈਗਾ ਟੋਟਲੀ। ਇਹ ਜਿਹੜੇ ਤਿੰਨੇ ਅਦਾਰੇ ਹੈ ਉਹਦੇ ਵਿੱਚ ਪੋਲੀਟੀਕਲ ਅਦਾਰੇ ਆ ਗਏ, ਚਾਹੇ ਉਹਦੇ ਵਿੱਚ ਆਪਣੀ ਸਿਵਲ ਸਰਵਿਸ ਆ ਗਈ, ਚਾਹੇ ਉਹਦੇ ਵਿੱਚ ਸਰਮਾਏਦਾਰ ਆ ਗਏ। ਇਹ ਤਿੰਨੇ ਹੀ ਰਲੇ ਹੋਏ ਦੇਸ਼ ਨੂੰ ਨਿਚੋੜ ਰਹੇ ਹੈਗੇ। ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਸਾਡੇ ਦੇਸ਼ ਦੇ ਵਿੱਚ 1 ਅਰਬ 35 ਕਰੋੜ ਬੰਦਾ ਹੋਰ ਵੀ ਰਹਿੰਦਾ ਹੈਗਾ, ਅਸੀਂ ਉਹਨਾਂ ਸਭ ਦਾ ਖਿਆਲ ਰੱਖਣਾ। ਇਹਨਾਂ ਨੂੰ ਸਿਰਫ ਆਪਣੇ ਹੀ ਢਿੱਡ ਦਿਖਦੇ ਹੈਗੇ, ਆਪਣਾ ਹੀ ਘਰ ਦਿਖਦਾ ਹੈਗਾ, ਬਾਕੀ ਇਹਨਾਂ ਨੂੰ ਕੋਈ ਨਹੀਂ ਦਿਖਦਾ ਹੈਗਾ। ਤੇ ਦੂਜਾ, ਸਾਨੂੰ ਸਿਸਟਮ ਚੇਂਜ ਕਰਨ ਦੀ ਲੋੜ ਹੈਗੀ, ਨਾ ਕਿ ਸਾਨੂੰ ਚੈਰਿਟੀ ਦੀ ਲੋੜ ਹੈ। ਚੈਰਿਟੀ, ਰਤਨ ਟਾਟਾ ਹੋਰਾਂ ਨੇ ਜਦੋਂ ਪਿਛਲੀਆਂ ਇਲੈਕਸ਼ਨਾਂ ਹੋਈਆਂ ਹੈਗੀਆਂ, ਬੀਜੇਪੀ ਨੂੰ 356 ਕਰੋੜ ਰੁਪਇਆ ਦਿੱਤਾ ਪੋਲੀਟੀਕਲ ਫੰਡ, ਠੀਕ ਹੈ। ਤਾਂ ਉਹ ਜਦੋਂ ਰਤਨ ਟਾਟਾ ਜੀ 2-4 ਕਰੋੜ ਕਿਸੇ ਸਕੂਲ ਨੂੰ ਦੇ ਦਿੰਦੇ ਆ, ਹਸਪਤਾਲ ਨੂੰ ਦੇ ਦਿੰਦੇ ਹੈਗੇ, ਉਦੋਂ ਦਾ ਲੋਕ ਬੜੇ ਉਹਨਾਂ ਦੀ ਕਰਦੇ ਹੈਗੇ, ਉਹਨਾਂ ਦੀ ਸਲਾਘਾ, ਦੇਖੋ ਜੀ ਉਹਨਾਂ ਨੇ ਦਾਨ ਕੀਤਾ। ਉਹ ਭਾਈ 356 ਕਰੋੜ ਜਿਹੜੀ ਪੋਲੀਟੀਕਲ ਪਾਰਟੀ ਨੂੰ ਉਹਨਾਂ ਨੇ ਦਿੱਤਾ ਹੈਗਾ ਰਾਜ ਦੇ ਵਿੱਚ ਆਉਣ ਦੇ ਲਈ, ਉਹ ਪੋਲੀਟੀਕਲ ਦੇ ਕੰਮ ਵੀ ਤਾਂ ਉਸੇ ਪਾਰਟੀ ਨੇ ਕਰਨੇ ਹੈਗੇ ਉਹਨਾਂ ਲੋਕਾਂ ਦੇ। ਫਿਰ ਇਸ ਕਰਕੇ ਇਹ ਲੋਕਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈਗਾ ਵੀ ਜਿਹੜੇ ਤੁਹਾਡੇ ਲੀਡਰ ਆ ਉਹ ਤੁਹਾਡੇ ਲਈ ਕੰਮ ਤਦ ਕਰਨਗੇ ਅਗਰ ਤੁਸੀਂ ਆਪਣੀ ਵੋਟ ਸਹੀ ਲੀਡਰ ਨੂੰ ਪਾ ਕੇ ਜਿਤਾਓਗੇ। ਨਹੀਂ ਤੁਸੀਂ ਲੁੱਟੇ ਜਾਂਦੇ ਆਏ ਆ, 70 ਸਾਲ ਤੋਂ ਲੁੱਟੇ ਜਾਂਦੇ ਰਹੋਗੇ ਇਸੇ ਤਰ੍ਹਾਂ। ਇਹ ਬਹੁਤ ਸੋਹਣੇ ਵਿਚਾਰ ਦਿੱਤੇ ਆ, ਪਰ ਜੋ ਹੁਣ ਸਾਨੂੰ ਦਿਖ ਰਿਹਾ ਜਾਂ ਜੋ ਸਾਨੂੰ ਆਸ ਦੀ ਕਿਰਨ ਨਜ਼ਰ ਆਈ ਆ, ਜਿੱਦਾਂ ਨੌਜਵਾਨ ਉੱਠੇ ਆ ਹੁਣ, ਇਹ ਜੇ ਕਿਸਾਨੀ ਝੰਡੇ ਜਿੱਥੇ ਜਿੱਥੇ ਵੀ ਲੱਗ ਜਾਣਗੇ, ਜਿਨ੍ਹਾਂ ਘਰਾਂ ਦੇ ਲੱਗ ਜਾਣਗੇ, ਕਿਸੇ ਦੀ ਹਿੰਮਤ ਨਹੀਂ ਹੋਊਗੀ ਕੋਈ ਹੋਰ ਪਾਰਟੀ ਦਾ ਉੱਤੇ ਲਾ ਜਾਏ, ਕਿਉਂਕਿ ਉਹਨਾਂ ਦੱਸੂਗਾ ਵੀ ਇਹ ਬੰਦਾ ਬਦਲਾਵ ਚਾਹੁੰਦਾ। ਔਰ ਹੁਣ ਜਿਹੜਾ ਨਕਸ਼ਾ ਬਣੂਗਾ ਉਹ ਪਰਮਾਤਮਾ ਦੀ ਕਿਰਪਾ ਹੋਊਗੀ। ਔਰ ਇਹ ਲੋਕ ਜਾਗ ਗਏ ਆ, ਜਾਗਣਾ ਹੀ ਸਭ ਤੋਂ ਵੱਡੀ ਗੱਲ ਆ। ਅਸੀਂ ਮੂਰਛਾ ਚਲੇ ਗਏ ਸੀ, ਬੇਹੋਸ਼ੀ ਚਲੇ ਗਏ ਸੀ, ਮੈਨੂੰ ਆਟਾ ਦੇ ਦਿਓ ਜੀ, ਮੈਨੂੰ ਦਾਲ ਦੇ ਦਿਓ, ਮੈਨੂੰ ਸਾਈਕਲ ਦੇ ਦਿਓ। ਇਹ ਜਿਹੜੇ ਲਾਲਚ ਸੀਗੇ, ਇਹਨਾਂ ਨੇ, ਕਿਸੇ ਸਿਆਣੇ ਨੇ ਕਿਹਾ ਵੀ ਲਾਲਚੀਆਂ ਦੁਨੀਆ 'ਚ ਕਪੌੜੀਆਂ ਭੁੱਖਾ ਨਹੀਂ ਮਰਦਾ। ਇਹ ਅਸੀਂ ਸਾਰੇ ਕਿਤੇ ਨਾ ਕਿਤੇ ਲਾਲਚ ਹੋ ਗਏ, ਲੋਹ ਲਿਹਾਜ਼ 'ਚ ਹੋ ਗਏ। ਲੇਕਿਨ ਆ ਹੁਣ ਦੇਖੋ, ਕਿਸੇ ਲੀਡਰ ਦੀ ਹਿੰਮਤ ਨਹੀਂ ਕਿ ਦਿੱਲੀ ਦੀ ਸਟੇਜ ਤੇ ਆ ਕੇ ਬੋਲ ਜਾਵੇ। ਇਹਦਾ ਮਤਲਬ ਕੀ ਹੋ ਗਿਆ? ਇਹ ਨਕਸ਼ਾ ਬਦਲ ਗਿਆ। ਉਹਨਾਂ ਦੀ ਤਾਂ ਰਾਤਾਂ ਦੀ ਨੀਂਦ ਉੱਡ ਗਈ ਵੀ ਸਾਡੀ ਗੇਮ ਤਾਂ ਫੇਲ ਹੋ ਗਈ ਆ। ਇਸ ਕਰਕੇ ਆਪਾਂ ਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਕਿ ਇਹ ਨੌਜਵਾਨ ਜੇ ਉੱਠ ਖੜੇ ਆ, ਇਹ ਪੰਜਾਬ 'ਚ ਜਾ ਕੇ ਇਹ ਸਾਫ਼ ਬੰਦੇ ਅੱਗੇ ਲਿਆਉਣਗੇ ਔਰ ਸਾਫ਼ ਆਉਣਗੇ, ਭਾਵੇਂ ਉਹ ਕਿਸੇ ਪਾਰਟੀ ਦੇ ਵੀ ਹੋਣ। ਇਹ ਸਾਫ਼ ਬੰਦੇ ਜਿਹੜੇ ਹੈਗੇ ਆ ਉਹ ਹੀ ਅੱਗੇ ਆਉਣ, ਜਿਹੜੇ ਕਿ ਲੁੱਟ ਨਹੀਂ ਪਾਉਂਦੇ, ਜਿਹੜੇ ਕਿ ਆਪਣੇ ਘਰ ਨਹੀਂ ਭਰਦੇ, ਜਿਹੜੇ ਧਰਮ ਦੇ ਨਾਂ ਦੇ ਉੱਤੇ ਬੇਵਕੂਫ ਨਹੀਂ ਬਣਾਉਂਦੇ। ਇਦਾਂ ਦੇ ਬੰਦੇ ਆਉਣਗੇ। ਹੁਣ ਆਪਾਂ ਨੂੰ ਚੰਗਾ ਸੋਚਣਾ ਚਾਹੀਦਾ। ਸੋ ਮੈਂ ਹੁਣ ਬੇਨਤੀ ਕਰਾਂਗਾ ਗਰੇਵਾਲ ਸਾਹਿਬ ਨੂੰ ਕਿ ਉਹ ਇਸ ਮੁੱਦੇ ਤੇ ਦੱਸਣ ਕਿ ਜਿਹੜਾ ਧਰਮ ਦੇ ਨਾਂ ਦੇ ਉੱਤੇ ਉੱਥੇ ਇਹ ਦਿੱਲੀ ਸਰਕਾਰ, ਜਿਹੜੀ ਭਾਰਤ ਸਰਕਾਰ ਆ, ਉਹ ਬੇਵਕੂਫ ਬਣਾਉਂਦੀ ਆ ਔਰ ਧਰਮ ਦੇ ਨਾਂ ਦੇ ਉੱਤੇ ਉਹ ਕੀ ਕੁਛ ਕਰਦੇ ਆ। ਪੰਜਾਬ ਸਾਡੇ ਨੀਲੀਆਂ ਪੱਗਾਂ ਵਾਲਿਆਂ ਨੇ ਧਰਮ ਦਾ ਦੇਖ ਲਓ ਕੀ ਨਾਸ ਕੀਤਾ। ਸੋ ਇਹਨਾਂ ਨੂੰ ਕਿਸ ਤਰ੍ਹਾਂ NRI ਆਪਾਂ ਬੜੀ ਉਚਾਈ ਤੇ ਆ ਤੇ ਇੱਥੇ ਕੋਈ ਧਰਮ ਦਾ ਇਸ ਤਰ੍ਹਾਂ ਬਖੇੜਾ ਨਹੀਂ। ਇਹ ਬਖੇੜਿਆਂ ਤੋਂ ਆਪਾਂ ਕਿਸ ਤਰ੍ਹਾਂ ਆਪਣੇ ਵਿਚਾਰ ਦਿਓ। ਵੀਰ ਜੀ, ਮੇਰਾ ਫੇਵਰਿਟ ਟੌਪਿਕ ਲੈ ਲਿਆ ਤੁਸੀਂ, ਸੋ ਦੈਟਸ ਗੁੱਡ। ਇਸ ਤੋਂ ਪਹਿਲਾਂ ਮੈਂ ਟੌਪਿਕ ਤੇ ਉਹਦੀ ਡੂੰਘਾਈ 'ਚ ਜਾਵਾਂ। ਇੱਕ ਫੈਕਟ ਹੈ, ਆਪਣੀ ਇੱਕ ਫਿਦਰਤ ਹੈ ਵੀ ਸਾਡੀ ਮੈਮਰੀ ਬਹੁਤ ਸ਼ਾਰਟ ਹੈ। ਜਦੋਂ ਇਸ਼ੂ ਲੰਘ ਜਾਂਦਾ, ਜਿਵੇਂ ਪਾਣੀ ਦੀ ਵੇਵ ਲੰਘ ਜਾਂਦੀ ਹੈ, ਮੁੜ ਕੇ ਉਹ ਫੇਰ ਉਹੀ ਨਿੱਕੇ ਨਿੱਕੇ ਬੂਟੇ ਥੱਲਿਓਂ ਉੱਥੇ ਵੇਵ 'ਚ ਜਦੋਂ ਆਪਾਂ ਦੇਖਦੇ ਹਾਂ ਉਹ ਪੁੰਗਰਨੇ ਸ਼ੁਰੂ ਹੋ ਜਾਂਦੇ ਤੇ ਅਸੀਂ ਭੁੱਲ ਜਾਂਦੇ ਹਾਂ। ਆਓ ਇੱਕ ਪਰਨ ਕਰੀਏ ਅੱਜ ਕਿ ਅਸੀਂ ਆਪਦੀ ਯਾਦਾਸ਼ਤ ਨੂੰ, ਜਿਹੜੇ ਇਸ਼ੂ ਤੇ ਅੱਜ ਆਪਾਂ ਸਟੈਂਡ ਲੈ ਰਹੇ ਹਾਂ,
ਉਹਦੇ ਤੋਂ ਕਿਤੇ ਬਾਅਦ ਚ ਭੁੱਲ ਨਾ ਜਾਈਏ। ਆਓ ਸਾਰੇ ਜਾਣੇ ਰਲ ਕੇ ਇਸ ਐਫਰਟ ਤੇ ਜ਼ੋਰ ਦਈਏ ਵੀ ਜਿਹੜੀ ਆਪਣੀ ਯਾਦਾਸ਼ਤ ਆ ਉਹਨੂੰ ਆਪਾਂ ਕਾਇਮ ਰੱਖਣਾ। 2021 ਚ ਇਲੈਕਸ਼ਨ ਆ ਰਹੀਆਂ ਉੱਥੇ, ਤੇ ਇੱਕ ਕਹਾਵਤ ਹੈ ਜੀ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜੇ ਹੁਣ ਆਪਾਂ ਪੰਜਾਬ ਦਾ ਇਹਦੇ ਨਾਲ ਜੋੜ ਜੋੜੀਏ ਤਾਂ ਸਾਡਾ ਧੁਰਾ, ਸਾਡੀ ਸਾਰੀ ਸਿਆਸਤ, ਗੁਰੂ ਸਾਹਿਬ, ਕਿਉਂਕਿ ਧਰਮ ਪੰਜਾਬ ਦਾ ਮੇਨ ਆਪਣੇ ਪੰਜਾਬੀਆਂ ਦਾ ਸਿੱਖ ਧਰਮ ਨਾਲ ਸੰਬੰਧ ਆ। ਮੈਂ ਇਕੱਲੇ ਪਹਿਲਾਂ ਪੰਜਾਬੀਆਂ ਆਪਣੇ ਸਿੱਖਾਂ ਦੀ ਗੱਲ ਕਰ ਲਵਾਂ, ਕਿਉਂਕਿ ਅਕਾਲੀ ਪਾਰਟੀ ਠੀਕ ਹੈ, ਇਹ ਬੀਜੇਪੀ ਨਾਲ ਇਹਨਾਂ ਦਾ ਵਿਆਹ ਹੋਇਆ ਸੀ ਪਹਿਲਾਂ, ਹੁਣ ਅਣਮਨ ਹੋ ਗਈ ਜਾਂ ਛੱਡ ਛੱਡਈਆ ਹੋ ਗਿਆ। ਪਰ ਸਾਡੀ ਜਿਹੜੀ ਸਭ ਨਾਲੋਂ ਮੰਦਭਾਗੀ ਹੈ ਹਾਲਤ, ਗੱਲ ਸਾਡੀ ਉਹ ਇਹ ਹੈ ਕਿ ਅਸੀਂ ਅੱਜ ਤਾਈਂ ਵੀ ਇੰਨੇ ਕੁਛ ਹੋਣ ਦੇ ਬਾਵਜੂਦ ਸਾਡੀ SGPC ਤੇ ਉਹੀ ਕੁਛ ਖੜਾ। ਮੈਂ ਧਾਰਮਿਕ ਟੌਪਿਕ ਦੀ ਨਹੀਂ ਗੱਲ ਕਰ ਰਿਹਾ, ਆਊਂਗਾ ਮੈਂ ਆਪਦੇ ਮੁੱਦੇ ਵਾਲੀ, ਪਰ ਬੜੀ ਜ਼ਰੂਰੀ ਹੈ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਸਾਰਾ ਕਾਰਜਕਾਰੀ ਉਹ SGPC ਦੇ ਦੁਆਲੇ ਘੁੰਮਦੀ ਹੈ। ਅੱਜ ਉੱਥੇ ਫੇਰ ਇੱਕ ਡੇਰੇਦਾਰ, ਬੇਗੈਰਤ, ਬੇਇਨਸਾਨ ਲੀਡਰ ਨੂੰ ਉੱਥੇ ਬਿਠਾ ਦਿੱਤਾ ਗਿਆ। ਅਸੀਂ ਗੁਰੂ ਨਾਨਕ ਦੇ ਸਿੱਖ, ਅਸੀਂ ਗੱਲ ਕਰਦੇ ਹਾਂ ਸੋ ਕਿਉ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਕੀ ਇਹਨੇ ਉਹ 'ਚ ਜੇਲ੍ਹ ਨਹੀਂ ਭੁਗਤੀ? ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਕਦੇ ਇਹ ਡੇਰੇ ਵਾਲਿਆਂ ਨਾਲ ਜਾ ਬਲਦੇ ਆ, ਸਰਸੇ ਵਾਲਿਆਂ ਨਾਲ, ਤੇ ਹੁਣ ਮੁੜ ਕੇ ਉਹ ਫੇਰ ਡੇਰੇ ਵਾਲੀ ਉੱਥੇ ਬਿਠਾਈ ਹੈ। ਤੇ ਉਹ ਹੁਣ ਬੈਠੀ, ਉਹ ਕਹਿੰਦੀ ਇਹ ਬੰਦੇ ਹੀ ਕਹਿੰਦੀ ਸਾਡੇ ਬਿਠਾਏ, ਉਹ ਆਪਦਾ ਕ੍ਰੈਡਿਟ ਲੈਣ ਨੂੰ ਫਿਰਦੀ ਹੈ। ਪਰ ਕਿਉਂਕਿ ਆਪਣੀ ਯਾਦਾਸ਼ਤ ਮਾੜੀ ਹੈ, ਆਓ ਅੱਜ ਇਹ ਗੱਲ ਯਾਦ ਰੱਖੀਏ ਕਿ ਇਹ ਉਹ ਲਾਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਵੀ ਫੜਿਆ ਗਿਆ, ਇਹ ਉਹ ਲਾਣਾ ਜਿਹਨੇ ਪੰਜਾਬੀਅਤ ਤੇ ਪੰਜਾਬ ਨੂੰ ਖਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਪਿਛਲੇ 10 ਸਾਲਾਂ 'ਚ ਜੋ ਕੁਛ SGPC ਦੀਆਂ ਕਿਤਾਬਾਂ 'ਚ ਸਿੱਖ ਇਤਿਹਾਸ ਨਾਲ ਹੋਇਆ, ਪੰਜਾਬੀ ਨਾਲ ਹੋਇਆ, ਪੰਜਾਬੀਅਤ ਨਾਲ ਹੋਇਆ, ਉਹ ਬਹੁਤ ਹੀ ਘਿਨਾਉਣੀ ਹਰਕਤਾਂ ਕਹਿਣ ਦੇ ਯੋਗ ਆ। ਉਹ ਚਾਹੇ ਉਹ ਸਰਸੇ ਵਾਲੇ ਨਾਲ, ਚਾਹੇ ਬਗਾੜੀ ਵਾਲੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਦੇ ਪਿੱਛੇ ਸਿਆਸਤ ਕੀ ਹੈ। ਪਰ ਜਿਹੜੀਆਂ ਕਿਤਾਬਾਂ 'ਚ ਸਾਨੂੰ ਧਾਰਮਿਕ ਗੁਰੂਆਂ ਨੂੰ, ਚੋਰ ਤੱਕ ਸਾਹਿਬਜ਼ਾਦਿਆਂ ਨੂੰ ਕੀ ਕੁਛ ਨਹੀਂ ਲਫ਼ਜ਼ੋਂ 'ਚ ਯੂਜ਼ ਕੀਤੇ, ਉਹ SGPC ਦੀਆਂ ਪਬਲਿਸ਼ ਕੀਤੀਆਂ ਹੋਈ ਬੁੱਕਸ ਨੇ। ਸੋ ਇਸ ਕਰਕੇ ਇਹੋ ਜਿਹੇ ਅਦਾਰੇ ਦੇ ਜਿਹੜੇ ਲੋਕ ਨੇ, ਉਹਨਾਂ ਦੇ ਚੁਣੇ ਹੋਏ ਕੈਂਡੀਡੇਟਸ ਨੇ ਜਿਹੜੇ ਸਾਡੇ ਜਾ ਕੇ ਕਾਨੂੰਨ ਬਣਾਉਣਗੇ, ਅਸੀਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ? ਕੱਲ ਨੂੰ ਬੀਬੀ ਜਗੀਰ ਕੌਰ ਨੂੰ ਤੁਸੀਂ MLA ਬਣਾ ਦੇਵੋ, ਉਹ ਤੋਂ ਕੀ ਤੁਸੀਂ ਕਿਹੜੀ ਗੱਲ ਦੀ ਉਹਦੇ ਤੋਂ ਇਨਸਾਫ ਰੱਖੋਗੇ? ਕਿਹੜੀ ਗੱਲ ਦਾ ਉਹ ਕਿਸਾਨਾਂ ਦਾ ਹਿੱਤ ਦੀ ਗੱਲ ਕਰ ਲੂਗੀ? ਕਿਹੜੇ ਇਸ਼ੂ ਤੇ ਆ ਕੇ ਉਹ ਇਹ ਕਹੂਗੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਸਿੱਖ ਹਾਂ ਔਰ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹਾਂ? ਇਹ ਜਿਹੜੇ ਫੇਲ ਹੋਏ ਲੋਕ ਨੇ ਇਸ ਮੂਵਮੈਂਟ 'ਚ ਬੁਰੀ ਤਰ੍ਹਾਂ ਐਕਸਪੋਜ਼ ਹੋਏ ਨੇ। ਸੋ ਇਹ ਸਾਰੇ ਐਕਸਪੋਜ਼ ਹੋਏ ਗਰੁੱਪ ਨੂੰ ਇਹ ਜਿਹੜੀ ਦੂਰੀ ਬਣਾਈ ਹੈ, ਇਹਦੀ ਨੇੜਤਾ ਨਹੀਂ ਬਣਨ ਦੇਣੀ, ਬਲਕਿ ਬੰਦੇ ਲੱਭੋ ਚੰਗੇ ਜਿਹੜੇ ਜਾ ਕੇ SGPC 'ਚ ਆਪਣੇ ਕੋਲੇ ਬੜੇ ਸੋਹਣੇ ਸੋਹਣੇ ਕਥਾਕਾਰ, ਕੀਰਤਨਕਾਰ, ਵਿਚਾਰ ਇਤਿਹਾਸਕਾਰ ਆਏ ਨੇ, ਜਿਹੜੇ ਵਿਦ ਫੈਕਟਸ ਐਂਡ ਫਿਗਰਸ ਗੱਲਾਂ ਕਰਦੇ ਨੇ, 8-8, 9-9 ਭਾਸ਼ਾ ਜਾਣਦੇ ਨੇ। ਉਹੋ ਜਿਹੇ ਬੰਦਿਆਂ ਨੂੰ SGPC 'ਚ ਲਿਆਓ ਤਾਂ ਕਿ ਪੰਜਾਬ ਦਾ ਜਿਹੜਾ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਉਸ ਪੱਖ ਤੋਂ ਵੀ ਆਪਾਂ ਮਾਰ ਨਾ ਖਾਈਏ। ਇਹ ਲਈ ਫਿਰਦੇ ਨੇ ਅਸੀਂ ਜੀ ਹੈਗੇ ਆ ਪੰਥ ਦੀ ਫਖਰੇ ਕੌਮ ਦੇ ਆ ਹਾਲਾਤ ਹੁੰਦੇ ਨੇ ਕਿ ਪੰਜਾਬ ਦੇ ਇੱਕ ਇਨਸਾਨ ਨੂੰ ਆਪਦੇ ਸਾਰੇ ਧੀਆਂ ਪੁੱਤਰ, ਆਪਦੇ ਨੂੰਹਾਂ ਤੇ ਆਪਦੇ ਸਭ ਨੂੰ ਬਣਾ ਕੇ ਉੱਥੇ ਦਿੱਲੀ 'ਚ ਪੇਸ਼ ਕਰਤਾ। ਪੰਜਾਬ ਦੇ ਕਿਸਾਨ ਨੂੰ ਕੀ ਲੈ ਕੇ ਆਏ ਨੇ ਦਿੱਲੀੋਂ? ਇਹ ਐਵੇਂ ਫੋਕੇ ਨਾਅਰੇ ਲਾਈ ਜਾਂਦੇ ਸੀ। ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਮੋਦੀ ਤਾਊ ਨੂੰ ਬਣਾ ਦਿਓ, ਅਸੀਂ ਟਰਾਲੀਆਂ ਤੇ ਟਰੱਕ ਭਰ ਨੋਟਾਂ ਦੇ ਲਿਆਵਾਂਗੇ। ਅੱਜ ਉਹ ਪੰਜਾਬ ਦਾ ਦੇਖੋ ਹਾਲਾਤ ਕਿਹੜੇ ਲਿਆ ਕੇ ਖੜੇ ਕਰਦੇ। ਸੋ ਉਹਨਾਂ ਨੇ ਠੀਕ ਕੀਤਾ ਦਿੱਲੀ 'ਚ, ਜਿਹੜਾ ਇਹਨਾਂ ਦੇ ਵੱਟੇ ਹੋਏ ਲੱਡੂ ਵੀ ਨਹੀਂ ਉਹਨਾਂ ਨੇ ਮੂੰਹ ਤੇ ਰੱਖੇ। ਥੈਂਕ ਯੂ ਵੈਰੀ ਮਚ। ਇਹ ਫਾਰਮਰਸ ਦੀ ਧੰਨ ਯੂਨਿਟੀ ਦੇ ਵਾਰੇ ਜਾਈਏ, ਉਹਨਾਂ ਦੀ ਸੋਚ ਦੇ, ਜਿਨ੍ਹਾਂ ਨੇ ਨਾ ਮੋਦੀ ਤੇ ਸ਼ਾਹ ਦਾ ਲੰਚ ਖਾਧਾ, ਜਿਹੜੇ ਵਿਚਾਰੇ ਪੰਗੇ 'ਚ ਬੈਠ ਕੇ ਆਪਦਾ ਲੈ ਕੇ ਗਏ, ਤੇ ਇਹਨਾਂ ਦੇ ਲੱਡੂ ਤੇ ਇਹਨਾਂ ਦੀਆਂ ਹੋਰ ਉੱਥੇ ਵਿਚਾਰੇ ਜਿਹੜੇ ਦਾਨੀ ਸੱਜਣ ਨੇ, ਕੋਈ ਬਦਾਮ ਲੈ ਕੇ ਆ ਰਿਹਾ, ਕੋਈ ਖੋਏ ਦੇ ਇੰਨੇ ਮਣ ਲੈ ਕੇ ਆ ਰਿਹਾ। ਇਹ ਜਿਹੜਾ ਪਿਆਰ ਤੇ ਏਕਤਾ,
ਇਹਨੂੰ ਆਪਾਂ ਉਸ ਦਿਸ਼ਾ 'ਚ ਲੈ ਕੇ ਜਾਈਏ ਤਾਂ ਕਿ ਇਸ ਦਾ ਆਪਾਂ ਫਿਊਚਰ 'ਚ ਵੀ ਫਾਇਦਾ ਉਠਾ ਲਈਏ। ਆਹ ਤਾਂ ਨਹੀਂ ਤਾਂ ਆਪਾਂ ਮਹੀਨਾ ਨਹੀਂ ਹੋਰ ਹਫ਼ਤੇ 'ਚ ਤੋਂ ਵਿਹਲੇ ਹੋ ਜਾਾਂਗੇ। ਉਹ ਖਾ ਕੇ ਤੇ ਵਰਤਾ ਕੇ ਠੀਕ ਆ, ਆਪਾਂ ਚੰਗਾ ਇੰਪ੍ਰੈਸ਼ਨ ਕ੍ਰੀਏਟ ਕਰ ਲਿਆ। ਦਿੱਲੀ ਤੋਂ ਵੀ ਆ ਕੇ ਛਕ ਰਹੇ ਨੇ ਵਿਚਾਰੇ, ਗਰੀਬ ਗੁਰਬਾ ਛਕ ਰਿਹਾ। ਆਪਾਂ ਸਾਰੇ ਯੂਨਾਈਟ ਇੱਕ ਸੰਗਤ ਤੇ ਇੱਕ ਪੰਗਤ 'ਚ ਬੈਠੇ ਆ। ਆਪਾਂ ਸਿਰਫ ਰੂਲਸ ਹੀ ਫੋਲੋ ਕਰ ਰਹੇ ਆ ਇਨਸਾਨੀਅਤ ਦੇ। ਅਸੀਂ ਕੋਈ ਬਹੁਤ ਵੱਡੀ ਕੋਈ ਇਹ ਮੱਲ ਨਹੀਂ ਮਾਰ ਲਈ। ਸੋ ਸਹੀ ਆ ਗੱਲ ਕਿ ਆਪਾਂ ਇਹ ਕੁਝ ਅਕੰਪਲਿਸ਼ ਕੀਤਾ, ਪਰ ਐਟ ਦਾ ਸੇਮ ਟਾਈਮ ਇਹਨੂੰ ਦੂਰਅੰਦੇਸ਼ੀ ਵੱਲ ਲੈ ਕੇ ਜਾਈਏ ਤਾਂ ਕਿ ਆਪਾਂ ਵਧੀਆ ਵਧੀਆ ਕੈਂਡੀਡੇਟ ਲੱਭਣੇ ਸ਼ੁਰੂ ਕਰੀਏ ਜਿਹੜੇ ਪੜ੍ਹੇ ਲਿਖੇ ਹੋਣ, ਜਿਹੜਿਆਂ ਕੋਲ ਵਿਜ਼ਨ ਹੋਵੇ, ਇੰਟੈਲੈਕਚੁਅਲਿਟੀ ਹੋਵੇ, ਰਿਸਰਚ ਓਰੀਐਂਟਡ ਹੋਣ, ਫੈਕਟਸ ਐਂਡ ਫਿਗਰ ਜਾਣਦੇ ਹੋਣ, ਬਾਕੀਆਂ ਦੀ ਚਾਣਕੇ ਨੀਤੀ ਸਮਝਦੇ ਹੋਣ, ਸ਼ਤਰੰਜ ਦੇ ਵੀ ਖਿਲਾਰੀ ਹੋਣ, ਐਡਮਿਨਿਸਟ੍ਰੇਟਰ ਵੀ ਹੋਣ। ਐਡਮਿਨਿਸਟ੍ਰੇਟਰ ਉਹੋ ਜਿਹੇ ਹੋਣ, ਪ੍ਰਤਾਪ ਸਿੰਘ ਕਹਿੰਦਾ ਹੁੰਦਾ ਸੀ, ਮੈਂ ਜਕਾਰਾ ਨਹੀਂ ਛੱਡਣਾ ਆ ਪੁਲ ਦਾ, ਇੰਨੀ ਤਰੀਕ ਨੂੰ ਮੈਂ ਉਸ ਪੁਲ ਤੋਂ ਦੀ ਲੰਘਣਾ। ਮੈਂ ਕੋਈ ਕਾਂਗਰਸੀ ਜਾਂ ਉਹਦੀ ਮੈਂ ਹਾਮੀ ਨਹੀਂ ਭਰ ਰਿਹਾ, ਮੈਂ ਇੱਕ ਐਡਮਿਨਿਸਟ੍ਰੇਟਰ ਦੀ ਗੱਲ ਕਰਦਾ। ਉਹਨਾਂ ਕੋਲ ਐਡਮਿਨਿਸਟ੍ਰੇਟਰ ਕਿਹੋ ਜਿਹੇ ਸੀਗੇ? ਡਾਕਟਰ MS ਰੰਧਾਵਾ, IC ਪੁਰੀ, ਜਿਨ੍ਹਾਂ ਦੇ ਕੋਲੇ ਐਡਮਿਨਿਸਟ੍ਰੇਟਿਵ ਪਾਵਰ ਸੀਗੀਆਂ। ਸਾਡੇ ਕੋਲ ਵੀ ਹੈਗੇ ਨੇ, ਇਹ ਵੀ ਯੂਜ਼ ਕਰਦੇ ਰਹੇ ਨੇ ਟਾਈਮ ਟੂ ਟਾਈਮ। ਕਾਹਨ ਸਿੰਘ ਪੰਨੂ, ਗੁਰਪ੍ਰੀਤ ਸਿੰਘ ਤੂਰ, ਕਿੰਨੇ ਵਿਚਾਰੇ ਇਮਾਨਦਾਰ ਤੇ ਉਹ ਪੜ੍ਹੇ ਲਿਖੇ ਤੇ ਹਰ ਇੱਕ ਜਗ੍ਹਾ ਰੈਪੂਟੇਸ਼ਨ ਲੈ ਕੇ ਜਾਂਦੇ ਨੇ। ਸੋ ਆਪਾਂ ਇਸ ਗੱਲ ਤੇ ਫੋਕਸ ਕਰੀਏ ਕਿ ਇਸ ਮੋਮੈਂਟਮ ਚੋਂ ਅਸੀਂ, ਇਸ ਲਹਿਰ ਚੋਂ ਅਸੀਂ ਗਾਂ ਨੂੰ ਆਪਦਾ ਇੱਕ ਨਰਸਰੀ ਬਣਾ ਕੇ, ਇੱਕ ਸਕੂਲ ਬਣਾ ਕੇ ਉਹਨਾਂ ਨੂੰ ਪ੍ਰਾਇਮਰੀ, ਮਿਡਲ, ਹਾਈ ਸਕੂਲ, ਯੂਨੀਵਰਸਿਟੀਆਂ ਉਸ ਲੈਵਲ ਵੱਲ ਨੂੰ ਲੈ ਕੇ ਜਾਈਏ ਤਾਂ ਕਿ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਫਿਊਚਰ ਦੀ ਪੰਜਾਬ ਦੀ, ਉਹ ਇੰਟੈਲੈਕਚੁਅਲ ਹੱਥਾਂ ਦੇ ਵਿੱਚ ਹੋਵੇ। ਬਹੁਤ ਅੱਛਾ, ਬਹੁਤ ਅੱਛਾ। ਬੜਾ ਇੱਕ ਤੁਸੀਂ ਜਿਹੜੀ ਸਹੀ ਤਸਵੀਰ ਪੇਸ਼ ਕੀਤੀ ਆ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਸਿਸਟਮ ਦੀ ਕੀਤੀ ਆ ਔਰ ਐਡਮਿਨਿਸਟ੍ਰੇਸ਼ਨ ਦੀ ਕੀਤੀ ਆ, ਤੁਹਾਨੂੰ ਮੈਂ ਨਵਾਂ ਸ਼ਹਿਰ ਦੀ ਮਿਸਾਲ ਦਿੰਦਾ। ਨਵਾਂ ਸ਼ਹਿਰ 'ਚ ਇੱਕ ਡਿਪਟੀ ਕਮਿਸ਼ਨਰ ਆ ਗਿਆ, ਕ੍ਰਿਸ਼ਨ ਕੁਮਾਰ IAS। ਉਹ ਇੰਨਾ ਸਾਫ਼ ਦਿਲ ਬੰਦਾ ਸੀ, ਨਾ ਆਪ ਖਾਂਦਾ ਸੀ ਨਾ ਕਿਸੇ ਨੂੰ ਖਾਣ ਦਿੰਦਾ ਸੀ। ਅਸੀਂ ਉਹਦੇ ਨਾਲ ਚੈਰਿਟੀ ਦਾ ਕੰਮ ਕੀਤਾ ਕਿਉਂਕਿ ਅਸੀਂ ਬਲੱਡ ਡੋਨੇਸ਼ਨ ਦਾ ਤੇ ਭਰੂਣ ਹੱਤਿਆ ਤੇ ਉਹਦੇ ਨਾਲ ਅਸੀਂ ਚੈਰਿਟੀ ਦੇ NGO ਤੌਰ ਤੇ ਕੰਮ ਕਰਦੇ ਸੀ। ਉਹਨੇ ਇੰਨਾ ਵਧੀਆ ਸਿਸਟਮ ਬਣਾਤਾ। ਉਹਨੇ ਪੰਜਾਬ 'ਚ ਪਹਿਲਾਂ ਬਣਾਇਆ ਸੁਵਿਧਾ ਸੈਂਟਰ, 20 ਵਿੰਡੋ ਬਣਾਤੀਆਂ। ਲੋਕੀ ਕਹਿੰਦੇ ਕੰਮ ਹੋਣ ਲੱਗ ਪਏ, ਉੱਥੇ ਵਿਚੋਲੇ ਖਤਮ ਹੋ ਗਏ। ਲੋਕੀ 1 ਸਾਲ 2 ਸਾਲ ਰਿਹਾ, 1 ਸਾਲ 'ਚ ਕਹਿਣ ਲੱਗ ਪਏ ਵੀ ਜੇ ਇਦਾਂ ਦਾ DC ਹੈ ਤੇ MLA ਕੋਲ ਲੈਣ ਕੀ ਜਾਣਾ। ਤਿੰਨੇ MLA ਇਕੱਠੇ ਹੋ ਗਏ, ਉਸਲੇ ਬਾਦਲ ਸਾਹਿਬ ਸੀਗੇ ਚੀਫ ਮਿਨਿਸਟਰ। ਤੁਸੀਂ ਜੇ ਨਵੇਂ ਸ਼ਹਿਰ ਜ਼ਿਲ੍ਹਾ 'ਚੋਂ ਸੀਟ ਜਿੱਤਣੀ ਹੈ ਕਿ ਨਹੀਂ? ਕਹਿੰਦੇ ਕੀ ਗੱਲ? ਕਹਿੰਦੇ ਜੀ ਲੋਕੀ ਤਾਂ ਕਹਿਣ ਲੱਗ ਪਏ ਵੀ ਜੇ ਇਦਾਂ ਦਾ DC ਹੈ, ਇਦਾਂ ਦਾ ਸਿਸਟਮ ਮਜ਼ਬੂਤ ਹੋ ਗਿਆ, MLA ਕੋਲ ਜਾਣਾ ਕੀ ਲੈਣ। ਉਸ ਵੇਲੇ ਬਦਲ ਦਿੱਤਾ, 5 ਸਾਲ ਉਹ ਦਿੱਲੀ ਭੇਜ ਦਿੱਤਾ, 5 ਸਾਲ ਬਾਅਦ ਹੁਣ ਆਇਆ। ਕਹਿਣ ਦਾ ਮਤਲਬ ਇਹ ਚਾਹੁੰਦੇ ਹੀ ਨਹੀਂ ਸਿਸਟਮ ਮਜ਼ਬੂਤ ਹੋਣਾ। ਹੁਣ ਅਸੀਂ ਬਾਹਰ ਆਏ, ਅਮਰੀਕਾ, ਕੈਨੇਡਾ, ਉਹ ਕੰਟਰੀ 'ਚ ਆਏ ਆ। ਇੱਥੇ ਕੀ ਚੀਜ਼ ਆ? ਇੱਥੇ ਸਿਸਟਮ ਹੈ। ਇੱਥੇ ਸਿਸਟਮ ਕਰਕੇ ਜਿਹੜਾ ਸਾਰਾ ਚੀਜ਼ ਤਰੱਕੀ ਹੋ ਰਹੀ ਆ, ਲੋਕੀ ਖੁਸ਼ ਨੇ, ਹਰ ਚੀਜ਼ ਬਰਾਬਰਤਾ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹ ਸਿਸਟਮ ਨਹੀਂ ਚਾਹੁੰਦੇ। ਸਾਫ਼ ਬੰਦੇ ਅੱਗੇ ਆਉਣਗੇ, ਉਹ ਸਿਸਟਮ ਚਾਹੁਣਗੇ। ਇਹ ਕਿਹੜੇ ਕਰਪਟ ਬੰਦੇ ਆ। ਹੁਣ ਤੁਸੀਂ ਦੇਖ ਲਓ ਕਿ ਮਾਇਆਵਤੀ ਕਿੰਨਾ ਰੌਲਾ ਪਾਉਂਦੀ ਸੀ, ਮੈਂ ਪ੍ਰਧਾਨ ਮੰਤਰੀ ਬਣਨਾ, ਮੈਂ ਪ੍ਰਧਾਨ ਮੰਤਰੀ ਬਣਨਾ। ਹਾਥਰਸ ਦੇ ਵਿੱਚ ਇੱਕ ਲੜਕੀ ਦਾ ਨਾਲ ਜ਼ਿਆਦਤੀ ਹੋਈ ਆ, ਇੱਕ ਆਵਾਜ਼ ਨਹੀਂ ਬੋਲੀ ਤੇ ਉਹਨੂੰ ਲੋਕੀ ਜਿਹੜੇ ਪੈ ਗਏ, ਕਹਿੰਦੇ ਤੂੰ ਇਹ ਬੋਲੀ ਕਿਉਂ ਨਹੀਂ? ਕਹਿੰਦੀ ਮੈਨੂੰ CBI ਦਾ ਆ ਗਈ ਆ ਟੈਲੀਫੋਨ, ਕਿ ਚੁੱਪ ਕਰਕੇ ਬੈਠ ਜਾ, ਨੇ ਤੇਰੀਆਂ ਫਾਈਲਾਂ ਆਈਆਂ ਪਈਆਂ। ਆਹ ਹਾਲ ਆ। ਇਹ ਸਾਰੇ ਕਾਣੇ ਨੇ, ਭਾਵੇਂ ਕੈਪਟਨ ਸਾਹਿਬ ਹੈ, ਭਾਵੇਂ ਬਾਦਲ ਹੈ, ਭਾਵੇਂ ਕੋਈ ਆ। ਜਿਸ ਵੇਲੇ ਕੋਈ ਉੱਠਦਾ ਨਾਲ ਹੀ ਮੋਦੀ ਸਾਹਿਬ ਵੱਲੋਂ ਉੱਧਰ ਚਲੇ ਜਾਂਦਾ। ਇਹ ਸਿਸਟਮ ਏਦਾਂ ਹੀ ਰਹਿਣਾ। ਦੂਸਰੀ ਗੱਲ ਮੈਂ ਕਰਨਾ ਚਾਹੁੰਦਾ ਹਿਊਮਨ ਰਾਈਟਸ ਦੀ। ਉੱਥੇ ਹਿਊਮਨ ਰਾਈਟਸ ਜਿਹੜੇ ਹੈਗਾ, ਜਿਸ ਵੇਲੇ ਮੈਂ 1975 'ਚ ਇੱਥੇ ਆਇਆ ਪਹਿਲੀ ਵਾਰੀ, ਮੈਂ ਇੱਥੇ ਇੱਕ ਅਟੈਂਡ ਕੀਤਾ ਰੋਟਰੀ ਕਲੱਬ ਵੱਲੋਂ ਹਿਊਮਨ ਰਾਈਟਸ ਦੀ ਗੱਲ। ਮੈਂ ਉੱਥੇ ਜਾ ਕੇ ਜਿਸ ਵੇਲੇ ਕੀਤੀ, ਉਹ ਕਹਿੰਦੇ ਇਹ ਕੀ ਹੁੰਦਾ, ਹਿਊਮਨ ਰਾਈਟਸ ਕੀ ਹੁੰਦਾ, ਸਮਝ ਹੀ ਨਹੀਂ ਆਵੇ ਗੱਲ। ਹੁਣ ਉੱਥੇ ਸੰਸਥਾਵਾਂ ਬਣਨ ਲੱਗੀਆਂ ਤਾਂ ਉਹਨਾਂ ਦੇ ਉੱਤੇ ਸਿਆਸੀ ਕੁੰਡਾ, ਉਹਨਾਂ ਦੇ ਵਿੱਚ ਪੂਰੀ, ਉਹਨਾਂ ਨੂੰ ਵੀ ਯਾਨੀ ਕਿ ਨਿਸਵਾਰਥ ਕਰ ਦਿੱਤਾ। ਮੈਂ ਇਹ ਸੋਚਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਪ੍ਰਵਾਸੀ ਜਿਹੜੇ ਇਸ ਪਾਸੇ ਸੋਚੀਏ ਕਿ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਆ, ਉਹਨਾਂ ਨੂੰ ਆਪਾਂ ਐਕਟਿਵ ਕਰੀਏ ਤਾਂ ਕਿ ਅਸੀਂ ਉੱਥੇ ਆਵਾਜ਼ ਉਠਾ ਸਕੀਏ। ਡੈਮੋਕ੍ਰੇਸੀ ਜਿਹੜੀ ਹੈ ਉਹਨਾਂ ਡੈਮੋਕ੍ਰੇਸੀ ਬਣਾਤੀ ਆ, ਲੋਕਤੰਤਰ ਦਾ ਡੰਡਾ ਤੰਤਰ ਬਣਾਤਾ। ਸੋ ਇਹ ਉੱਥੇ ਦਾ ਜਿਹੜਾ ਹਿਊਮਨ ਰਾਈਟਸ ਆ, ਉਹਦਾ ਵੀ ਉਹਨਾਂ ਨੇ ਬੇੜਾ ਗਰਕ ਕਰ ਦਿੱਤਾ। ਆਪਾਂ ਨੂੰ ਪੂਰੀ ਦੁਨੀਆ ਦਾ ਜਿਹੜਾ ਪ੍ਰੈਸ਼ਰ ਹੈ, ਜਿਸ ਤਰ੍ਹਾਂ ਕਿ ਹੁਣ ਬਣਿਆ, ਜਿਸ ਤਰ੍ਹਾਂ ਕਿ ਟਰੂਡੋ ਸਾਹਿਬ ਨੇ ਕਿਹਾ, ਹੋਰ ਕਈ ਇਹ ਗੱਲ ਕੀਤੀ ਆ, ਇਹੀ ਹੈ ਬਰਾਬਰਤਾ ਦੀ, ਇਹੀ ਹੈ ਸਰਬੱਤ ਦਾ ਭਲਾ, ਇਹੀ ਸਾਰਾ ਕੁਝ ਹੈਗਾ। ਸੋ ਮੈਂ ਹੁਣ ਬੇਨਤੀ ਕਰਾਂਗਾ ਜੋ ਪੰਜਾਬ 'ਚੋਂ ਆਵਾਜ਼ ਆ ਰਹੀ ਆ ਕਿ ਝੰਡੇ ਵੱਧ ਤੋਂ ਵੱਧ ਲਾਏ ਜਾਣ
ਔਰ ਉਹਦੇ ਬਾਰੇ ਮੈਂ ਹੁਣ ਗਰੇਵਾਲ ਸਾਹਿਬ ਨੂੰ ਬੇਨਤੀ ਕਰਾਂਗਾ, ਆਪਣੇ ਗੁਰਪ੍ਰੀਤ ਹੋਣਾ ਨੂੰ, ਕਿ ਉਹ ਝੰਡਿਆਂ ਦਾ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਉਹ ਸਾਡਾ ਵਿਚਾਰ ਅਧੀਨ ਆ, ਤੇ ਉਹਨੂੰ ਆਪਾਂ ਪਿੰਡਾਂ 'ਚ ਵੱਧ ਤੋਂ ਵੱਧ ਲਾਈਏ, ਕਿਉਂਕਿ ਸਾਰ ਕੋਈ ਨਹੀਂ ਆ ਸਕਦਾ, ਲੇਕਿਨ ਜਿਹੜੇ ਝੰਡੇ ਦੇਖੂਗਾ ਕਿ ਇਹ ਹਰੀ ਕ੍ਰਾਂਤੀ ਚੋਂ ਹਰੇ ਰੰਗ ਦਾ ਝੰਡਾ ਆ ਔਰ ਉਹ ਬਦਲਾਵ ਦੀ ਨਿਸ਼ਾਨੀ ਹੋਊਗਾ, ਕੱਲ ਨੂੰ ਜਿਹੜੇ ਨੀਲੀਆਂ ਪੱਗਾਂ ਵਾਲੇ ਜਾਂ ਚਿੱਟੀਆਂ ਵਾਲੇ ਉੱਥੇ ਦੂਜਾ ਝੰਡਾ ਨਹੀਂ ਲਾ ਸਕੂਗੇ, ਤਾਂ ਅਸੀਂ ਸਮਝਦੇ ਹਾਂ ਕਿ ਸਾਫ਼ ਬੰਦੇ ਆਉਣ ਲਈ ਇੱਕ ਚੰਗਾ ਇਹ ਸੰਕੇਤ ਆ। ਇਹਦੇ ਲਈ ਗੁਰਪ੍ਰੀਤ ਜੀ ਆਪਣੇ ਵਿਚਾਰ ਦੱਸੋ। ਦੇਖੋ ਏਦਾਂ ਜੀ, ਜਦੋਂ ਕੋਈ ਵੀ ਸੰਘਰਸ਼ ਹੁੰਦਾ ਨਾ, ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਕੀ ਆ ਵੀ ਆਪਣੇ ਥਾਂੋਂ ਥਾਂ ਡਿਊਟੀਆਂ ਸੰਭਾਲਣੀਆਂ ਪੈਣੀਆਂ। ਹੁਣ ਜਿਵੇਂ ਆਪਾਂ ਇੱਥੇ ਬੈਠੇ ਆ, ਆਪਾਂ ਫੇਸਬੁੱਕ ਤੇ ਜੋ ਵੀ ਕੰਟਰੀਬਿਊਟ ਕਰ ਸਕਦੇ ਆਪਾਂ ਕਰ ਰਹੇ ਆ। ਏਦਾਂ ਹੀ ਮਤਲਬ ਇਹ ਇੱਕ ਬਹੁਤ ਵਧੀਆ ਸੱਦਾ ਆ, ਤੇ ਇਸ ਚੀਜ਼ ਦਾ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਬਾਹਰ ਆਪਣੇ NRI ਵੀਰ ਬੈਠੇ ਨੇ, ਆਪਣੇ ਪਿੰਡਾਂ 'ਚ ਜਿਹੜੇ ਜਾਣ ਪਛਾਣ ਵਾਲੇ ਨੇ, ਉਹਨਾਂ ਨੂੰ ਫੋਨ ਕਰੋ, ਉਹਨਾਂ ਨਾਲ ਵਿਚਾਰ ਚਰਚਾ ਕਰੋ, ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰੋ। ਦੇਖੋ ਆਪਾਂ ਵਿਕਸਿਤ ਦੇਸ਼ਾਂ 'ਚ ਰਹਿੰਦੇ ਆ, ਸਾਡੀ ਜਿਹੜੀ ਥਿੰਕਿੰਗ ਆ ਉਹ ਇੱਕ ਡਿਫਰੈਂਟ ਤਰੀਕੇ ਨਾਲ ਡਿਵੈਲਪ ਹੋਈ ਆ, ਸਾਨੂੰ ਇੱਥੋਂ ਦਾ ਐਕਸਪੋਜ਼ਰ ਆ। ਆਪਾਂ ਉਹਨਾਂ ਦੇ ਵਿਚਾਰ ਸੁਣੀਏ, ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰੀਏ, ਤੇ ਉਹਨਾਂ ਨੂੰ ਕਹੀਏ ਵੀ ਜਿੱਥੇ ਤੁਸੀਂ ਥਾਂੋਂ ਥਾਂ ਹੀ ਬੈਠੇ ਆ, ਉੱਥੇ ਜੋ ਵੀ ਤੁਸੀਂ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਪੈਦਾ ਕਰ ਸਕਦੇ ਆ, ਪਹਿਲਾਂ ਤਾਂ ਆਪਾਂ ਮੋਰਚੇ ਵਾਸਤੇ ਉਹ ਕਰੀਏ। ਫਿਰ ਇਹ ਆ ਵੀ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕੀਤੀ ਆ, ਉਹ ਬਹੁਤ ਹੀ ਇੰਪੋਰਟੈਂਟ ਆ, ਵੀ ਜਿਹੜੀ ਇਹਨੇ ਨਰਸਰੀ ਬਣਾਉਣ ਦੀ ਗੱਲ ਕੀਤੀ। ਜੇ ਕਹੀਏ ਵੀ ਉਦੋਂ ਇਲੈਕਸ਼ਨ ਦੇ ਕੋਲ ਜਾ ਕੇ ਕੁਝ ਹੋ ਜਾਣਾ, ਉਦੋਂ ਕੁਝ ਨਹੀਂ ਹੋਣਾ, ਆਪਾਂ ਫਿਰ ਉੱਥੇ ਹੀ ਕਰ ਜਾਣਾ ਵੀ ਇਹ ਜੀ ਹੁਣ ਸਾਡੇ ਮਤਲਬ ਪਿੰਡ ਦਾ ਸਰਪੰਚ ਆ, ਇਹ ਹੁਣ ਸਾਡੇ ਕੋਲ ਆ ਗਿਆ, ਮੈਂ ਇਹਨੂੰ ਹੁਣ ਕੀ ਕਵਾਂ, ਮੈਨੂੰ ਹੁਣ ਇਹਦਾ ਮੂੰਹ ਰੱਖਣਾ ਪੈਣਾ। ਆਪਾਂ ਇਸ ਚੀਜ਼ ਚੋਂ ਸਾਨੂੰ ਬਾਹਰ ਆਉਣਾ ਪੈਣਾ, ਤੇ ਉਹ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਜਿੱਥੇ ਏਦਾਂ ਹੋਵੇ ਵੀ ਆਪਾਂ ਪਹਿਲਾਂ ਹੀ ਉਹਦੀ ਆਪਣੀ ਨਿਸ਼ਾਨਦੇਹੀ ਹੋਣੀ ਸ਼ੁਰੂ ਹੋ ਜਾਏ ਵੀ ਭਾਈ ਇਹ ਪਿੰਡ, ਇਹ ਪਰਿਵਾਰ, ਇਹ ਬੰਦਾ ਇਹਨਾਂ ਵਿਚਾਰਾਂ ਦਾ ਧਾਰਨੀ ਆ। ਤੁਸੀਂ ਉਸ ਚੀਜ਼ਾਂ ਦੇ ਮਤਲਬ ਆਪਣੇ ਜਿਹੜੇ ਸਾਂਝੀਵਾਲਤਾ ਦੇ ਝੰਡੇ ਨੇ, ਜਾਂ ਆਪਣੇ ਕਿਸਾਨੀ ਨੂੰ ਜਾਂ ਇਸ ਅੰਦੋਲਨ ਨੂੰ ਸੰਬੋਧਨ ਕਰਨ ਵਾਲੇ ਜਿਹੜੇ ਝੰਡੇ ਨੇ, ਤੇ ਉਹ ਆਪਾਂ ਥਾਂ ਥਾਂ ਹੀ ਬਣਾ ਕੇ ਲਾਈਏ, ਸਾਡੀਆਂ ਗੱਡੀਆਂ ਤੇ, ਸਾਡੇ ਟਰਾਲੀਆਂ ਤੇ, ਸਾਡੇ ਘਰਾਂ ਤੇ, ਸਾਰੇ ਪਾਸੇ ਨਿਸ਼ਾਨੀ ਦੇ ਤੌਰ ਤੇ ਉਹ ਹੋਣਾ ਬਹੁਤ ਜ਼ਰੂਰੀ ਹੈ। ਵੀ ਜਿੱਥੇ ਇਹ ਆ ਵੀ ਇੱਕ ਕਲੀਅਰ ਮੈਸੇਜ ਆਵੇ, ਬਿਲਕੁਲ ਕਲੀਅਰ ਮੈਸੇਜ ਆਵੇ ਹਰ ਲੈਵਲ ਤੇ। ਦੂਸਰਾ ਇੱਕ ਮੈਂ ਆਖਰੀ ਗੱਲ ਸ਼ੇਅਰ ਕਰਨੀ ਚਾਹੁੰਦਾ, ਉਹ ਇਹ ਹੈ ਜੀ ਵੀ ਜਿਹੜਾ ਸੋਸ਼ਲ ਮੀਡੀਆ ਆ, ਉਹਦੇ ਤੇ ਆਪਾਂ ਜ਼ਰੂਰ ਤਵੱਜੋ ਦਈਏ ਵੀ ਸੋਸ਼ਲ ਮੀਡੀਆ ਆਪਾਂ ਕਿਵੇਂ ਯੂਜ਼ ਕਰਨਾ। ਸਾਰੇ ਸੋਸ਼ਲ ਮੀਡੀਆ ਇੰਪੋਰਟੈਂਟ ਨੇ। ਹੈਸ਼ਟੈਗ ਕੀ ਹੁੰਦਾ, ਹੈਸ਼ਟੈਗ ਕਿੱਦਾਂ ਯੂਜ਼ ਕਰਨੇ ਆ, ਆਪਣੇ ਆਪ ਨੂੰ ਸੋਸ਼ਲ ਮੀਡੀਆ ਦੀ ਬੜੀ ਪਾਵਰ, ਟਵਿੱਟਰ ਖਾਸ ਕਰਕੇ, ਕਿਉਂਕਿ ਟਵਿੱਟਰ ਤੇ ਇਸ ਵੇਲੇ ਪੰਜਾਬੀ ਬਹੁਤ ਐਕਟਿਵ ਹੋਏ ਨੇ। ਮੈਂ ਸਾਰੇ ਜਿਹੜੇ ਆਪਣੇ ਸੁਣ ਰਹੇ ਸੱਜਣ ਆ ਉਹਨਾਂ ਨੂੰ ਤੇ ਉਹਨਾਂ ਤੋਂ ਗਾਂ ਹੋਰ ਮੈਸੇਜ ਦੇਣਾ ਚਾਹੁੰਦਾ ਵੀ ਭਾਈ ਜਿਹੜਾ ਤੁਹਾਡਾ ਟਵਿੱਟਰ ਹੈਗਾ, ਇਹਨੂੰ ਵੱਧ ਤੋਂ ਵੱਧ ਯੂਜ਼ ਕਰੋ, ਇਹਦੇ ਤੇ ਹੈਸ਼ਟੈਗ ਕਿਉਂ ਕਰੋ। ਤੁਸੀਂ ਗੂਗਲ ਕਰ ਸਕਦੇ ਆ, ਕਿਸੇ ਵੀ ਸੋਸ਼ਲ ਮੀਡੀਆ ਤੇ ਦੇਖ ਲਓ ਜਿਹੜੇ ਕਾਮਨ ਇਸ ਮੋਰਚੇ ਨਾਲ ਸੰਬੰਧਿਤ ਜਿਹੜੇ ਹੈਸ਼ਟੈਗ ਚੱਲ ਰਹੇ ਨੇ, ਉਹ ਤੁਸੀਂ ਯੂਜ਼ ਕਰੋ ਤਾਂ ਜੋ ਅਸੀਂ ਇਹਨੂੰ ਉਹਦੇ ਤੇ ਹਾਈਲਾਈਟ ਕਰੀਏ। ਤੇ ਇੱਕ ਆਖਰੀ ਇੱਕ ਗੱਲ ਕਿ ਜਦੋਂ ਕੋਈ ਵੀ ਚੀਜ਼ ਆਪਾਂ ਸ਼ੇਅਰ ਕਰਦੇ ਆ, ਕੁਝ ਵੀ ਕਰਦੇ ਆ, ਉਹਦੀ ਥੋੜੀ ਜਿਹੀ ਵੈਰੀਫਿਕੇਸ਼ਨ ਆਪਾਂ ਜ਼ਰੂਰ ਕਰ ਲਿਆ ਕਰੀਏ। ਮਾੜਾ ਜਿਹਾ ਨੂੰ ਸਹਿਜ ਦੇਖ ਕੇ ਉਹਨੂੰ ਉਹਦੀ ਦੂਰ ਅੰਦੇਸ਼ੀ ਨਾਲ, ਜਿਵੇਂ ਗਰੇਵਾਲ ਸਾਹਿਬ ਨੇ ਗੱਲ ਕੀਤੀ ਆ ਵੀ ਉਹਦੀ ਦੂਰ ਅੰਦੇਸ਼ੀ ਨੂੰ ਦੇਖ ਕੇ ਹੀ ਸ਼ੇਅਰ ਕਰੀਏ। ਕਈ ਵਾਰੀ ਆਪਾਂ ਤੱਤੇ ਸ਼ੇਅਰ ਕਰ ਦਿੰਦੇ ਆ, ਬਾਅਦ ਚ ਪਤਾ ਲੱਗਦਾ ਵੀ ਇਹ ਚੀਜ਼ ਐਕਚੁਅਲੀ ਸਾਡੇ ਵਾਸਤੇ ਹਾਨੀਕਾਰਕ ਸੀ। ਬਹੁਤ ਅੱਛੇ ਵਿਚਾਰ ਆ। ਤੇ ਇਹ ਅਸੀਂ ਜਿਹੜੀ ਝੰਡਿਆਂ ਦਾ ਜਿਹੜਾ ਹੈਗਾ ਮੁੱਦਾ, ਉਹ ਉੱਥੇ ਕਿਉਂਕਿ ਉਹ ਲੋਕੀ ਮੰਗ ਰਹੇ ਦੁਕਾਨਾਂ ਤੇ ਜਾ ਕੇ, ਪ੍ਰਿੰਟਿੰਗ ਪ੍ਰੈਸ ਵਾਲਿਆਂ ਨੂੰ ਕਹਿ ਰਹੇ ਆ ਕਿ ਸਾਨੂੰ ਝੰਡੇ ਬਣਾ ਕੇ ਦਿਓ, ਤਾਂ ਉਹ ਸਾਡਾ ਸੰਪਰਕ ਆ ਔਰ ਅਸੀਂ ਇਹਨੂੰ ਵੱਡੇ ਸਕੇਲ ਦੇ ਉੱਤੇ ਜਿੱਥੇ ਜਿੱਥੇ ਆਪਣੇ ਮੁਜ਼ਾਹਰੇ ਚੱਲ ਰਹੇ ਨੇ ਉੱਥੇ ਉੱਥੇ ਵੰਡਾਂਗੇ, ਕਿਉਂਕਿ ਉਹ ਲੋਕ ਇਨਵੋਲਵ ਹੋ ਕੇ ਆਪਣੇ ਘਰ ਨੂੰ ਜਾਂਦੇ ਆ ਤਾਂ ਉਹ ਲਾਣਗੇ ਵੀ, ਸੇਫਟੀ ਵੀ ਹੋਏਗੀ, ਸਿਕਿਉਰਿਟੀ ਵੀ ਹੋਏਗੀ, ਔਰ ਉਹ ਉਹਨਾਂ ਨੂੰ ਇੱਕ ਪ੍ਰਤੀਕ ਨਜ਼ਰ ਆਊਗਾ, ਇੱਕ ਆਜ਼ਾਦੀ ਦਾ, ਇੱਕ ਜਿਹੜੇ 70 ਸਾਲ ਦੀ ਜਿਹੜੀ ਆਪਾਂ ਗੁਲਾਮੀ ਆ, ਉਹ ਤੋਂ ਬਾਅਦ ਸਹੀ ਆਜ਼ਾਦੀ ਲਈ ਉਸ ਝੰਡੇ ਦੇ ਵਿੱਚੋਂ ਉਹਨਾਂ ਨੂੰ ਉਹ ਹਰਿਆਵਲ ਨਜ਼ਰ ਆਊਗੀ ਜਿਹੜੀ ਉਹ ਹਰੀ ਕ੍ਰਾਂਤੀ ਨੇ ਪੈਦਾ ਕੀਤੀ ਆ। ਸੋ ਅੱਜ ਦਾ ਜਿਹੜੀ ਚਰਚਾ ਹੈ ਉਹ ਬੜੀ ਹੀ ਉਸਾਰੂ ਰਹੀ ਆ, ਔਰ ਕਈ ਅਸੀਂ ਐਸੇ ਪਹਿਲੂ ਆ, ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਅਸੀਂ ਪੂਰੀ ਵਿਚਾਰ ਕੀਤੀ ਆ। ਸੋ ਇਹਨਾਂ ਤੋਂ ਇਲਾਵਾ ਪੰਜਾਬ 'ਚੋਂ ਹੁਣ ਕਈ ਨੌਜਵਾਨ ਜਥੇਬੰਦੀਆਂ ਉਹਨਾਂ ਨੇ ਕਿਹਾ ਵੀ ਨੋ ਫਾਰਮਰ ਨੋ ਫੂਡ ਦੇ ਸਟਿੱਕਰ ਬਣਾ ਕੇ ਉਹ ਕਾਰਾਂ ਤੇ ਲਾ ਰਹੇ ਆ। ਸੋ ਕਹਿਣ ਦਾ ਮਤਲਬ ਆਪ ਮੁਹਾਰੇ ਜਿਹੜੇ ਇਸ ਤੁਰ ਪਏ ਨੇ, ਆੜਤੀਏ ਤੁਰ ਪਏ ਆ, ਆੜਤੀਏ ਬੱਸਾਂ ਭਰ ਕੇ ਪੂਰੀਆਂ ਮੰਡੀਆਂ ਦੇ
ਉਹ ਉੱਥੇ ਆ ਰਹੇ ਨੇ। ਕਦੇ ਏਦਾਂ ਸੁਣਿਆ ਨਹੀਂ ਸੀ ਵੀ ਆੜ੍ਹਤੀਏ ਵੀ ਇਸ ਤਰ੍ਹਾਂ ਨਾਲ ਤੁਰਨਗੇ, ਕਦੇ ਜਿਹੜੇ ਮਜ਼ਦੂਰ ਆ ਉਹ ਵੀ ਇਸ ਤਰ੍ਹਾਂ ਨਾਲ ਤੁਰੇ ਨੇ। ਸੋ ਇਹ ਜਿਹੜਾ ਕਿਸਾਨ ਸੀਗਾ, ਇਹ ਇੱਕ ਬੜਾ ਅਨਮੋਲ ਸੀ। ਉਹਨੂੰ ਦੇਖ ਲਓ ਕਿ ਕਿਸ ਤਰ੍ਹਾਂ ਇਹਨਾਂ ਨੇ ਬੇਵਕੂਫ ਬਣਾਉਣ ਦੀਆਂ ਇਹ ਚਾਲਾਂ ਨੇ ਸਾਰੀਆਂ। ਹੁਣ ਕਹੀ ਜਾਂਦੇ ਆ ਕਿ ਨਹੀਂ ਜੀ ਇਹਨਾਂ ਨੂੰ ਸਮਝ ਨਹੀਂ ਆਈ ਵੀ ਜਿਹੜੇ 7-7 ਘੰਟੇ ਤੁਹਾਡੇ ਨਾਲ ਉੱਥੇ ਬੈਠ ਕੇ ਉਹ ਗੱਲ ਕਰਦੇ ਆ, ਉਹ 'ਚ LLB ਵੀ ਆ, ਉਹ 'ਚ ਪੜ੍ਹੇ ਲਿਖੇ ਆ, ਉਸ ਵੇਲੇ ਤੁਸੀਂ ਕਿੱਦਾਂ ਸੈਟੀਸਫਾਈ ਹੋ ਜਾਂਦੇ ਆ? ਜਦੋਂ ਬਾਹਰ ਜਾਂਦੇ ਆ ਫਿਰ ਤੁਸੀਂ ਕਹਿੰਦੇ ਸਮਝ ਨਹੀਂ ਆਉਂਦੀ, ਫਿਰ ਕਹਿੰਦੇ ਆ ਜੀ ਇਹ ਸਾਰੀ ਕੰਟਰੀ ਨੂੰ ਫਾਇਦਾ ਹੈ। ਤੇ ਜੇ ਕੰਟਰੀ ਨੂੰ ਫਾਇਦਾ ਤੇ ਫਿਰ ਉੱਥੋਂ 1000 ਨੂੰ ਝੋਨਾ ਕਿਉਂ ਵਿਕਦਾ ਜਦ ਕਿ ਉਹੀ ਝੋਨਾ 1800 ਨੂੰ ਵਿਕ ਰਿਹਾ ਪੰਜਾਬ, ਉੱਥੋਂ ਆ ਰਹੇ ਟਰੱਕ ਭਰ ਕੇ। ਕਹਿਣ ਦਾ ਮਤਲਬ ਇਹ ਬਿਲਕੁਲ ਇਹ ਬਿਲਕੁਲ ਹੀ ਸਮਝਦੇ ਆ ਕਿ ਕੋਈ ਪੜ੍ਹਿਆ ਲਿਖਿਆ ਹੈ ਨਹੀਂ, ਇਹ ਅਨਪੜ੍ਹ ਨੇ, ਇਹਨਾਂ ਨੂੰ ਬੇਵਕੂਫ ਬਣਾਵਾਂਗੇ। ਔਰ ਕਹਿਣ ਦਾ ਮਤਲਬ ਇਹ ਜਿਹੜੇ ਲੀਡਰ ਗੱਲਾਂ ਕਰਦੇ ਇਹਨਾਂ ਨਾਲੋਂ ਜ਼ਿਆਦਾ ਪੜ੍ਹੇ ਕਿਸਾਨ ਅੱਜ ਉੱਥੇ ਮੋਰਚੇ 'ਚ ਬੈਠੇ ਆ, ਉਹਨਾਂ ਦੇ ਵਿਚਾਰ ਆ। ਈਵਨ ਕਿ ਵਕੀਲ ਦੇਖੋ, ਸਾਡੀਆਂ ਬੇਟੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ, ਉਹਨਾਂ ਦੇ ਵਿਚਾਰ ਦੇਖੋ ਕਿੰਨੇ ਵਧੀਆ, ਔਰ ਉਹਨਾਂ ਨੇ ਕਿੰਨੀ ਗਹਿਰਾਈ 'ਚ ਗੱਲ ਕੀਤੀ ਇਹਨਾਂ ਦੇ ਕਾਨੂੰਨਾਂ ਬਾਰੇ। ਔਰ ਸਾਡਾ ਜਿਹੜੀ ਫੂਲਕਾ ਸਾਹਿਬ ਨੇ ਇਕੱਠੇ ਕਰਕੇ ਸਾਰੇ ਵਕੀਲ ਲਗਾਏ ਉੱਤੇ, ਇੱਕ ਬੜੀ ਵੱਡੀ ਇੱਕ ਇਹ ਚੀਜ਼ ਆ, ਜਿਹੜੇ ਕਾਨੂੰਨ ਨੂੰ ਸਮਝਦੇ ਆ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ। ਸੋ ਚਾਰੇ ਪਾਸੇ ਜਿਹੜੀ ਇਹ ਸਮੁੱਚੇ ਤੌਰ ਦੇ ਉੱਤੇ ਇੱਕ ਮੁਹਿੰਮ ਬਣੀ ਆ, ਇਹ ਸੱਚਮੁੱਚ ਇੱਕ ਇਤਿਹਾਸਕ ਹੈ। ਔਰ ਇਹ ਸਾਡੀ ਜਿਹੜੀ ਹੋਂਦ ਦੀ ਲੜਾਈ ਆ, ਇਹ ਇਕੱਲੇ ਕਿਸਾਨੀ ਖਿੱਤੇ ਦੀ ਨਹੀਂ, ਖੇਤੀਬਾੜੀ ਦੀ ਨਹੀਂ, ਇਹ ਸਾਡਾ ਜਿਹੜਾ ਭਵਿੱਖ ਆ, ਸਾਡੇ ਜਿਹੜੀ ਬੱਚਿਆਂ ਦੀ ਇੱਕ ਆਪਾਂ ਜੱਦੀ ਜਿਹਨੂੰ ਕਹਿੰਦੇ ਆ, ਜੱਦੀ ਜ਼ਮੀਨਾਂ ਛੱਡ ਕੇ ਬੱਚੇ ਵਿਚਾਰੇ, ਸਾਡੀਆਂ ਬੇਟੀਆਂ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਉਹ ਦਰ ਧੱਕੇ ਖਾਂਦੀਆਂ, ਮੁਸ਼ਕਲਾਂ ਨੇ। ਜਦ ਕਿ ਸਾਡੇ ਬੇਟੀ 18 ਸਾਲ ਦੀ ਹੁੰਦੀ ਸੀ ਤਾਂ ਅਸੀਂ ਕਹਿੰਦੇ ਬੇਟੀ ਬਾਹਰ ਨਹੀਂ ਨਿਕਲ, ਬੇਟਾ ਬਾਹਰ ਨਹੀਂ ਨਿਕਲਣਾ, ਤੂੰ ਜੇ ਨਿਕਲਣਾ ਸਿਰ ਤੇ ਚੁੰਨੀ ਲੈ ਕੇ ਨਿਕਲ। ਤੇ 18 ਸਾਲ ਦੀ ਹੈ ਤਾਂ ਹੁਣ ਅਸੀਂ ਬੇਟੀਆਂ ਨੂੰ ਧੱਕਾ ਦੇ ਰਹੇ ਹਾਂ, ਬਾਹਰ ਜਾਓ। ਕਿਉਂ? ਇਹਨਾਂ ਸਰਕਾਰਾਂ ਨੇ 70 ਸਾਲ ਦੇ ਵਿੱਚ ਕੀ ਕੀਤਾ? ਆਪਣੇ ਘਰ ਪੜੇ ਨੇ। ਇੱਕ ਜ਼ਿਮੀਂਦਾਰ ਦੇ ਕਿੱਲੇ ਦੇ ਉੱਤੇ ਗਾਂ ਬੰਨੀ ਹੋਈ ਹੈ, ਮੱਝ ਬੰਨੀ ਹੋਈ ਹੈ, ਸਾਲ 'ਚ ਇੱਕ ਬੱਚਾ ਦਿੰਦੀ ਆ। ਇਹਨਾਂ ਦੇ 6 ਬੱਸਾਂ ਤੋਂ 600 ਬੱਸਾਂ ਕਿੱਦਾਂ ਬਣ ਗਈਆਂ? ਬੱਸਾਂ ਵੀ ਕਦੇ ਸੁਣਦੀਆਂ। ਇਹਨਾਂ ਨੇ ਧਰਮ ਦਾ ਮਿਸਯੂਜ਼ ਕਰਕੇ ਪੰਜਾਬ ਦੇ ਵਿੱਚ, ਸਾਡਾ ਲੇਟੈਸਟ ਧਰਮ ਸੀਗਾ ਔਰ ਇਹਨਾਂ ਸਾਫ਼ ਸੁਥਰਾ ਧਰਮ ਸੀ, ਉਹਦੇ ਵਿੱਚ ਇੰਨੀ ਇਹਨਾਂ ਨੇ ਗੰਦ ਭਰ ਦਿੱਤਾ ਕਿ ਅੱਜ ਉਹਦਾ ਦੇਖ ਲਓ ਤੁਸੀਂ ਹਾਲ ਕੀ ਆ। ਸੋ ਇਹਨਾਂ ਨੇ ਧਰਮ ਦਾ ਮਿਸਯੂਜ਼ ਕਰਕੇ ਉਹਨੂੰ ਆਪਣੀ ਸਿਰਫ ਇਹ ਜਿਹੜਾ ਧਰਮ ਆ, ਉਹ ਤਾਂ ਇੱਕ ਇੰਡੀਵਿਜੂਅਲ ਡਿਵੈਲਪਮੈਂਟ ਆ, ਉਹ ਇੱਕ ਨਿੱਜੀ, ਉਹਦਾ ਇੱਕ ਮਨ ਤੇ ਤਨ ਦੀ ਸ਼ਾਂਤੀ ਲਈ ਇੱਕ ਚੀਜ਼ ਸੀ। ਉਹ ਤਾਂ ਇੱਕ ਦਰਸ਼ਨ ਦੀ ਅੰਦਰ ਜਾਣ ਦੀ, ਅੰਤਰਮੁਖੀ ਜਾਣ ਦੀ ਇੱਕ ਦਰਸ਼ਨ ਦੀ ਚੀਜ਼ ਸੀ। ਇਹਨਾਂ ਨੇ ਪ੍ਰਦਰਸ਼ਨ ਬਣਾਤਾ, ਇਹ ਸੜਕਾਂ ਤੇ ਲੈ ਗਏ। ਔਰ ਇਹੀ ਕਾਰਨ ਆ ਕਿ ਇਹ ਧਰਮ ਜਿਹੜਾ ਹੈਗਾ, ਇਹਨੂੰ ਮੈਨੂੰ ਯਾਦ ਆ ਕਿ ਬਹੁਤ ਪੁਰਾਣੀ ਗੱਲ ਹੈ, ਸ਼ਾਇਦ ਆਪ ਜੀ ਨੂੰ ਯਾਦ ਹੋਵੇਗੀ, ਕਿ ਇਲੈਕਸ਼ਨ ਕਮਿਸ਼ਨ ਨੇ ਇੱਕ ਵਾਰੀ ਪਾਸ ਕਰਤਾ ਸੀ ਵੀ ਕੋਈ ਗੁਰਦੁਆਰੇ 'ਚ ਆ ਕੇ ਚੋਣਾਂ ਵੇਲੇ ਸਪੀਚ ਨਹੀਂ ਦੇ ਸਕਦਾ। ਕਿਉਂਕਿ ਉਦੋਂ ਕੀ ਕਰਦੇ ਸੀ, ਇਹ ਆਉਂਦੇ ਸੀਗੇ ਜੀ ਸਾਨੂੰ ਵੋਟਾਂ ਪਾ ਦਿਓ, ਧਾਰਮਿਕ ਗੱਲਾਂ ਕਰਕੇ ਜਕਾਰੇ ਛੱਡ ਕੇ ਵੋਟਾਂ ਆਪਣੇ ਵੱਲ ਪਾ ਲੈਂਦੇ ਸੀ। ਸੋ ਇਲੈਕਸ਼ਨ ਕਮਿਸ਼ਨ ਦੇ ਉਸ ਵੇਲੇ ਇੱਕ ਬੜਾ ਵਧੀਆ ਇਲੈਕਸ਼ਨ ਕਮਿਸ਼ਨ ਆਇਆ ਸੀ, ਸ਼ਾਇਦ ਮੈਂ ਵੀ ਉਸ ਵੇਲੇ ਕਾਲਜ ਪੜ੍ਹਦਾ ਸੀ, ਤਾਂ ਮੈਂ ਉਸ ਵੇਲੇ ਦੇਖਿਆ ਕਿ ਉਹ ਸੁਧਾਰ ਬੜਾ ਵਧੀਆ ਹੋਇਆ। ਉਸ ਤੋਂ ਬਾਅਦ ਕਿਸੇ ਧਾਰਮਿਕ ਸਥਾਨ ਤੇ ਕੋਈ ਵੀ ਪੋਲੀਟੀਕਲ ਬੰਦਾ ਡਿਊਰਿੰਗ ਇਲੈਕਸ਼ਨ ਸਪੀਚ ਨਹੀਂ ਸੀ ਦੇ ਸਕਦਾ। ਉਹਦਾ ਬੜਾ ਅੱਛਾ ਅਸਰ ਸੀ। ਹੌਲੀ ਹੌਲੀ ਇਲੈਕਸ਼ਨ ਕਮਿਸ਼ਨ ਕਰਨਾ ਚਾਹੁੰਦਾ, ਲੇਕਿਨ ਇਹਨਾਂ ਨੇ ਇਲੈਕਸ਼ਨ ਕਮਿਸ਼ਨ 'ਚ ਵੀ ਆਪਣੇ ਬੰਦੇ ਫਿੱਟ ਕਰ ਲਏ ਆ, ਜਿਹੜੇ ਕਿ ਇਦਾਂ ਦੀਆਂ ਸਾਫ਼ ਸੁਥਰੀਆਂ ਗੱਲਾਂ ਨਹੀਂ ਹੋਣ ਦਿੰਦੇ। ਔਰ ਮੈਂ ਇੱਕ ਇੱਥੇ ਗੱਲ ਕਹਿਣਾ ਚਾਹੂੰਗਾ ਕਿ ਇੱਕ ਜਿਹੜੇ 18 ਸਾਲ ਜਿਸਲੇ ਹੋ ਜਾਂਦੇ ਆ ਤਾਂ ਉਹ ਵੋਟ ਦਾ ਹੱਕ ਦਿੰਦੇ ਆ 21 ਸਾਲ ਦਾ। ਉਸ ਵੇਲੇ ਇੱਕ ਉਹ ਪਹਿਲਾਂ ਲੈਕਚਰ ਦੇਣ ਆਉਂਦੇ ਆ, ਉਹ ਇਲੈਕਸ਼ਨ ਕਮਿਸ਼ਨ ਦਾ ਇੱਕ ਲੈਂਗੁਏਜ ਬਣੀ ਹੋਈ ਆ, ਔਰ ਉਹ ਕਹਿੰਦੇ ਸਾਫ਼ ਬੰਦਾ ਚੁਣੋ, ਗਲਤ ਨਾ ਚੁਣੋ, ਆ ਕਰੋ ਆ ਕਰੋ। ਉਹ ਇੱਕ ਕਾਲਜ ਦੇ ਵਿੱਚ ਆਰਗੇਨਾਈਜ਼ ਕਰਨਾ ਸੀ। ਮੈਂ ਰੋਟਰੀ ਕਲੱਬ ਦਾ ਪ੍ਰਧਾਨ ਸੀ, ਉਸ ਵੇਲੇ ਅਸੀਂ ਆਰਗੇਨਾਈਜ਼ ਕੀਤਾ। ਤਾਂ ਜਿਨ੍ਹਾਂ ਦੀ ਬਣੀ ਸੀ ਵੋਟ ਸਿਰਫ ਉਹੀ ਆਏ, ਲੇਕਿਨ ਹਾਲ ਭਰ ਗਿਆ। ਤਾਂ ਜੋ ਉਹਨੇ ਲੈਕਚਰ ਕੀਤਾ ਉਹਦਾ ਅਸੀਂ ਹੈਰਾਨ ਸੀ ਭਈ ਉਹ ਇੱਕ ਵੀ ਵੋਟ ਨਾ ਨੀਲੀ ਪੱਗ ਵਾਲੇ ਨੂੰ ਗਈ, ਨਾ ਚਿੱਟੀ ਵਾਲੇ। ਉਹਨਾਂ ਨਵੇਂ ਬੰਦੇ ਚੁਣੇ, ਭਾਵੇਂ ਉਹਨਾਂ ਦੀ ਕੋਈ ਪਾਰਟੀ ਸੀ ਕਿ ਨਹੀਂ, ਸਾਫ਼ ਸੁਥਰੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਹੀ ਵੋਟ ਦਾ ਹੱਕ ਦਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ, ਉਹਦਾ ਨਿਯਮ ਬਣਾਇਆ ਹੋਇਆ, ਉਹ ਜਿਹੜੀ ਲੈਂਗੁਏਜ ਬਣਾਈ ਹੋਈ ਆ, ਉਹ ਇੰਨੀ ਸਾਫ਼ ਸੁਥਰੀ ਆ ਕਿ ਤੁਸੀਂ ਸਾਫ਼ ਬੰਦਾ ਚੁਣੋ, ਤੁਹਾਨੂੰ ਇੱਕ ਬਹੁਤ ਵਧੀਆ ਵੋਟ ਦਾ ਹੱਕ ਆ। ਲੇਕਿਨ ਹੌਲੀ ਹੌਲੀ ਇਹਨਾਂ ਨੇ ਉਹ ਵੋਟਾਂ ਜਿਹੜੀਆਂ ਹੈਗੀਆਂ, ਹੁਣ ਹਰ ਕੰਸਟੀਚੁਐਂਸੀ 'ਚ ਮੈਂ ਦੇਖਦਾ 10 ਤੋਂ 15% ਵੋਟਾਂ ਵਿਕਾਊ ਆ। ਕਿਉਂਕਿ ਜਿਹੜੇ ਗਰੀਬ ਆ ਉਹਨਾਂ ਨੂੰ ਕਦੇ ਕਿਸੇ ਨੂੰ ਕੁਛ ਦੇ ਦਿੱਤਾ, ਕਿਸੇ ਨੂੰ ਮੋਬਾਈਲ ਦੇ ਦਿੱਤਾ, ਕਿਸੇ ਨੂੰ ਕੁਛ ਦੇ ਦਿੱਤਾ। ਲੇਕਿਨ ਦੂਜੇ ਪਾਸੇ ਇਹ ਆ, ਜਿੱਦਾਂ ਹੁਣ ਅਸੀਂ NRI ਆ, ਸਾਡੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਦੀ ਬਹੁਤ ਮੁਹਾਰਤ ਆ।
ਉਹ ਜਿਹੜੀ ਆ 17 ਦੀ ਇਲੈਕਸ਼ਨ ਸੀ, ਮੈਂ ਉਸ ਵੇਲੇ ਉੱਥੇ ਸੀ। ਸਾਡੇ ਮੁਹੱਲੇ ਦੇ ਵਿੱਚ, ਸਾਡੀ ਸਟਰੀਟ ਦੇ ਵਿੱਚ ਇੱਕ ਟਰੱਕ ਉਤਰਿਆ ਪੂਰੇ ਮੋਬਾਈਲ ਦਾ, ਔਰ ਸਾਡੇ ਗੁਆਂਢੀਆਂ ਨੇ ਦੱਸਿਆ ਉਹਨਾਂ ਨੇ ਉਸ ਵੇਲੇ ਫੋਟੋ ਖਿੱਚੀਆਂ, ਉਸ ਵੇਲੇ ਈਮੇਲ ਕੀਤੀ, ਦਿੱਲੀ ਗਈ। ਸਵੇਰੇ ਆਉਂਦਿਆਂ 7 ਵਜੇ ਅਸੀਂ ਉੱਠੇ ਤੇ ਪੁਲਿਸ ਖੜੀ ਸੀ, ਉਹ ਸਾਰਾ ਕੁਝ ਜ਼ਬਤ ਹੋ ਗਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਇਲੈਕਸ਼ਨ ਕਮਿਸ਼ਨ ਸਾਰਾ ਉਹਨਾਂ ਵੱਲ ਆ। ਉਹ ਜਿਹੜੀ ਸਾਡੇ ਕੋਲ NRI ਕੋਲ ਸਾਡੀ ਚੀਜ਼, ਜਿਸ ਤਰ੍ਹਾਂ ਗੁਰਪ੍ਰੀਤ ਹੋਣਾ ਦੱਸਿਆ, ਟਵਿੱਟਰ ਹੈ, ਹੋਰ ਹੈ, ਸੋ ਸਾਡੇ ਕੋਲ ਜਿਹੜੀਆਂ ਇਹ ਚੀਜ਼ਾਂ ਨੇ, ਈਮੇਲ, ਫਿਰ ਅਸੀਂ ਇੱਕ ਬੰਦਾ ਪੱਕਾ ਹੀ ਲਾਤਾ ਉੱਥੇ ਦਫ਼ਤਰ ਬਿਠਾਤਾ ਵੀ ਤੂੰ ਰੋਜ਼ ਦੀਆਂ ਈਮੇਲਾਂ ਕਰਨੀਆਂ ਕਮਿਸ਼ਨ ਨੂੰ, ਮਾੜੀ ਮਾੜੀ ਗਲਤੀ ਤੇ ਵੀ। ਤੂੰ ਭਾਵੇਂ ਥੋੜਾ ਅਸਰ ਹੁੰਦਾ ਸੀ, ਲੇਕਿਨ ਹੁੰਦਾ ਜ਼ਰੂਰ ਸੀ। ਸੋ ਅਸੀਂ ਪ੍ਰਵਾਸੀ ਹਾਂ, ਅਸੀਂ ਇਹੀ ਚੀਜ਼ਾਂ ਜਿਹੜੀਆਂ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ, ਇਹ ਵੱਖ-ਵੱਖ ਤਰੀਕੇ ਨਾਲ, ਇਫੈਕਟਿਵ ਤਰੀਕੇ ਨਾਲ ਦੇ ਸਕਦੇ ਹਾਂ। ਸੋ ਮੈਂ ਅਖੀਰ ਦੇ ਵਿੱਚ ਬੇਨਤੀ ਕਰੂੰਗਾ ਮਠਾਰੂ ਸਾਹਿਬ ਨੂੰ ਕਿ ਉਹ ਕੋਈ ਮੁੱਦਾ ਰਹਿ ਗਿਆ ਹੋਵੇ ਤੇ ਉਹ ਆਪਣੇ ਵਿਚਾਰ ਜ਼ਰੂਰ ਦੇਣ। ਮੇਰੇ ਖਿਆਲ ਤੂਰ ਸਾਹਿਬ ਸਾਰੇ ਭਾਈ ਟਾਈਮ ਤਾਂ ਆਪਣਾ ਹੋ ਚੁੱਕਾ ਹੈਗਾ, ਪਰ ਫਿਰ ਵੀ ਸਾਰੇ ਭਰਾਵਾਂ ਦੇ ਅੱਗੇ ਇਹੀ ਬੇਨਤੀ, ਜਿਹੜੇ ਦਿੱਲੀ ਦੇ ਵਿੱਚ ਲੱਗੇ ਹੋਏ ਹੈਗੇ, ਵੀ ਆਪਣਾ ਇਹ ਕੰਮ ਸਿਰੇ ਚੜਾਉਣ ਦੇ ਲਈ ਏਕਾ ਰੱਖਿਓ, ਸਾਂਝ ਰੱਖਿਓ, ਫੋਕਸ ਰੱਖਿਓ, ਬੇਕਾਰ ਦੀਆਂ ਫालतू ਗੱਲਾਂ ਵੱਲ ਧਿਆਨ ਨਾ ਦਿਓ। ਇਹਨੂੰ ਆਪਣੇ ਪੰਜਾਬ ਦਾ ਮੁੱਦਾ ਹੀ ਨਹੀਂ, ਇੰਡੀਆ ਦਾ ਮੁੱਦਾ ਬਣਾ ਕੇ ਚੱਲੋ, ਵੀ ਤਾਂ ਕਿ ਸਾਰੇ ਲੋਕ ਇਹਦੇ ਨਾਲ ਜੁੜਨ, ਕਿਉਂਕਿ ਇਹ ਕੋਈ ਧਰਮ ਦਾ ਮੁੱਦਾ ਨਹੀਂ ਹੈ। ਧਰਮ ਨੂੰ ਇਹਦੇ ਵਿੱਚੋਂ ਸਾਈਡ ਤੇ ਰੱਖਿਓ, ਕਿਉਂਕਿ ਨਹੀਂ, ਧਰਮ ਦੇ ਨਾਲ ਹਰ ਬੰਦੇ ਨੂੰ ਆਪਣਾ ਧਰਮ ਸਭ ਤੋਂ ਜ਼ਿਆਦਾ ਪਿਆਰਾ ਹੁੰਦਾ। ਉਹ ਫਿਰ ਉੱਥੇ ਚੱਕਰ ਵਿੱਚ ਉਲਝ ਜਾਂਦੇ ਅਸੀਂ, ਮੁੱਦਾ ਆਪਣਾ ਵੀ ਇੱਕ ਪਾਸੇ ਰਹਿ ਜਾਂਦਾ ਹੈਗਾ, ਸਾਈਡ ਤੇ ਚਲੇ ਜਾਂਦੇ। ਇਸ ਕਰਕੇ ਮੁੱਦੇ ਤੇ ਧਿਆਨ ਰੱਖੇ ਸਾਰੀ ਲੀਡਰਸ਼ਿਪ, ਤਾਂ ਕਿ ਮੋਦੀ ਸਾਹਿਬ ਧਿਆਨ ਦੇਣ ਵੀ ਅਸੀਂ ਇਹ ਜਿਹੜਾ ਅਸੀਂ ਕਾਨੂੰਨ ਗਲਤੀ ਨਾਲ ਪਾਸ ਕਰ ਬੈਠੇ, ਇਸ ਕਾਨੂੰਨ ਨੂੰ ਇੱਕ ਪਾਸੇ ਰੱਖੋ, ਨਵੇਂ ਸਿਰੇ ਤੋਂ ਸਾਰੀ ਸੋਚ ਵਿਚਾਰ ਕਰਕੇ ਉਹ ਕਾਨੂੰਨ ਲੈ ਕੇ ਆਓ ਜਿਹਦੇ ਨਾਲ ਸਭ ਦਾ ਭਲਾ ਹੋਏ, ਕਿਸਾਨ ਵੀਰਾਂ ਦਾ ਵੀ ਭਲਾ ਹੋਏ, ਮਜ਼ਦੂਰਾਂ ਦਾ ਵੀ, ਗਰੀਬਾਂ ਦਾ ਵੀ, ਸਭ ਦਾ ਭਲਾ ਹੋਵੇ। ਬਹੁਤ ਵਧੀਆ ਵਿਚਾਰ ਮਠਾਰੂ ਸਾਹਿਬ। ਹੁਣ ਮੈਂ ਬੇਨਤੀ ਕਰਾਂਗਾ ਗਰੇਵਾਲ ਜੀ ਨੂੰ ਕਿ ਕੋਈ ਚੀਜ਼ ਰਹਿ ਗਈ ਹੋਵੇ ਤਾਂ ਉਹ ਬਰੀਫ ਆਪਣਾ ਆਖਰੀ ਸ਼ਬਦ ਸਾਨੂੰ ਜ਼ਰੂਰ ਦੱਸਣ। ਵਿੱਚ ਅਸਲ 'ਚ ਸੁਰਜੀਤ ਪਾਤਰ ਜੀ ਦੀ ਬਹੁਤ ਵਧੀਆ ਪੋਇਮ ਆਈ ਸੀ ਇਹਨਾਂ ਦਿਨਾਂ 'ਚ, ਇਸੇ ਹੀ ਫਾਰਮ ਵਾਲੇ ਇਸ਼ੂ ਤੇ। ਉਹ ਤਾਂ ਮੈਂ ਨਹੀਂ, ਪਰ ਮੈਂ ਆਪ 8-10 ਸਾਲ ਪਹਿਲਾਂ ਲਿਖਿਆ ਸੀ, ਕਿਉਂ ਪਾਪ ਕਮਾਉਂਦੇ ਹੋ, ਜੰਮਣ ਤੋਂ ਪਹਿਲਾਂ ਹੀ ਧੀਆਂ ਮਾਰ ਮੁਕਾਉਂਦੇ ਹੋ। ਇਹ ਧਰਤੀ ਪੰਜਾਬਾਂ ਦੀ, ਦੁੱਧ ਪਾਣੀ ਸੁੱਕ ਮੁੱਕ ਗਏ, ਹੁਣ ਨਸ਼ਿਆਂ ਸ਼ਰਾਬਾਂ ਦੀ। ਅੰਨਦਾਤਾ ਸਦੈਂਦੇ ਹੋ, ਕਰਜ਼ੇ ਨਾਲ ਦੱਬੇ ਹੋਏ ਨੂੰ ਦਵਾ ਜ਼ਹਿਰ ਦੀ ਪਿਲਾਉਂਦੇ ਹੋ, ਕਰਜ਼ੇ ਨਾਲ ਦੱਬੇ ਹੋਏ ਨੂੰ ਖੁਦਕਸ਼ੀਆਂ ਕਰਾਉਂਦੇ ਹੋ। ਬਹੁਤ ਸੋਹਣਾ। ਧੰਨਵਾਦ। ਇਹ ਕਈ ਰੁਬਾਈਆਂ, ਕਈ ਕਵਿਤਾਵਾਂ, ਇਸ ਤਰ੍ਹਾਂ ਬਹੁਤ ਇੱਕ ਆਪਣੇ ਅੰਦਰ, ਜਿੱਦਾਂ ਕਹਿੰਦੇ ਆਪਣਾ ਗਾਗਰ ਦੇ ਅੰਦਰ ਸਾਗਰ ਸਮਾਉਣ ਵਾਲੀ ਗੱਲ ਹੁੰਦੀ ਆ। ਇਹਦਾ ਵੀ ਇੱਕ ਰੰਗ ਹੁੰਦਾ, ਸ਼ੇਰ ਕਹਿੰਦੇ ਆ ਉਹਦਾ ਰੰਗ ਹੁੰਦਾ, ਕੋਈ ਆਪਣਾ ਕਪਲਟ ਹੁੰਦੇ ਉਹਨਾਂ ਦੇ ਇੱਕ ਬੜਾ, ਅਸੀਂ ਜੇ 5 ਮਿੰਟ 'ਚ ਗੱਲ ਕਹਿ ਸਕਦੇ ਹਾਂ ਤਾਂ ਉਹ ਅੱਧੇ ਮਿੰਟ ਦੇ ਵਿੱਚ ਹੀ ਉਹ ਰੁਬਾਈ ਗੱਲ ਕਰ ਦਿੰਦੀ। ਬਹੁਤ ਸੋਹਣਾ ਗਰੇਵਾਲ ਸਾਹਿਬ। ਹੁਣ ਮੈਂ ਅਖੀਰ 'ਚ ਬੇਨਤੀ ਕਰਾਂਗਾ ਗੁਰਪ੍ਰੀਤ ਜੀ ਨੂੰ ਕਿ ਉਹ ਆਪਣੇ ਬਰੀਫ ਜਾਂ ਕੋਈ ਚੀਜ਼ ਰਹਿ ਗਈ ਹੋਵੇ, ਕੋਈ ਪੱਖ, ਤਾਂ ਉਹ ਬਰੀਫ ਜਾਂ ਦੱਸਣ ਜ਼ਰੂਰ। ਹਾਂਜੀ, ਨਹੀਂ ਜੀ, ਸਾਰਿਆਂ ਨੇ ਬਹੁਤ ਸੋਹਣੀਆਂ ਵਿਚਾਰਾਂ ਕੀਤੀਆਂ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ, ਮੈਨੂੰ ਲੱਗਦਾ ਵੀ ਆਪਣੇ ਤੂਰ ਸਾਹਿਬ ਵੀ ਅਗਲੀ ਚਰਚਾ ਤੇ ਆਪਾਂ ਹੋਰ ਵਿਚਾਰਾਂ ਕਰ ਸਕਦੇ ਹਾਂ। ਤੇ ਅਖੀਰ 'ਚ ਮੈਂ ਇੱਕੋ ਹੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਵੀ ਭਰਾਵੋ, ਇੱਕ ਇਹ ਜਿਹੜਾ ਹੈਗਾ, ਜਿਹੜਾ ਮਨੁੱਖਤਾ ਦੀ ਸਾਂਝੀ ਵਾਲਤਾ ਸਾਹਮਣੇ ਆਈ ਹੈ ਇਸ ਮੋਰਚੇ ਦੇ ਵਿੱਚ, ਉਹਨੂੰ ਆਪਾਂ ਕਾਇਮ ਰੱਖੀਏ। ਤੇ ਜਿਵੇਂ ਆਪਾਂ ਅੱਜ ਵੀ ਐਂਡ ਤੇ ਇੱਕੋ ਹੀ ਮੈਸੇਜ ਦਿੱਤਾ ਵੀ ਆਪਾਂ ਆਪਣੇ ਨਿਸ਼ਾਨੇ ਤੇ ਕਾਇਮ ਰੱਖੀਏ, ਵੀ ਨਿਸ਼ਾਨੇ ਤੋਂ ਕਿਤੇ ਦਾ ਨਾ ਵੀ ਆਪਾਂ ਉੱਕ ਜਾਈਏ ਤੇ ਆਪਾਂ ਆਪਸ 'ਚ ਹੀ ਉਲਝ ਕੇ ਰਹਿ ਜਾਈਏ। ਕਿਉਂਕਿ ਇਹ ਸਰਕਾਰਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ, ਜਾਂ ਆਲੇ ਦੁਆਲੇ ਤੁਹਾਡੀਆਂ ਵਿਰੋਧੀ ਤਾਕਤਾਂ ਦੀ ਕੋਸ਼ਿਸ਼ ਹੁੰਦੀ ਆ, ਤੁਹਾਨੂੰ ਕਿਸੇ ਨਾ ਕਿਸੇ ਤੁਹਾਡੇ ਸੈਂਸਿਟਿਵ ਮੁੱਦੇ ਤੇ ਤੁਹਾਨੂੰ ਉਲਝਾ ਦੇਣਾ। ਕਿਸੇ ਨੇ ਨਾਅਰੇ ਤੇ ਉਲਝਾਤਾ, ਕਿਸੇ ਨੇ ਨਿਸ਼ਾਨ ਸਾਹਿਬ ਤੇ ਉਲਝਾਤਾ, ਕਿਸੇ ਨੇ ਕਿਸੇ ਹੋਰ ਚੀਜ਼ ਤੇ ਉਲਝਾਤਾ। ਉਹਨਾਂ ਚੀਜ਼ਾਂ ਤੋਂ ਆਪਾਂ ਗੁਰੇਜ਼ ਕਰੀਏ ਤੇ ਸਾਰੇ ਆਪੋ ਆਪਣੀ ਥਾਂ ਤੇ ਡਿਊਟੀ ਸਾਂਭੀਏ ਤੇ ਇਸ ਚੀਜ਼ ਤੇ ਪਹਿਰਾ ਦਈਏ ਤੇ ਜਿੱਤ ਆਪਣੀ ਜ਼ਰੂਰ ਹੋਊ। ਮੈਂ ਅਖੀਰ ਦੇ ਵਿੱਚ ਸਾਰੇ ਸੱਜਣਾਂ ਦਾ ਧੰਨਵਾਦ ਕਰਦਾ, ਔਰ ਸਭ ਤੋਂ ਵੱਧ ਧੰਨਵਾਦ ਕਰਦਾ ਓਬੀ ਸਾਹਿਬ ਦਾ ਤੇ ਅਮਰਜੀਤ ਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ। ਮੈਂ ਤੁਹਾਡੇ ਸਾਰਿਆਂ ਤੋਂ ਘੱਟ ਪੜ੍ਹਿਆ ਲਿਖਿਆ, ਲੇਕਿਨ ਮੈਂ ਥੋੜਾ ਗੁੜਿਆ ਹੈਗਾ, ਤੇ ਇਸ ਕਰਕੇ ਇਹਨਾਂ ਨੇ ਮੈਨੂੰ ਇੱਥੇ ਲਾਤਾ। ਤੇ ਮੈਂ ਬੜਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ, ਕਿਉਂਕਿ ਇਹ ਪਹਿਲਾ ਮੈਂ ਹੋਸਟ ਕੀਤਾ, ਔਰ ਇਹ ਜਿਹੜੇ ਸੱਜਣ ਆਏ ਨੇ, ਇਹ ਕਿੰਨੇ ਰੌਸ਼ਨ ਦਿਮਾਗ ਨੇ, ਕਿ ਕਿੰਨੀਆਂ ਗਹਿਰਾਈ ਤੋਂ ਗੱਲਾਂ ਉਹਨਾਂ ਨੇ ਇੱਕ ਹਲੂਣਾ ਦੇ ਦਿੱਤਾ ਹੈ। ਵਾਕਈ ਜਿਹੜਾ ਹੈਗਾ ਅਖੀਰ ਦੇ ਵਿੱਚ ਵੋਟ ਆਫ ਥੈਂਕਸ ਬੜਾ ਔਖਾ ਹੁੰਦਾ। ਸੋ ਮੈਂ ਸਾਰਿਆਂ ਦੇ ਗੋਡਿਆਂ ਤੇ ਸਿਰ ਰੱਖ ਕੇ ਸਾਰਿਆਂ ਦਾ ਧੰਨਵਾਦ ਕਰਦਾ। ਕੋਈ ਗਲਤੀ ਹੋਵੇ ਤਾਂ
ਤਾਂ ਮੈਂ ਖਿਮਾ ਦਾ ਜਾਚਕ ਹਾਂ ਤੇ ਆਪਾਂ ਸਾਰੇ ਚੜ੍ਹਦੀ ਕਲਾ ਲਈ ਉਸ ਧਰਤੀ ਮਾਂ ਦਾ ਜਿਹੜਾ ਕਰਜ਼ਾ ਲਾਉਣਾ ਉਹਦੇ ਲਈ ਆਪਾਂ ਅੱਗੇ ਵਧ ਰਹੇ ਹਾਂ ਔਰ ਇਸੇ ਹੌਸਲੇ ਨਾਲ ਵਧਦੇ ਰਹੀਏ। ਸੋ ਅਖੀਰ ਦੇ ਵਿੱਚ ਫਤਿਹ ਦਾ ਜਵਾਬ ਫਤਿਹ ਨਾਲ ਜੀ। ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਨਕਲਾਬ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ।